बड़े वारी प्रार्थना करते रहने, आप लंबे लंबे टाइम तक प्रार्थना करते रहने, 6-6 महीने साड़ियाँ प्रार्थनावां चलदियां, इक्को विषय ते उत्तर नहीं होता। कदे इस गल ते सोचा तुसीं भी? तुहाडे विच बहुत सारे लोग इहो ਜਿਹੇ ਹੈਗੇ ਜਿਹੜੇ प्रार्थना करी ਜਾਂਦੇ ਆ ਤੇ बड़े लंबे 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 टाइम ਦੇ ਉੱਤੋਂ प्रार्थना करी ਜਾਂਦੇ ਆ ਤੇ ਉਹਨਾਂ ਦਾ ਉੱਤਰ नहीं आई ਜਾਂਦਾਗਾ। ऐसे करके तुहाडे विचों बहुत सारे लोगों ने प्रार्थना करनी बंद कर दी। प्रार्थना बंद करने का पता कारण की है? क्योंकि बिना रिजल्ट दे आदमी जिहड़ा हुंदा है, हुण तुहानूं पता तुसीं कोई बिजनेस चालू कर लो तो तुहानूं कोई रिजल्ट ना होए तुसीं उस काम नूं बंद कर दिओ, कोई छड्डो पर कोई फायदा नहीं इहदे च। हालेलुया। क्यों नहीं प्रार्थना करन दा मन करदा? क्यों परमेश्वर दे नाल संगति करन दा साडा मन क्यों नहीं करदागा? हालेलुया। ਇਹਦੇ ਉੱਤੇ ਆਪਾਂ ਅੱਜ ਸਿੱਖਾਂਗੇ। मैं एक ਐਤ ਨੂੰ ਲੈ ਕੇ ਚੱਲਣਾ ਤੁਹਾਡੇ ਨਾਲ ਲਾਸਟ ਤੱਕ, ਤੇ ਲਾਸਟ ਤੱਕ ਤੁਹਾਡੇ ਕੋਲੇ ਜਵਾਬ ਆਊਗਾ ਤੁਹਾਡੇ ਗੱਲ ਦਾ, ਤੇ ਤੁਹਾਡੀਆਂ ਜਿਹੜੀਆਂ ਪ੍ਰਾਰਥਨਾਵਾਂ ਇੱਕਦਮ ਸੁਣੀਆਂ ਵੀ ਜਾਣਗੀਆਂ ਤੇ ਤੁਹਾਨੂੰ ਬੜਾ ਵਧੀਆ ਵੀ ਲੱਗੂਗਾ, ਤੇ ਤੁਹਾਡੇ ਕੋਲੇ ਕਾਰਨ ਵੀ ਹੋਊਗਾ ਅੱਜ ਵੀ ਤੁਸੀਂ ਕਿਉਂ ਪ੍ਰਾਰਥਨਾ ਕਰਨੀ ਹੈ। ਹਾਲੇਲੂਇਆ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਗੱਲ ਨੂੰ ਸਮਝਣਾ ਹੈ ਪ੍ਰਾਰਥਨਾ ਦੇ ਬਾਰੇ ਚ ਕਿ ਪ੍ਰਾਰਥਨਾ ਕੋਈ ਸ਼ੌਂਕ ਨਾਲ ਕੀਤੀ ਜਾਣ ਵਾਲੀ ਕੰਮ ਨਹੀਂਗਾ ਵੀ ਸ਼ੌਂਕ ਆਇਆ ਜੀ ਆਇਆ ਤੇ ਕਰ ਲਈ, ਹਨਾ। ਯਿਸੂ ਮਸੀਹ ਨੇ ਜਦ ਪ੍ਰਾਰਥਨਾ ਕਰਨੀ ਸਿਖਾ ਰਹੇ ਸੀਗੇ, ਪ੍ਰਭੂ ਯਿਸੂ ਮਸੀਹ ਆਪਦੇ ਲੋਕਾਂ ਨੂੰ ਪ੍ਰਚਾਰ ਕਰੀ ਜਾਂਦੇ ਸੀ ਤੇ ਕੀ ਕਹਿੰਦਾ ਜਬ ਤੂੰ ਪ੍ਰਾਰਥਨਾ ਕਰੇ। ਕੀ ਕਿਹਾ? ਜਬ ਤੂੰ ਪ੍ਰਾਰਥਨਾ ਕਰੇ। ਇਹ ਤਾਂ ਨਹੀਂ ਕਿਹਾ ਵੀ ਜੇ ਤੂੰ ਪ੍ਰਾਰਥਨਾ ਕਰੇ, ਯਾਨੀ ਕਰ ਲਈ ਨਹੀਂ ਕਰ ਲਈ ਨਹੀਂ ਕਰ ਲਈ। ਇਹਦਾ ਮਤਲਬ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਇਹ ਗੱਲ ਰੱਖਣੀ ਹੈ ਕਿ ਪ੍ਰਾਰਥਨਾ ਸਾਡਾ ਸ਼ੌਂਕ ਨਹੀਂ ਹੈ, ਸਾਡੀ ਜ਼ਰੂਰਤ ਹੈ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਬੜੇ ਸੋਚ ਸਮਝ ਕੇ ਕਿਹਾ ਸੀਗਾ ਇਹ ਗੱਲ ਆਪਦੇ ਚੇਲਿਆਂ ਨੂੰ, ਕਹਿੰਦਾ ਪ੍ਰਾਰਥਨਾ ਕਰੋ ਕਿਤੇ ਤੁਸੀਂ ਪ੍ਰੀਖਿਆ 'ਚ ਨਾ ਪੈ ਜਾਓ। ਹਾਲੇਲੂਇਆ। ਅੱਜ ਅਗਰ ਤੁਸੀਂ ਕਿਸੇ ਨੂੰ ਦੇਖੋ ਪ੍ਰੀਖਿਆ 'ਚ ਪਏ ਹੋਏ ਵਿਅਕਤੀ ਨੂੰ ਤੇ ਤੁਸੀਂ ਦੂਰੋਂ ਹੀ ਬਿਨਾਂ ਗੱਲ ਕਰੀਏ ਇਹ ਗੱਲ ਸਮਝ ਲਓ ਵੀ ਤੇ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਨਹੀਂ ਹੈ। ਇਹ ਕਾਰਨ ਹੈ ਪ੍ਰੀਖਿਆ 'ਚ ਪੈਣ ਦਾ। ਹਾਲੇਲੂਇਆ। ਦੋਸ਼ ਆਪਾਂ ਕਈ ਵਾਰ ਪਰਮੇਸ਼ਵਰ ਨੂੰ ਦਿੰਨੇ ਆ ਨਾ, ਪਰਮੇਸ਼ਵਰ ਭਲਾ ਪਰਮੇਸ਼ਵਰ ਹੈ, ਉਹਦੇ ਵਰਗਾ ਕੋਈ ਹੈ ਹੀ ਨਹੀਂ। ਬਾਈਬਲ ਨੂੰ ਮੈਂ ਕਿਵੇਂ ਲੈਣਾ ਹੈ? ਬਾਈਬਲ ਨੂੰ ਕੋਈ ਮੈਂ ਪ੍ਰਵਚਨ ਵਾਲੀ ਟਾਈਪ ਦੀ ਬਾਈਬਲ ਨਹੀਂ ਸਮਝਦਾਗਾ। ਇਹ ਲਾਅ ਹੈ, ਪਰਮੇਸ਼ਵਰ ਦਾ ਕਾਨੂੰਨ ਹੈ। ਕਿਹਦੇ ਵਾਸਤੇ ਲਿਖਿਆ ਗਿਆ? ਇਸ ਧਰਤੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਕਾਨੂੰਨ ਲਿਖਿਆ। ਬਾਈਬਲ ਇੱਕ ਰਾਜੇ ਦੇ ਬਾਰੇ ਚ ਹੈ। ਕਾਹਦੇ ਬਾਰੇ ਹੈ? ਰਾਜੇ ਤੇ ਰਾਜੇ ਦੇ ਰਾਜ ਦੇ ਬਾਰੇ ਚ ਹੈ, ਕਿੰਗਡਮ ਦੇ ਬਾਰੇ ਚ ਹੈਗੀ ਹੈ ਬਾਈਬਲ। ਹਾਲੇਲੂਇਆ। ਹਾਲੇਲੂਇਆ। ਬਾਈਬਲ ਕਾਹਦੇ ਬਾਰੇ ਚ ਹੈਗੀ ਹੈ? ਬਾਈਬਲ ਇੱਕ ਰਾਜ ਤੇ ਇੱਕ ਰਾਜ ਦੇ ਬਾਰੇ ਚ ਹੈਗੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਰਾਜੇ ਤੇ ਰਜਵਾੜਿਆਂ ਦਾ ਕੰਮ ਚੱਲਦਾ ਸੀ ਇੰਡੀਆ ਦੇ ਵਿੱਚ, ਹੈ ਨਾ। ਡੈਮੋਕ੍ਰੈਟਿਕ ਨਹੀਂ ਸੀ ਕੰਟਰੀ, ਇਹ ਲੋਕਤੰਤਰ ਨਹੀਂ ਚੱਲਦਾ ਸੀ ਇੱਥੇ, ਰਾਜਿਆਂ ਦਾ ਰਾਜ ਹੁੰਦਾ ਸੀਗਾ। ਰਾਜੇ ਕਿਵੇਂ ਬਣਾਏ ਜਾਂਦੇ ਆ ਬਾਈ? ਰਾਜੇ ਕਿਵੇਂ ਬਣਾਏ ਜਾਂਦੇ ਆ ਮੈਨੂੰ ਦੱਸੋ? ਵੋਟਾਂ ਪਾ ਕੇ ਰਾਜੇ ਨਹੀਂ ਬਣਦੇ। ਹਾਲੇਲੂਇਆ। ਹਾਲੇਲੂਇਆ। ਵੋਟਾਂ ਪਾ ਕੇ ਨਾ ਪ੍ਰਧਾਨ ਮੰਤਰੀ ਬਣਦੇ ਆ, ਰਾਸ਼ਟਰਪਤੀ ਬਣਦੇ ਆ, ਪਾਰਸ਼ਦ ਬਣਦੇ ਆ, ਸਰਪੰਚ ਬਣਦੇ ਹੈ, ਹਨਾ। ਕਿਸੇ ਹਲਕੇ ਦਾ ਚੇਅਰਮੈਨ ਬਣਦਾ ਹੈ। ਮੇਰੀ ਗੱਲ ਸੁਣੋ, ਵੋਟਾਂ ਪਾ ਕੇ ਇਹ ਬਣਦੇ ਆ, ਰਾਜੇ ਪੈਦਾ ਹੁੰਦੇ ਆ। ਹਾਲੇਲੂਇਆ। ਹਾਲੇਲੂਇਆ। ਰਾਜੇ ਕੀ ਹੁੰਦੇ ਆ? ਪੈਦਾ। ਜਮਾਂਦਰੂ ਹੁੰਦੇ ਆ, ਰਾਜੇ ਪੈਦਾ ਹੁੰਦੇ ਆ, ਰਾਜੇ ਬਣਾਏ ਨਹੀਂ ਜਾਂਦੇ। ਹਾਲੇਲੂਇਆ। ਹਾਲੇਲੂਇਆ। ਸੋ ਬਾਈਬਲ ਕਾਦੇ ਬਾਰੇ ਚ ਹੈਗੀ ਹੈ? ਇੱਕ ਰਾਜੇ ਤੇ ਉਹਦੀ ਪ੍ਰਜਾ ਦੇ ਬਾਰੇ ਚ ਹੈ। ਕਿੱਥੇ ਹੈ ਰਾਜਾ? ਕੌਣ ਆਪਣਾ ਰਾਜਾ? ਮੈਂ ਚਾਰੇ ਸੁਸਮਾਚਾਰਾਂ ਨੂੰ ਗੌਰ ਨਾਲ ਪੜ੍ਹਿਆ। ਯਿਸੂ ਮਸੀਹ ਦੀ ਕਿਸੇ ਨਾਲ ਕੋਈ ਬੈਰ ਨਹੀਂ ਸੀਗਾ। ਗਰੀਬਾਂ ਨਾਲ, ਵਿਅਭਿਚਾਰੀਆਂ ਨਾਲ, ਪਾਪੀਆਂ ਨਾਲ, ਠੱਗਾਂ ਨਾਲ, ਚੋਰਾਂ ਨਾਲ, ਚੁੰਗੀ ਲੈਣ ਨਾਲ ਕੋਈ ਬੈਰ ਸੀ ਉਹਦਾ? ਉਹਦਾ ਬੈਰ ਕਿਹਦੇ ਨਾਲ ਸੀ ਮੈਨੂੰ ਦੱਸੋ? ਕੀ ਨਾਲ ਜਿੱਦਾਂ ਹੁੰਦਾ ਸੀ? ਜਾ ਉਹ ਪਾਸਟਰਾਂ ਨਾਲ ਜਿੱਦਾਂ ਹੁੰਦਾ ਸੀ ਉਹ ਜਾ ਕੇ, ਹੈ। ਯਾਜਕਾਂ ਨਾਲ ਜਿੱਦਾਂ ਹੁੰਦਾ ਸੀਗਾ, ਮਹਾਯਾਜਕਾਂ ਦੇ ਨਾਲ ਜਿੱਦਾਂ ਹੁੰਦਾ ਸੀਗਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਸਭ ਤੋਂ ਵੱਡੀ ਰੁਕਾਵਟ ਸੀ ਉਹ ਲੋਕ ਇੱਕ ਪ੍ਰਜਾ ਨੂੰ ਉਹਦੇ ਰਾਜੇ ਦੇ ਬਾਰੇ ਚ ਸਮਝਣ ਦੇ ਵਿੱਚ ਨਾ, ਉਹ ਬੜੀ ਸਭ ਤੋਂ ਵੱਡਾ ਰੋੜਾ ਸੀ ਉਹ ਲੋਕ। ਹਾਲੇਲੂਇਆ। ਹਾਲੇਲੂਇਆ। ਅੱਜ ਆਪਾਂ ਦੇਖਾਂਗੇ ਆਪਣੇ ਰਾਜੇ ਦੇ ਬਾਰੇ ਚ ਤੇ ਆਪਾਂ ਉਹਦੀ ਪ੍ਰਜਾ ਹੈਗੇ ਹਾਂ। ਹਾਲੇਲੂਇਆ। ਹਾਲੇਲੂਇਆ। ਮੈਂ ਤੁਹਾਨੂੰ ਦੱਸਦਾ ਕਿ ਪ੍ਰਭੂ ਦੀ ਕਿਰਪਾ ਦੇ ਨਾਲ ਅਗਰ ਤੁਸੀਂ ਇਹਨਾਂ ਵਚਨਾਂ ਨੂੰ ਸਮਝ ਲਿਆ ਤੇ ਪ੍ਰਭੂ ਤੁਹਾਨੂੰ ਬੜੀ ਬਰਕਤ ਤੇ ਆਸ਼ੀਸ਼ ਦੇਊਗਾ। ਤੁਸੀਂ ਉਹਨਾਂ ਗੱਲਾਂ ਨੂੰ ਸਮਝ ਲਓਗੇ, ਆਪਦੀ ਕੀਮਤ ਨੂੰ ਸਮਝ ਲਓਗੇ ਤੁਸੀਂ। ਹਾਲੇਲੂਇਆ। 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 ਸੋ ਬਾਈਬਲ ਕਾਦੇ ਬਾਰੇ ਚ ਹੈਗੀ? ਇੱਕ ਰਾਜੇ ਤੇ ਉਹਦੀ ਪ੍ਰਜਾ ਦੇ ਬਾਰੇ ਚ ਹੈਗੀ ਹੈ। ਕਾਦੇ ਬਾਰੇ ਚ ਹੈ? ਇੱਕ ਰਾਜਾ ਤੇ ਉਹਦੀ ਪ੍ਰਜਾ ਦੇ ਬਾਰੇ ਚ ਹੈਗਾ। ਯਿਸੂ ਮਸੀਹ ਨੂੰ ਕੌਣ, ਪਰਮੇਸ਼ਰ ਨੂੰ ਕੌਣ ਕੀ ਕਹਿੰਦੇ ਆ? ਰਾਜਿਆਂ ਦੇ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ। ਜਦੋਂ ਤੁਹਾਡੇ ਦਿਮਾਗ 'ਚ ਖਿਆਲ ਆਉਂਦਾ ਵੀ ਉਹ ਰਾਜਿਆਂ ਦੇ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ, ਤੇ ਫਿਰ ਰਾਜਿਆਂ ਦਾ ਰਾਜਾ ਤਾਂ ਉਹ ਹੈ, ਫਿਰ ਰਾਜੇ ਕਿਹੜੇ ਹੋਏ ਬਾਈ? ਰਾਜੇ ਅਸੀਂ।
ਹਾਲੇਲੂਇਆ। ਹਾਲੇਲੂਇਆ। ਰਾਜਿਆਂ ਦੇ ਰਾਜੇ ਤੇ ਪ੍ਰਭੂਆਂ ਦੇ ਪ੍ਰਭੂ ਦੀ ਸੰਤਾਨ ਹੈ। ਆਪਾਂ ਇੱਕ ਵਚਨ, ਇੱਕ ਐਤ ਨੂੰ ਲੈ ਕੇ ਚੱਲਾਂਗੇ ਅੱਜ ਆਪਾਂ। ਤੁਸੀਂ ਮੇਰੇ ਨਾਲ ਆਪਦੀ ਬਾਈਬਲ ਖੋਲੋ, ਉੱਚਾ ਉਠਾਓ ਉਸ ਨੂੰ, ਉੱਚਾ ਉਠਾਓ ਬਾਈਬਲ ਨੂੰ ਉੱਚਾ ਉਠਾਓ। ਇਹ ਪਰਮੇਸ਼ਰ ਦਾ ਵਚਨ ਹੈ। ਇਹ ਪਰਮੇਸ਼ਰ ਦਾ ਵਚਨ ਹੈ। ਇਹ ਜੋ ਕਹਿੰਦਾ ਹੈ, ਇਹ ਜੋ ਕਹਿੰਦਾ ਉਹ ਮੈਂ ਹਾਂ। ਉਹ ਮੈਂ ਹਾਂ। ਇਹ ਜੋ ਦਿੰਦਾ ਹੈ, ਇਹ ਜੋ ਦਿੰਦਾ ਹੈ, ਉਹ ਤੇ ਮੇਰਾ ਅਧਿਕਾਰ ਹੈ। ਉਹ ਤੇ ਮੇਰਾ ਅਧਿਕਾਰ ਹੈ। ਆਮੀਨ। ਆਮੇਨ। ਜੋ ਲੋਕ ਤੁਹਾਨੂੰ ਕਹਿੰਦੇ ਹੋ ਤੁਸੀਂ ਉਹ ਨਹੀਂ ਹੋ, ਪਰਮੇਸ਼ਵਰ ਜੋ ਤੁਹਾਨੂੰ ਕਹਿੰਦਾ ਉਹ ਹੋ ਤੁਸੀਂ ਅਸਲ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਉਤਪਤੀ ਦੀ ਕਿਤਾਬ ਉਹਦਾ ਪਹਿਲਾ ਅਧਿਆਏ ਉਹਦੀ 26 आयत ਕੱਢੋ ਤੁਸੀਂ। फिर परमेश्वर ने कहा, हम मनुष्य को अपने स्वरूप के अनुसार अपनी समानता में बनाएं और वह समुद्र की मछलियों और आकाश के पंछियों और घरेलू पशुओं और सारी पृथ्वी पर और सब रेंगने वाले जंतुओं पर जो पृथ्वी पर है अधिकार रखे। ਅਧਿਕਾਰ रखे। ਰੱਖੇ। ਪਰਮੇਸ਼ਰ ਨੇ ਕਿਹਾ, ਕਹਿੰਦਾ ਆਓ ਅਸੀਂ ਬੰਦੇ ਨੂੰ ਆਪਦੇ ਵਰਗਾ ਤੇ ਆਪਦੇ ਸਰੂਪ ਦੇ ਉੱਤੇ ਬਣਾਈਏ। ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ ਬੰਦੇ ਪਰਮੇਸ਼ਰ ਵਰਗੇ ਦਿਖਦੇ ਹਾਂ। ਅਸੀਂ ਪਰਮੇਸ਼ਰ ਵਰਗੇ ਦਿਖਦੇ ਕਿਦੋਂ ਹੈ? ਨਹੀਂ ਦਿਖਦੇ ਆਪਾਂ। ਪਰਮੇਸ਼ਰ ਦਾ ਆਤਮਾ ਹੈਗਾ, ਉਹਦਾ ਕੋਈ ਆਕਾਰ ਨਹੀਂਗਾ, ਉਹ ਤਾਂ ਇੱਕ ਆਤਮਾ ਹੈਗਾ, ਹੈਨਾ। ਉੱਥੇ ਪਰਮੇਸ਼ਰ ਦਾ ਕਹਿਣ ਦਾ ਮਤਲਬ ਕੀ ਹੈ ਕਿ ਪਰਮੇਸ਼ਰ ਦਾ ਕੈਰੈਕਟਰ ਸਾਡੇ ਵਿੱਚ ਹੈਗਾ, ਉਹਦੇ ਵਰਗਾ ਚਰਿੱਤਰ। ਉਹ ਰਾਜ ਕਰਦਾ ਹੈ। ਕੀ ਕਰਦਾ ਹੈ? ਰਾਜ ਕਰਦਾ ਹੈ। ਤੇ ਉਹਨੇ ਆਖਿਆ ਬੰਦੇ ਨੂੰ, ਕਹਿੰਦਾ ਤੂੰ ਵੀ ਕੀ ਕਰੇ? ਰਾਜ ਕਰੇ। ਕੀ ਕਰੇ ਤੂੰ? ਪਰਮੇਸ਼ਰ ਨੇ ਬੰਦੇ ਨੂੰ ਕੀ ਆਖਿਆ? ਕਹਿੰਦਾ ਸਾਰੀ ਧਰਤੀ ਦੇ ਉੱਤੇ ਕੀ ਕਰ ਲੈ ਤੂੰ? ਅਧਿਕਾਰ ਰੱਖ, ਤੂੰ ਉਹਦੇ ਉੱਤੇ ਰਾਜ ਕਰ। ਹਾਲੇਲੂਇਆ। ਕਿਸੇ ਪਰਮੇਸ਼ਰ ਦੇ ਬੰਦੇ ਨੇ ਇੱਕ ਗੱਲ ਕਹੀ, ਮੇਰੀ ਗੱਲ ਸੁਣੋ ਧਿਆਨ ਨਾਲ ਇੱਧਰ। ਕਹਿੰਦਾ ਪਰਮੇਸ਼ਰ ਤੋਂ ਬਗੈਰ ਬੰਦਾ ਕੁਝ ਨਹੀਂ ਕਰ ਸਕਦਾਗਾ। ਕੀ ਨਹੀਂ ਕਰ, ਕਿਹਦੇ ਬਗੈਰ ਕੁਝ ਨਹੀਂ ਕਰ ਸਕਦਾ ਬੰਦਾ? ਪਰਮੇਸ਼ਰ ਤੋਂ। ਤੇ ਬੰਦੇ ਤੋਂ ਬਗੈਰ ਪਰਮੇਸ਼ਰ ਕੁਝ ਕਰੂਗਾ ਨਹੀਂ। ਹਾਲੇਲੂਇਆ। ਹਾਲੇਲੂਇਆ। ਬੰਦਾ ਪਰਮੇਸ਼ਰ ਬਗੈਰ ਕੁਝ ਵੀ ਕਰ ਸਕਦਾ ਨਹੀਂ, ਕਿਉਂਕਿ ਬਚਨ ਕਹਿੰਦਾ ਤੁਸੀਂ ਮੇਰੇ ਤੋਂ ਅੱਡ ਹੋ ਕੇ ਕੁਝ ਵੀ ਕਰ ਸਕਦੇ ਨਹੀਂ। ਤੇ ਬੰਦੇ ਤੋਂ ਬਗੈਰ, ਯਾਨੀ ਤੁਹਾਡੇ ਤੋਂ ਬਗੈਰ ਇਸ ਧਰਤੀ ਤੇ ਪਰਮੇਸ਼ਰ ਕੁਝ ਵੀ ਕਰਦਾ, ਤੁਹਾਡੇ ਬਗੈਰ ਕੁਝ ਨਹੀਂ ਕਰਦਾ। ਤੁਸੀਂ ਇਤਿਹਾਸ ਉਠਾ ਕੇ ਵੇਖ ਲਓ, ਬਾਈਬਲ ਉਠਾ ਕੇ ਵੇਖ ਲਓ, ਬੰਦੇ ਤੋਂ ਬਗੈਰ ਪਰਮੇਸ਼ਰ ਨੇ ਇਸ ਧਰਤੀ ਤੇ ਕੁਝ ਨਹੀਂ ਕੀਤਾਗਾ। ਹਾਲੇਲੂਇਆ। ਹਾਲੇਲੂਇਆ। ਆਪਾਂ ਇਸ ਵਚਨ ਦੇ ਵਿੱਚੋਂ ਅੱਜ ਦੇਖਾਂਗੇ। ਹਾਲੇਲੂਇਆ। ਹਾਲੇਲੂਇਆ। ਇਸ ਵਚਨ ਚੋਂ ਆਪਾਂ ਦੇਖਾਂਗੇ ਪਰਮੇਸ਼ਰ ਦੀ ਸਭ ਤੋਂ ਮਹਾਨ ਰਚਨਾ, ਸਭ ਤੋਂ ਵਧੀਆ ਤਰੀਕੇ ਨਾਲ ਜਿਹਨੂੰ ਰਚਿਆ ਉਹ ਕੌਣ ਹੈ? ਮੈਂ। ਐਸੇ ਲਈ ਕਹਿੰਦਾ, ਉਹਨੇ ਹਾਥੀ ਨੂੰ ਸਾਈਜ਼ ਵੇਖ ਕੇ ਉਹਨੂੰ ਨਹੀਂ ਕਿਹਾ ਵੀ ਇਹ ਬਾਵਾ ਠੀਕ ਹੈ, ਕਹਿੰਦਾ ਇਹਨੂੰ ਕਹਿਣਾ ਜਾ ਕੇ ਜਾ ਸਮੁੰਦਰ ਦੀ ਮਛਲੀਆਂ ਤੇ ਜਾ ਕੇ ਕੀ ਕਰ? ਅਧਿਕਾਰ ਰੱਖ। ਹਾਲੇਲੂਇਆ। ਹਾਲੇਲੂਇਆ। ਇੱਕ IPS ਆਫੀਸਰ ਜਿਹੜਾ ਹੁੰਦਾ, ਮੇਰੀ ਗੱਲ ਸੁਣੋ, ਇੱਕ ਪਤਲਾ ਜਿਹਾ ਬੰਦਾ ਵੀ ਕਿਉਂ ਨਾ ਬਣ ਜੇ ਤਾਂ ਵੀ ਉਹ ਲੋਕ ਅੱਗੇ ਪਿੱਛੇ ਫਿਰਦੇ ਰਹਿੰਦੇ ਹਨ। ਤੇ ਜੇ ਕੋਈ ਅਧਿਕਾਰ ਤੋਂ ਬਗੈਰ ਬੰਦਾ ਹੁੰਦਾ, ਉਹ ਭਾਵੇਂ 1.5 ਕੁਇੰਟਲ ਦਾ ਹੋਵੇ ਤਾਂ ਵੀ ਕੋਈ ਸੁਣਦਾ ਉਹਦੀ, ਹੈਨਾ। ਹਾਲੇਲੂਇਆ। ਹਾਲੇਲੂਇਆ। ਅਥਾਰਟੀ ਦੇ ਵਿੱਚ ਬਣਾਇਆ ਤੁਹਾਨੂੰ। ਕਾਦੇ ਵਾਸਤੇ ਬਣਾਇਆ? ਅਥਾਰਟੀ। ਅਧਿਕਾਰ ਦੇ ਵਿੱਚ ਬਣਾਇਆ। ਹਾਲੇਲੂਇਆ। 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 ਪਰਮੇਸ਼ਰ ਨੇ ਆਖਿਆ, ਕਹਿੰਦਾ ਕਿਹਨੂੰ ਬਣਾਵਾਂ ਮੈਂ? ਬੰਦੇ ਨੂੰ ਬਣਾ। ਪਹਿਲਾਂ ਤਾਂ ਇਹ ਦੇਖੋ ਵੀ ਬੰਦਾ ਹੈ ਕੀ। ਮੇਰੀ ਗੱਲ ਸੁਣੋ, ਇੰਗਲਿਸ਼ ਦੇ ਵਿੱਚ ਬੰਦੇ ਨੂੰ ਕੀ ਕਹਿੰਦੇ ਆ? ਹਿਊਮਨ। ਕੀ ਕਹਿੰਦੇ ਆ? ਬੋਲੋਗਾ ਸਾਰੇ ਜਣੇ ਅੰਗਰੇਜ਼ੀ। ਹਿਊਮਨ। ਕੀ ਕਹਿੰਦੇ ਆ? ਹਿਊਮਨ। ਹਿਊਮਨ ਨੂੰ ਦੋ ਭਾਗਾਂ 'ਚ ਕਰਦੇ ਆ ਸ਼ਬਦ ਨੂੰ। ਲਿਖਿਆ ਹਿਊਮਸ। ਹਿਊਮਸ ਕਿਹਨੂੰ ਕਹਿੰਦੇ ਆ ਪਤਾ? ਮਿੱਟੀ ਨੂੰ। ਕਿਹਨੂੰ ਕਹਿੰਦੇ ਆ? ਮਿੱਟੀ। ਇਬਰਾਨੀ ਭਾਸ਼ਾ ਦੇ ਵਿੱਚ ਇਸ਼ ਕਹਿੰਦੇ ਆ ਮਿੱਟੀ ਨੂੰ। ਕੀ ਕਹਿੰਦੇ ਆ? ISH ਇਸ਼। ਤੇ ਹਿਊਮਸ ਨੂੰ ਕਹਿੰਦੇ ਆ ਮਿੱਟੀ। ਤੇ ਉਹਦੇ ਵਿੱਚ ਜਿਹੜਾ ਪਰਮੇਸ਼ਰ ਨੇ ਬੰਦੇ ਨੂੰ ਉਹਦੇ ਵਿੱਚ ਪਾਤਾ। ਕਾਹਦੇ ਵਿੱਚ? ਇਹਦਾ ਮਤਲਬ ਤੁਹਾਡੇ ਵਿੱਚ ਆਤਮਾ ਨਹੀਂ ਹੈ। ਤੁਹਾਡੇ ਵਿੱਚ ਆਤਮਾ ਥੋੜੀ ਨਾ ਹੈ, ਤੁਸੀਂ ਖੁਦ ਹੀ ਇੱਕ ਆਤਮਾ ਹੋ। ਹਾਲੇਲੂਇਆ। ਹਾਲੇਲੂਇਆ। ਤੁਹਾਡੇ ਵਿੱਚ ਆਤਮਾ ਨਹੀਂ ਪਈ ਹੋਏਗੀ, ਤੁਸੀਂ ਖੁਦ ਇੱਕ ਆਤਮਾ ਹੈ। ਪਰਮੇਸ਼ਰ ਨੇ ਹਿਊਮਸ ਨੂੰ ਲਿੱਤਾ, ਮਿੱਟੀ ਨੂੰ, ਤੇ ਉਹਦੇ ਵਿੱਚ ਮੈਨ ਨੂੰ ਪਾਤਾ, ਬੰਦੇ ਨੂੰ ਵਿੱਚ ਪਾਤਾ। ਮਿੱਟੀ ਦੇ ਵਿੱਚ ਮਿੱਟੀ ਦਾ ਸ਼ਰੀਰ ਬਣਾ ਕੇ ਬੰਦੇ ਵਿੱਚ ਪਾਤਾ। ਇਹਦੇ ਵਾਸਤੇ ਪ੍ਰਭੂ ਦੇ ਇੱਕ ਬੰਦੇ ਨੇ ਕਿਹਾ, ਕਹਿੰਦਾ ਤੁਸੀਂ ਤੁਹਾਡੇ ਵਿੱਚ, ਕਈ ਕਹਿੰਦੇ ਨਾ ਬੰਦੇ 'ਚ ਆਤਮਾ ਹੁੰਦੀ। ਬੰਦੇ 'ਚ ਆਤਮਾ, ਬੰਦਾ ਖੁਦ ਇੱਕ ਆਤਮਾ। ਹਾਲੇਲੂਇਆ। ਹਾਲੇਲੂਇਆ। ਬੰਦਾ ਜਦੋਂ ਕਹਿਣਾ ਤੇ ਬੁੜੀਆਂ ਤੇ ਬੰਦੇ ਦੋਨੇ ਆ ਜਾਂਦੇ, ਬੱਚੇ ਵਿੱਚ ਆ ਜਾਂਦੇ ਆ। ਹਿਊਮਸ ਮਤਲਬ ਬੰਦੇ ਵਿੱਚ, ਸਰੀਰ ਦੇ ਵਿੱਚ ਇੱਕ ਬੰਦੇ ਨੂੰ ਵਿੱਚ ਫਿੱਟ ਕਰਤਾ, ਪਾਤਾ। ਤੇ ਪਾ ਕੇ ਉਹਨੂੰ ਆਖਿਆ, ਕਹਿੰਦਾ ਤੂੰ ਹੁਣ ਇਹਦੇ ਵਿੱਚ ਕੀ ਕਰ? ਧਰਤੀ ਦੇ ਉੱਤੇ ਕੀ ਕਰ? ਰਾਜ ਕਰ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਨੇ ਬੰਦੇ ਨੂੰ ਕੀ ਆਖਿਆ? ਕਹਿੰਦਾ ਤੂੰ ਇਸ ਧਰਤੀ ਤੇ ਕੀ ਕਰ? ਕੀ ਤੁਸੀਂ ਉਸ ਆਇਤ ਦੇ ਵਿੱਚ ਐਂ ਲਿਖਿਆ ਵੇਖਿਆ ਵੀ ਮੈਂ ਹੁਣ ਤੈਨੂੰ ਬੰਦੇ ਨੂੰ ਬਣਾਤਾ ਤੇ ਚਲੋ ਆਪਾਂ ਮਿਲ ਕੇ ਰਾਜ ਕਰਤੇ ਹਾਂ ਧਰਤੀ ਤੇ? ਲਿਖਿਆ ਐਵੇਂ? ਕੀ ਆਖਿਆ?
ਤੂੰ ਕਰ ਰਾਜ। ਕੀ ਆਖਿਆ? ਤੂੰ ਕਰੇਂਗਾ, ਇਹਦੇ ਵਿੱਚ ਮੈਂ ਨਹੀਂ ਆ ਸਕਦਾ। ਤੁਸੀਂ ਪਰਮੇਸ਼ਰ ਦੀ ਇੱਕ ਖਾਸ ਗੱਲ ਨਾ ਵੇਖੋ, ਇਸ ਖਾਸ ਗੱਲ ਨੂੰ ਤੁਸੀਂ ਸਮਝੋ। ਪਰਮੇਸ਼ਰ ਦੀ ਨੂੰ, ਪਰਮੇਸ਼ਰ ਆਪਦੇ ਆਖੇ ਹੋਏ ਵਚਨਾਂ ਤੋਂ ਕਦੇ ਵੀ ਟਲਦਾ ਨਹੀਂ ਹੈ, ਕਦੇ ਨਹੀਂ ਟਲਦਾ। ਉਹਨੇ ਇੱਕ ਵਾਰੀ ਕਹਿਤਾ ਨਾ, ਕਹਿਤਾ ਤਾਂ ਕਹਿਤਾ। ਕਈ ਵਾਰੀ ਬੰਦੇ ਵੀ ਕਈ ਸਿਧਾਂਤਾਂ ਵਾਲੇ ਹੁੰਦੇ ਆ, ਕਹਿੰਦਾ ਬਾਈ ਮੈਂ ਜੇ ਇੱਕ ਵਾਰੀ ਕਹਿਤੀ ਗੱਲ, ਜਿਹੜੀ ਕਹਿਤੀ ਮੁੜ ਕੇ ਵਾਰੀ ਵਾਰੀ ਬਦਲਦਾ ਨਹੀਂ ਮੈਂ ਗੱਲ ਤੋਂ। ਹਾਲੇਲੂਇਆ, ਹਾਲੇਲੂਇਆ। ਕਈ ਗੱਲਾਂ ਤੇ ਨਹੀਂ ਖੜਦੇ। ਪਰਮੇਸ਼ਰ ਨੇ ਕਿਹਾ, ਕਹਿੰਦਾ ਤੂੰ ਹੁਣ ਇਸ ਧਰਤੀ ਦੇ ਉੱਤੇ ਕੀ ਕਰ? ਅਧਿਕਾਰ ਰੱਖ, ਰਾਜ ਰੱਖ। ਇਹਦਾ ਮਤਲਬ ਕੀ ਹੈ ਪਤਾ? ਪਰਮੇਸ਼ਰ ਦਾ ਉੱਥੇ ਕੀ ਕਹਿਣ ਦਾ ਮਤਲਬ ਸੀਗਾ? ਉਹਦੇ ਕਹਿਣ ਦਾ ਮਤਲਬ ਸੀ, ਕਹਿੰਦਾ ਵੀ ਤੂੰ ਰਾਜ ਕਰ, ਹੁਣ ਮੈਂ ਵਿਚਾਲੇ ਨਹੀਂ ਆਊਂਗਾ। ਇਹੀ ਮਤਲਬ ਹੁੰਦਾ, ਇਹੀ ਕਹਿ ਰਿਹਾ ਸੀ ਨਾ। ਕਹਿੰਦਾ ਹੁਣ ਤੂੰ ਰਾਜ ਕਰ, ਹੁਣ ਮੈਂ ਵਿਚਾਲੇ ਟੰਗ ਨਹੀਂ ਅੜਾਊਂਗਾ। ਇਹਦਾ ਮਤਲਬ ਕੀ ਹੈ ਕਿ ਪਰਮੇਸ਼ਰ ਨੇ ਆਦਮ ਦੇ ਬਾਗ ਦੇ ਵਿੱਚ ਬੰਦੇ ਨੂੰ ਰੱਖਿਆ ਤੇ ਕਹਿੰਦਾ ਇੱਥੇ ਰਾਜ ਕਰ, ਉੱਥੇ ਰਾਜ ਕਰ, ਤੇਰਾ ਜੀ ਕਰਦਾ ਉਵੇਂ ਵਰਤ ਸਾਰੀਆਂ ਚੀਜ਼ਾਂ ਨੂੰ, ਮੈਂ ਆ ਕੇ ਤੈਨੂੰ ਕੁਝ ਨਹੀਂ ਕਹੂੰਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਨੇ ਇਸ ਧਰਤੀ ਨੂੰ ਸ਼ਰੀਰਾਂ ਵਾਲਿਆਂ ਨੂੰ ਦਿੱਤੀ ਹੈਗੀ ਹੈ। ਕਿਹਨਾਂ ਨੂੰ ਦਿੱਤੀ? ਸ਼ਰੀਰਾਂ ਵਾਲੇ। ਆਪਣੀ ਚਮੜੀ ਹੈ, ਸ਼ਰੀਰ ਹੈ। ਇਹਦਾ ਮਤਲਬ ਆਤਮਾ ਵਾਲਿਆਂ ਦਾ ਕੋਈ ਅਧਿਕਾਰ ਨਹੀਂ ਹੈ। ਤੇ ਪਰਮੇਸ਼ਰ ਕੀ ਹੈ? ਇੱਕ ਆਤਮਾ। ਇੰਨਾ ਚੰਗਾ ਪਰਮੇਸ਼ਰ ਤੁਹਾਨੂੰ, ਮੇਰੀ ਗੱਲ ਸੁਣੋ, ਕਿੱਥੋਂ ਮਿਲੂਗਾ ਤੁਹਾਨੂੰ? ਮੈਨੂੰ ਦੱਸੋ। ਹੈ ਲਿਖਿਆ ਬਾਈਬਲ 'ਚ, ਕਹਿੰਦਾ ਉਹ ਦੇ ਕੇ ਨਾ ਅਲੰਬਾ ਨਹੀਂ ਦਿੰਦਾਗਾ ਮੁੜ ਕੇ ਦੇ ਕੇ, ਹੈ ਨਾ। ਜੇ ਕਿਤੇ ਨੂੰ ਬੁੱਧ ਦੀ ਕਮੀ ਹੋਵੇ ਤਾਂ ਕਹਿੰਦਾ ਮੰਗੋ ਬਿਨਾ ਅਲੰਬਿਓ, ਮਿਹਣਾ ਨਹੀਂ ਮਾਰਦਾਗਾ ਉਹ ਆ ਕੇ। ਉਹ ਇਹ ਨਹੀਂ ਕਹਿੰਦਾ ਵੀ ਮੈਂ ਤੈਨੂੰ ਐਡਾ ਵੱਡਾ ਧਰਤੀ ਹੈ, ਗੋਲ ਗੋਲ ਧਰਤੀ ਮੈਂ ਤੈਨੂੰ ਦੇਤੀ ਵਿੱਚ। ਹਾਲੇਲੂਇਆ। ਉਹਦੇ ਵਿੱਚ ਪਾਣੀ ਹੈਗਾ 73% ਹੈ, ਉਹਦੇ ਵਿੱਚ ਪੇੜ ਪੌਦੇ ਹੈ। ਤੈਨੂੰ ਭੋਰਾ, ਤੈਨੂੰ ਸੰਗ ਨਹੀਂ ਲੱਗਦੀ ਪਾਪ ਕਰਦੇ ਨੂੰ? ਹੈ ਹੀ ਕਰੀ ਜਾਂਦਾ। ਮਿਹਣਾ ਮਾਰਿਆ ਕਦੇ? ਕਿੱਥੋਂ ਮਿਲੂਗਾ ਜੇ ਰੱਬ ਤੁਹਾਨੂੰ? ਮੈਨੂੰ ਦੱਸੋ। ਇੰਨਾ ਚੰਗਾ। ਹਾਲੇਲੂਇਆ, ਹਾਲੇਲੂਇਆ। ਧਰਤੀ ਦੇਤੀ ਤੇ ਉਹਦੇ ਉੱਤੇ ਜੋ ਪਾਇਆ, ਮੈਂ ਕਹਿੰਦਾ ਇੱਕ ਸ਼ਬਦ ਅਗਲਾ ਮੈਂ ਬੋਲਣਾ ਨਹੀਂ ਚਾਹੁੰਦਾ, ਪਰ ਤੁਸੀਂ ਸਮਝ ਗਏ ਹੋ। ਅੰਦਰ ਤਾਂ ਬੋਲ ਹੀ ਗਏ ਨਾ ਤੁਸੀਂ, ਅੰਦਰ ਤਾਂ ਪਤਾ ਲੱਗ ਗਿਆ ਮੈਂ ਕੀ ਬੋਲਾਂ। ਦੇਖੋ ਬੰਦੇ ਨੇ ਕੀ ਕੁਛ ਕਰਤਾ ਇਸ ਧਰਤੀ ਦੇ ਉੱਤੇ, ਹੈ ਨਾ। ਦੇਖੋ ਉਹਨੇ ਬਿਲਕੁਲ ਨਹੀਂ ਸੁਣਾਇਆ। ਹਾਲੇਲੂਇਆ, ਹਾਲੇਲੂਇਆ। ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ, ਅੱਧਾ ਘੰਟਾ ਹੋਰ ਲਊਂਗਾ, ਪਰ ਤੁਸੀਂ ਗੱਲ ਮੇਰੇ ਖਿਆਲ 'ਚ ਸਮਝ ਜਾਓਗੇ ਪੂਰੀ। ਤੁਸੀਂ ਆਪਦੀ ਕੀਮਤ ਨੂੰ ਪਛਾਣ ਜਾਓਗੇ। ਹੁਣ ਇਹ ਧਰਤੀ ਕਿਹਦੇ ਵਾਸਤੇ ਹੈ? ਸਾਰੇ ਸ਼ਰੀਰਾਂ ਵਾਲਿਆਂ ਦੀ ਹੈ। ਤੁਹਾਡੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ? ਤੁਹਾਨੂੰ ਪਤਾ ਨਹੀਂ ਲੱਗਿਆ, ਆਪਦੀ ਕੀਮਤ ਦਾ ਨਹੀਂ ਪਤਾ ਤੁਹਾਨੂੰ, ਆਪਦੀ ਕੀਮਤ ਦਾ ਨਹੀਂ ਪਤਾ। ਇਸੇ ਵਾਸਤੇ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਤੂੰ ਸੁਣ ਲੈ, ਮੇਰੀ ਦੁਹਾਈ ਨੂੰ ਤੂੰ ਸੁਣ ਲੈ। ਮੈਂ ਦੁਹਾਈਆਂ ਦਿੰਦਾ, ਇਹ ਕਰਦਾ, ਉਹ ਕਰਦਾ, ਇਹੋ ਜਿਹੀਆਂ ਗੱਲਾਂ ਕਰਦੇ ਆ ਪ੍ਰਾਰਥਨਾ ਦੇ ਵਿੱਚ। ਪਰਮੇਸ਼ਰ ਕਹਿੰਦਾ ਆਹ ਨਹੀਂ ਬੰਦਾ ਬਣਦਾ ਬਈ, ਇਹਦਾ ਕੋਈ ਇਲਾਜ ਨਹੀਂਗਾ, ਹੈ ਇਹਦਾ ਕੋਈ ਵੀ ਇਲਾਜ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਤਾਂ ਪਰਮੇਸ਼ਰ ਨੇ ਕੀ ਆਖਿਆ? ਕਹਿੰਦਾ ਹੁਣ ਦੇਖੋ, ਇਹ ਸ਼ਰੀਰਾਂ ਵਾਲਿਆਂ ਦੀ ਤੇ ਆਤਮਾਵਾਂ ਇਸ ਸੰਸਾਰ ਦੇ ਉੱਤੇ, ਇਸ ਧਰਤੀ ਦੇ ਉੱਤੇ ਗੈਰ ਕਾਨੂੰਨੀ ਹੈ। ਕੀ ਹੈਗਾ? ਗੈਰ ਕਾਨੂੰਨੀ। ਤੁਸੀਂ ਅਮਰੀਕਾ 'ਚ ਬਿਨਾਂ ਪਾਸਪੋਰਟ ਵੀਜ਼ਾ ਤੋਂ ਜਾ ਸਕਦੇ ਹੋ? ਨਹੀਂ ਜਾ ਸਕਦੇ। ਅਮਰੀਕਾ ਵਾਲੇ ਇੱਥੇ ਵੀ ਨਹੀਂ ਆ ਸਕਦੇਗੇ, ਕਿਉਂਕਿ ਉਹ ਗੈਰ ਕਾਨੂੰਨੀ ਹੋ ਜਾਣਗੇ ਇੱਥੇ। ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਤੁਹਾਨੂੰ ਪਤਾ ਹੋਊਗਾ ਇਸ ਗੱਲ ਦਾ ਕਿ ਕਾਨੂੰਨੀ ਅਧਿਕਾਰ ਕੀ ਹੁੰਦਾ ਹੈ। ਕਿਹਨੂੰ ਕਿਹਨੂੰ ਪਤਾ ਕਾਨੂੰਨੀ ਅਧਿਕਾਰ ਕੀ ਹੁੰਦਾ ਹੈ? ਤੁਹਾਡੇ ਘਰ ਤੇ ਕੀ ਹੈ? ਤੁਹਾਡਾ। ਇਹਦਾ ਮਤਲਬ ਕੀ ਹੈ ਕਿ ਇਹ ਜਿਹੜਾ ਧਰਤੀ ਹੈ ਨਾ, ਇਹ ਸਰੀਰ ਵਾਲਿਆਂ ਦੀ ਹੈ। ਜਿਹੜੇ ਸਰੀਰ ਨਾਲ ਬਣੇ, ਲਹੂ ਤੇ ਮਾਸ ਨਾਲ ਬਣਿਆ, ਉਹਨਾਂ ਦੀ ਹੈ ਇਹ ਧਰਤੀ। ਇਹਦੇ ਉੱਤੇ ਆਤਮਾਵਾਂ ਦਾ ਕੋਈ ਵੀ ਰਾਜ ਨਹੀਂ ਹੈ, ਕੋਈ ਵੀ ਰਾਜ ਨਹੀਂ। ਆਤਮਾਵਾਂ ਇੱਥੇ ਆ ਕੇ ਧੱਕਾ ਨਹੀਂ ਕਰ ਸਕਦੀਆਂ ਆਪਣੇ ਨਾਲ। ਇਸ ਗੱਲ ਦਾ ਧਿਆਨ ਰੱਖੋ। ਪਰਮੇਸ਼ਰ ਖੁਦ ਕੀ ਹੈ? ਇੱਕ ਆਤਮਾ। ਇਹਦਾ ਮਤਲਬ ਪਰਮੇਸ਼ਰ ਵੀ ਇੱਥੇ ਇੰਟਰਫੇਅਰ ਨਹੀਂ ਕਰ ਸਕਦਾ। ਕਰਦਾ ਨਹੀਂ, ਕਰ ਸਕਦਾ ਹੈ ਪਰ ਕਰਦਾ ਨਹੀਂ। ਉਹਦਾ ਕਾਰਨ ਪਤਾ ਕੀ ਹੈ? ਕਿਉਂਕਿ ਉਹ ਚੰਗਾ ਪਰਮੇਸ਼ਰ, ਉਹ ਕਹਿ ਕੇ ਨਾ ਬਦਲਦਾ ਨਹੀਂ, ਦੋਗਲਾ ਨਹੀਂ ਆਉ। ਹਾਲੇਲੂਇਆ, ਹਾਲੇਲੂਇਆ। ਹੁਣ ਹਵਾ ਨਾ ਇੱਕ ਫਲ ਖਾਈ ਜਾਂਦੀ ਸੀ, ਉਹ ਕੇਲਾ ਖਾਂਦੀ ਸੀ, ਸੇਬ ਖਾਂਦੀ ਸੀ। ਉਹਨਾਂ ਗੱਲਾਂ 'ਚ ਨਾ ਉਲਝੋ ਤੁਸੀਂ। ਮੈਨੂੰ ਬੜਾ ਅਜੀਬ ਲੱਗਦਾ ਜਦੋਂ ਆ ਕੇ ਪੁੱਛਦਾ ਜੀ ਪਾਸਟਰ ਜੀ ਹਵਾ ਨੇ ਕਿਹੜਾ ਫਲ ਖਾਦਾ ਸੀਗਾ? ਤੇ ਮੈਂ ਕਿਹਾ ਪੇੜ ਦੇ ਮਗਰ ਦੀ ਹੌਲੀ ਤੇ ਨੇ ਫੜਾਇਆ ਸੀਗਾ ਵੀ ਆਹ ਖਾ ਲੈ। ਹਾਲੇਲੂਇਆ, ਹਾਲੇਲੂਇਆ। ਮਤਲਬ ਹੁਕਮ ਟੁੱਟ ਗਿਆ। ਇਸ ਗੱਲ ਤੇ ਆਪਾਂ ਫੋਕਸ ਰਹਿਣਾ ਵੀ ਹੁਕਮ ਟੁੱਟ ਗਿਆ। ਹਾਲੇਲੂਇਆ, ਹਾਲੇਲੂਇਆ। ਹੁਣ ਮੇਰੀ ਗੱਲ ਸੁਣੋ, ਪਰਮੇਸ਼ਰ ਕਿੰਨਾ ਚੰਗਾ ਹੈ, ਕਿੰਨਾ ਭਲਾ ਹੈ, ਇਸ ਗੱਲ ਨੂੰ ਆਪਾਂ ਸਮਝਾਂਗੇ। ਕਿਵੇਂ ਸਮਝਾਂਗੇ? ਆਪਾਂ ਵਚਨ ਦੇ ਵਿੱਚੋਂ ਸਮਝਾਂਗੇ ਇਸ ਨੂੰ। ਹੁਣ ਮੇਰੀ ਗੱਲ ਸੁਣੋ, ਤੁਸੀਂ ਇਹ ਦੱਸੋ ਵੀ ਤੁਹਾਡੇ ਬੁਰੇ ਤੇ ਚੰਗੇ ਤੇ ਭਲੇ ਸਾਰੇ ਕੰਮਾਂ ਨੂੰ ਪਰਮੇਸ਼ਰ ਦੇਖਦਾ? ਬਾਈਬਲ ਇਹ ਦੱਸਦੀ ਹੈ ਸਾਨੂੰ, ਕਹਿੰਦਾ ਤੁਸੀਂ ਜਿਹੜੇ ਪਤਾਲ ਗਹਿਰੀਆਂ ਗਹਿਰੇ ਹਨੇਰਿਆਂ 'ਚ ਜਾ ਕੇ ਜਿਹੜੇ ਪਾਪ ਕੀਤੇ ਆ, ਕੰਮ ਕੀਤੇ, ਉਹਨਾਂ ਨੂੰ ਵੀ ਉਹ ਦੇਖਦਾ ਤੇ ਜਾਣਦਾ ਤੇ ਨਿਆਂ ਕਰੂਗਾ। ਇਹਦਾ ਮਤਲਬ ਜਦੋਂ ਹਵਾ ਫਲ ਖਾਈ ਜਾਂਦੀ ਸੀ ਕਿ ਪਰਮੇਸ਼ਰ ਦੇਖ ਨਹੀਂ ਰਿਹਾ ਸੀ ਉਹਨੂੰ? ਦੇਖ ਰਿਹਾ ਸੀ। ਕਿੰਨੇ ਲੋਕ ਮੰਨਦੇ ਵੀ ਪਰਮੇਸ਼ਰ ਦੇਖ ਰਿਹਾ ਸੀਗਾ। ਹੁਣ ਫਲ ਉਹਨੇ ਖਾਈ ਜਾਂਦੀ ਹੈ। ਆਦਮ ਉਹਦੇ ਨਾਲ ਸੱਪ ਨਾਲ ਗੱਲਾਂ ਵੀ ਮਾਰੀ ਜਾਂਦੀ ਹੈ ਵਧੀਆਂ, ਉਹਦੀਆਂ ਗੱਲਾਂ 'ਚ ਮਿੱਠੀਆਂ ਮਿੱਠੀਆਂ 'ਚ ਆਈ ਵੀ ਖੜੀ ਹੈ। ਕੀ ਪਰਮੇਸ਼ਰ ਨਹੀਂ ਦੇਖ ਰਿਹਾ ਸੀ ਉਸ ਗੱਲ ਨੂੰ? ਹੈ
ਇੱਕ ਪਤਲੀ ਜੀ ਬੁੜੀ ਨੂੰ ਨਹੀਂ ਸਾਂਭ ਸਕਿਆ ਪਰਮੇਸ਼ਰ ਆ ਕੇ ਆਂਦਾ ਵੀ ਤੂੰ ਆ ਕਰੀ ਕੀ ਜਾਂਦੀ ਐ, ਗੱਲਾਂ ਮਾਰੀ ਜਾਂਦੀ ਐ। ਹਾਲੇਲੂਇਆ, 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 ਹਾਲੇਲੂਇਆ। ਕਿ ਉਹ ਆ ਨਹੀਂ ਸਕਦਾ ਸੀ, ਇੰਟਰਫੇਅਰ ਨਹੀਂ ਕਰ ਸਕਦਾ ਸੀ ਆ ਕੇ ਵੀ ਆ ਕਹਿੰਦਾ ਵੀ ਫੜਨਾ ਖਾ ਲਈ, ਮੈਂ ਤੈਨੂੰ ਕੀ ਆਖਾਂ ਜੀ, ਮਰ ਜਾਏਂਗੀ ਤੂੰ। ਅੱਗੇ ਮਰੀਜ਼ ਹੀ ਹੈਗੀ ਐ, ਕੀ ਪਤਾ ਹੁਣ, ਪਤਾ ਨਹੀਂ ਪ੍ਰਭੂ ਦਾ ਧੰਨਵਾਦ ਕਿਹੋ ਜੀ ਬਣਾਈ ਸੀਗੀ, ਪਤਲੀ ਸੀ ਕਿ ਮੋਟੀ ਸੀ ਕਿ ਕਿਹੋ ਜੀ ਸੀਗੀ। ਹਾਲੇਲੂਇਆ, ਹਾਲੇਲੂਇਆ। ਤੈਨੂੰ ਮੈਂ ਕਿਹਾ ਸੀ ਵੀ ਤੂੰ ਮਰ ਜਾਏਂਗੀ। ਉਹ ਦੇਖਦਾ ਸੀਗਾ, ਲੇਕਿਨ ਦੇਖੋ ਕਿੰਨਾ ਕਿੰਨਾ ਧਰਮੀ ਪਰਮੇਸ਼ਰ ਹੈ ਉਹ, ਕਿੰਨਾ ਚੰਗੇ ਪਰਮੇਸ਼ਰ ਨੂੰ ਮੰਨਦੇ ਹੋ ਤੁਸੀਂ। ਅੱਜ ਪ੍ਰਭੂ ਦਾ ਨਾਮ ਲੈਂਦੇ ਸੰਗਦੇ ਹੋ ਆਪਦੇ ਰਿਸ਼ਤੇਦਾਰਾਂ ਕੋਲੇ, ਇੰਨੇ ਚੰਗੇ ਪਰਮੇਸ਼ਰ ਦਾ ਨਾਮ, ਇੰਨੇ ਭਲੇ ਪਰਮੇਸ਼ਰ ਦਾ ਨਾਮ। ਹਾਲੇਲੂਇਆ, ਹਾਲੇਲੂਇਆ। ਸੋ ਉਸਨੇ ਆ ਕੇ ਹਵਾ ਨੂੰ ਕਿਉਂ ਰੋਕਿਆ? ਹੁਣ ਮੈਨੂੰ ਤੁਸੀਂ ਜਵਾਬ ਦਿਓ ਵੀ ਹਵਾ ਨੂੰ ਕਿਉਂ ਨਹੀਂ ਰੋਕਿਆ? ਕਿਉਂ ਨਹੀਂ ਰੋਕਿਆ ਵੀ ਹਵਾ ਨੂੰ? ਉਹ ਕੀ ਔਖਾ ਸੀ ਰੋਕਣਾ ਉਸਨੂੰ? ਕਿਉਂਕਿ ਉਹ ਆਪਦੇ ਬਣਾਏ ਹੋਏ ਨਿਯਮਾਂ ਨੂੰ ਨਹੀਂ ਤੋੜਦਾ, ਉਹ ਆਪਦੇ ਵਚਨ ਜਿਹੜੇ ਕਹਿ ਤੇ ਉਹਨਾਂ ਤੋਂ ਮੁੱਕਰਦਾ ਨਹੀਂ। ਉਹਨੇ ਆਖਿਆ ਤੂੰ ਇਸ ਧਰਤੀ ਦੇ ਉੱਤੇ ਕੀ ਕਰ, ਅਧਿਕਾਰ ਰੱਖ। ਹੁਣ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਇੱਥੇ, ਇਹਦੀ ਜ਼ਿੰਮੇਵਾਰੀ ਤੇਰੀ ਹੈ। ਅੱਜ ਕੋਈ ਵੀ ਆਪਾਂ ਨੁਕਸਾਨ, ਦੁੱਖ 'ਚ, ਕਸ਼ਟ 'ਚ, ਬਿਮਾਰੀ 'ਚ ਆਉਂਦੇ ਆ, ਤੇਰੀ ਜ਼ਿੰਮੇਵਾਰੀ ਪਰਮੇਸ਼ਵਰ ਦੀ ਹੈ। ਬਾਈਬਲ ਕੀ ਕਹਿੰਦੀ ਹੈ ਸਾਨੂੰ? ਕਹਿੰਦਾ ਬੰਦਾ ਆਪਦੀਆਂ ਹੀ ਅਭਿਲਾਸ਼ਾਵਾਂ ਦੇ ਵਿੱਚ ਫਸ ਕੇ ਪ੍ਰੀਖਿਆ ਦੇ ਵਿੱਚ ਪੈਂਦਾ ਹੈ, ਪਰਮੇਸ਼ਰ ਬੁਰੀਆਂ ਗੱਲਾਂ ਤੋਂ ਕਿਸੇ ਨੂੰ ਪਰਤਿਆਉਂਦਾ ਨਹੀਂ। ਹੋ ਗਈ ਨਾ ਸਿੱਧ ਗੱਲ ਇਹ? ਹਾਲੇਲੂਇਆ, ਹਾਲੇਲੂਇਆ। ਫਲ ਖਾਂਦੇ ਨਹੀਂ ਰੋਕਿਆ ਉਸਨੇ। ਹਾਲੇਲੂਇਆ, ਹਾਲੇਲੂਇਆ। ਚਲੋ ਇਹ ਤਾਂ ਥੋੜੀ ਗਾਂ ਦੀ ਪ੍ਰੋਸੈਸ ਹੋ ਗਈ। ਉਸ ਤੋਂ ਪਹਿਲਾਂ ਸੱਪ ਨੂੰ ਵੀ ਤਾਂ ਭਰਮਾਇਆ ਸੀ ਸ਼ੈਤਾਨ ਨੇ। ਆ ਕੇ ਆਖਿਆ, ਦੇਖੋ ਕੀ ਆਂਦਾ ਸ਼ੈਤਾਨ ਆ ਕੇ, ਕਹਿੰਦਾ ਬਈ ਕੀ ਗੱਲ ਹੋਈ ਹੋਣੀ, ਮੈਂ ਦੱਸਦਾ ਤੁਹਾਨੂੰ ਅੱਜ ਚੰਗੀ ਤਰ੍ਹਾਂ ਵੀ ਸੱਪ ਦੇ ਵਿਚਾਲੇ ਤੇ ਸ਼ੈਤਾਨ ਦੇ ਵਿਚਾਲੇ ਕੀ ਗੱਲ ਹੋਈ ਸੀ। ਸੱਪ ਦੀ ਕੀ ਲੋੜ ਪੈ ਗਈ ਬਈ ਉਸਨੂੰ? ਹੈ ਕੀ ਹੈ? ਸ਼ੈਤਾਨ। ਹਾਲੇਲੂਇਆ, ਹਾਲੇਲੂਇਆ। ਤਾੜੀਆਂ ਵਜਾਓ ਜ਼ੋਰ ਨਾਲ। ਸ਼ੈਤਾਨ ਕੀ ਹੈਗਾ? ਇੱਕ ਆਤਮਾ। ਸ਼ੈਤਾਨ ਵੀ ਗੈਰ ਕਾਨੂੰਨੀ ਹੈ, ਉਹਨੂੰ ਵੀ ਕੰਮ ਕਰਨ ਵਾਸਤੇ ਕੀ ਚਾਹੀਦਾ ਸੀ? ਇੱਕ ਸਰੀਰ। ਤੇ ਸਾਇੰਸ ਸਾਨੂੰ ਇਹ ਦੱਸਦੀ ਹੈ, ਵਿਗਿਆਨ ਸਾਨੂੰ ਇਹ ਦੱਸਦੀ ਹੈ ਕਿ ਜਿਹੜਾ ਸੱਪ ਹੈਗਾ 100% ਮਿੱਟੀ ਹੈ। ਕਿੰਨੀ? 100% ਕੀ ਹੈਗਾ? ਮਿੱਟੀ ਹੈ, ਮਿੱਟੀ ਨਾਲ ਬਣਿਆ ਹੋਇਆ। ਹਾਲੇਲੂਇਆ, ਹਾਲੇਲੂਇਆ। ਮਿੱਟੀ ਨਾਲ ਵੇਖੋ, ਹੁਣ 100% ਮਿੱਟੀ ਆ ਸੋਲ ਦੇ ਵਿੱਚੋਂ। ਤੇ ਉਹਦੇ ਵਿੱਚ ਸ਼ੈਤਾਨ ਆਇਆ। ਹੁਣ ਵੇਖੋ ਗੱਲ ਕੀਤੀ ਉਸਨੇ ਸੱਪ ਨਾਲ ਆ ਕੇ ਵੀ ਮੈਨੂੰ ਥੋੜੀ ਦੇਰ ਵਾਸਤੇ ਤੇਰਾ ਸਰੀਰ ਚਾਹੀਦਾ ਬਾਈ। ਹਾਲੇਲੂਇਆ, ਹਾਲੇਲੂਇਆ। ਇਹ ਹੋਇਆ ਉਸ ਟਾਈਮ, ਇਹ ਹੋਇਆ। ਮੈਂ ਤੁਹਾਨੂੰ ਦੱਸਦਾ, ਜ਼ਬਰਦਸਤੀ ਕਿਸੇ ਨਾਲ ਕੁਝ ਨਹੀਂ ਹੋਇਆ ਕਦੇ ਵੀ। ਸ਼ੈਤਾਨ ਆਇਆ ਜ਼ਬਰਦਸਤੀ। ਸ਼ੈਤਾਨ ਮਜਾਲ ਨਹੀਂ ਤੁਹਾਡੇ ਨਾਲ ਜ਼ਬਰਦਸਤੀ ਕਰ ਜੇ। ਹਾਲੇਲੂਇਆ, ਹਾਲੇਲੂਇਆ। ਸੱਪ ਨੂੰ ਪਰਮਾਇਆ, ਉਹਦੇ ਵਿੱਚ ਸਮਾ ਗਿਆ, ਆ ਗਿਆ। ਤੇ ਕੀ ਹੋ ਗਿਆ? ਕਾਨੂੰਨੀ ਹੋ ਗਿਆ। ਧਰਤੀ ਦੇ ਉੱਤੇ ਕੀ ਹੋ ਗਿਆ? ਗੈਰ ਕਾਨੂੰਨੀ ਤੋਂ ਕੀ ਹੋ ਗਿਆ? ਕਾਨੂੰਨੀ। ਇੰਨਾ ਆਤਮਾ ਖੜਾ ਆ ਕੇ ਸੱਪ ਨੂੰ ਭਰਮਾਈ ਜਾਂਦਾ। ਸੱਪ ਕਹਿੰਦਾ ਚੱਲ ਆਇਆ, ਵੜ ਜਾ ਮੇਰੇ ਵਿੱਚ, ਵੜ ਜਾ। ਆ ਗਿਆ, ਵੜ ਗਿਆ, ਵਿੱਚ ਵੜ ਗਿਆ। ਤੇ ਇਹਦਾ ਮਤਲਬ ਹੁਣ ਸਰੀਰ ਵਾਲਾ ਹੋ ਗਿਆ ਸ਼ੈਤਾਨ। ਤੇ ਗਿਆ ਕਿਹਦੇ ਕੋਲੇ? ਸਰੀਰ ਵਾਲੀ ਕੋਲੇ। ਹਾਲੇਲੂਇਆ। ਤੇ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ। ਫਿਰ ਜਾ ਕੇ ਕੀ ਆਂਦਾ? ਕਹਿੰਦਾ ਵੇਖ ਲੈ ਬਾਈ, ਪਰਮੇਸ਼ਰ ਨੇ ਕਿਦੋਂ ਕਿਹਾ? ਪਰਮਾਇਆ ਉਸਨੇ, ਖਵਾਤਾ। ਹਾਲੇਲੂਇਆ। ਹੁਣ ਆਦਮ ਉਸ ਤੋਂ ਵੀ ਹੁਸ਼ਿਆਰ ਸੀ। ਮੇਰੀ ਗੱਲ ਸੁਣੋ, ਪਾਪ ਕਰਨ ਤੋਂ ਬਾਅਦ ਝਾੜੀ ਪਿੱਛੇ ਲੁਕ ਗਿਆ। ਕਿਹਦੇ ਪਿੱਛੇ? ਝਾੜੀ ਪਿੱਛੇ। ਕਾਹਦੇ ਪਿੱਛੇ? ਝਾੜੀ ਪਿੱਛੇ। ਲੈ ਦੱਸ, ਹੈ ਪਰਮੇਸ਼ਰ ਜੀ ਨੇ ਸਾਰਾ ਕੁਝ ਬਣਾਇਆ, ਜਿਹਨੂੰ ਆਰ ਪਾਰ ਦਿੰਦਾ ਹੈ, ਸਰਵ ਗਿਆਨੀ, ਸਰਵ ਵਿਆਪੀ, ਜਿਹਦੀਆਂ ਅੱਖਾਂ ਐਕਸਰੇ ਕਿਰਨਾਂ ਨਾਲੋਂ ਤੇਜ਼ ਹੈ, ਤੈਨੂੰ ਝਾੜੀ ਦੇ ਮਗਰ ਨਹੀਂ ਵੇਖ ਸਕਦਾ। ਲੁਕਿਆ ਹੋਰ ਬੈਠਾ ਜੀ, ਕਹਿੰਦਾ ਮੈਂ ਤਾਂ ਛੁਪ ਗਿਆ। ਕਹਿੰਦਾ ਹੋਰ ਉਤੋਂ ਕਹਿੰਦਾ ਮੈਂ ਛੁਪ ਗਿਆ, ਲੁਕ ਗਿਆ। ਕੀ ਤੂੰ ਲੁਕਦਾ ਕਿਤੇ? ਪਰ ਵੀ ਪਰਮੇਸ਼ਰ ਕਿੰਨਾ ਭਲਾ ਹੈ, ਉਸਨੇ ਇਹ ਨਹੀਂ ਕਿਹਾ ਵੀ ਰਾਜੇ ਮੈਨੂੰ ਝਾੜੀਆਂ ਵੇਚਦੀ ਵੀ ਵੇਖਦਾ ਹੈ, ਚਿੰਤਾ ਨਾ ਕਰ। ਹਾਲੇਲੂਇਆ, ਹਾਲੇਲੂਇਆ। ਅੱਜ ਤੁਹਾਨੂੰ ਕੋਈ ਗੱਲ ਪਤਾ ਹੋਵੇ ਨਾ, ਅੱਜ ਤੁਹਾਨੂੰ ਕੋਈ ਗੱਲ ਪਤਾ ਹੋਵੇ, ਹਾਲੇਲੂਇਆ, ਹਾਲੇਲੂਇਆ, ਤੇ ਉਹੀ ਗੱਲ ਤੁਹਾਨੂੰ ਆ ਕੇ ਕੋਈ ਸਿਖਾਉਣ ਦੀ ਕੋਸ਼ਿਸ਼ ਕਰੇ, ਤੁਸੀਂ ਕਹੇ ਪਤਾ ਯਾਰ ਮੈਨੂੰ ਕੀ ਦੱਸਦਾ ਯਾਰ, ਸੱਚੀ ਸੱਚੀ ਦੱਸਿਓ, ਹੁੰਦਾ ਨਾ ਐਵੇਂ। ਤਾਂ ਪਰਮੇਸ਼ਵਰ ਨੇ ਨਾ ਸੱਪ ਨੂੰ ਰੋਕਿਆ, ਨਾ ਹਵਾ ਨੂੰ ਰੋਕਿਆ। ਉਸ ਕਨਵਰਸੇਸ਼ਨ ਨੂੰ ਸੁਣ ਰਿਹਾ ਸੀ ਉਹ ਚੰਗੀ ਤਰ੍ਹਾਂ, ਉਹ ਜਾਣਦਾ ਸੀਗਾ, ਉਹ ਦੇਖ ਰਿਹਾ ਸੀ ਚੰਗੀ ਤਰ੍ਹਾਂ, ਪਰ ਉਹਨੇ ਆ ਕੇ ਰੋਕਿਆ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਬੜੇ ਧੋਖੇ ਦੇ ਵਿੱਚ ਆ ਲੋਕ ਅੱਜ, ਜਿਹੜੇ ਕਹਿੰਦੇ ਵੀ ਆਪੇ ਪਰਮੇਸ਼ਰ ਕਰ ਦੂ। ਕਿਉਂ? ਪਰਮੇਸ਼ਰ ਕੁਝ ਨਹੀਂ ਕਰਦਾ ਬਈ, ਆਪਦੇ ਆਪ ਤੁਹਾਨੂੰ ਦੇਖਣਾ ਪੈਣਾ ਹੈ। ਤਾਂ ਹੀ ਤਾਂ ਬਾਈਬਲ 'ਚ ਲਿਖਿਆ, ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਮ 'ਚ ਬੈਠ ਕੇ, ਕਿੱਥੇ ਬੈਠ ਕੇ? ਧਰਤੀ ਤੇ ਕਿ ਸਵਰਗ 'ਚ? ਧਰਤੀ ਦੇ ਵਿੱਚ ਬੈਠ ਕੇ ਕਿਸੇ ਵਿਸ਼ੇ ਤੇ ਪ੍ਰਾਰਥਨਾ ਕਰਨਗੇ ਤੇ ਮੇਰਾ ਪਿਤਾ ਜਿਹੜਾ ਕਿੱਥੇ ਹੈ? ਉਹਨਾਂ ਦਾ ਉੱਤਰ। ਇਹਦਾ ਮਤਲਬ ਇਕੱਠੇ ਕਿੱਥੇ ਹੋਣਾ ਪਹਿਲਾਂ? ਹਾਲੇਲੂਇਆ, ਹਾਲੇਲੂਇਆ। ਤੁਸੀਂ ਆਕਾਸ਼ ਤੇ ਜ਼ਿਆਦਾ ਦੇਰ ਇਕੱਠੇ ਨਹੀਂ ਹੋ ਸਕਦੇ। ਮੇਰੀ ਗੱਲ ਸੁਣ ਲਓ, ਤੁਸੀਂ ਜਹਾਜ਼ ਲੈ ਕੇ ਜਾ ਵੜੋ, ਤੁਹਾਡਾ ਆਕਸੀਜਨ ਲੈਵਲ ਘੱਟ ਹੋ ਜਾਊਗਾ, ਦਮ ਘੁੱਟਣ ਲੱਗ ਜੂ, ਫਿਨਿਸ਼ ਹੋ ਜਾਓਗੇ। ਇਹ ਧਰਤੀ ਦਾ ਐਟਮੋਸਫੇਅਰ, ਇਹ ਵਾਤਾਵਰਣ ਤੁਹਾਨੂੰ
ਸੂਟ ਕਰਦਾ ਹੈ। ਦੂਸਰਾ ਸਵਰਗ ਹੈ। ਹਾਲੇਲੂਇਆ। ਹਾਲੇਲੂਇਆ। ਇੱਥੇ ਤੁਸੀਂ ਕਿਸੇ ਸਜ਼ਾ ਤੇ ਨਹੀਂ ਆਏਗੇ। ਉਹ ਮੇਰੀ ਗੱਲ ਸੁਣੋ, ਆਦਮ ਨੂੰ ਪਰਮੇਸ਼ਰ ਨੇ ਬਣਾਇਆ ਸੀ, ਮੇਰੀ ਗੱਲ ਸੁਣੋ, ਕੋਈ ਸਜ਼ਾ ਦੇਣ ਵਾਸਤੇ ਬਣਾਇਆ ਸੀਗਾ? ਨਹੀਂ ਹੈ। ਅੱਡੇ ਅੱਡੇ ਆਦਮ ਨੂੰ ਬਣਾਉਣ ਤੋਂ ਪਹਿਲਾਂ ਤਿਆਰੀ ਦੇਖੋ ਕਿੱਡੀ ਸੋਹਣੀ ਕੀਤੀ ਪਰਮੇਸ਼ਰ ਨੇ ਧਰਤੀ ਦੀ, ਕਿੱਡਾ ਸਜਾਇਆ। ਮੇਰੀ ਗੱਲ ਸੁਣੋ, ਵਿਆਹ ਹੁੰਦਾ ਤੁਸੀਂ ਕਿੰਨਾ ਸਜਾਉਂਦੇ ਹੋ ਘਰ ਨੂੰ? ਦੱਸੋਗਾ ਮੈਨੂੰ, ਸਜਾਉਂਦੇ ਹੋ ਕਿ ਨਹੀਂ? ਅਰੇ ਵਾਹ, ਕਿਆ ਫੁੱਲਝੜੀਆਂ ਤੇ ਲੜੀਆਂ ਲਾਉਣੇ ਆ ਤੁਸੀਂ ਆ ਮਾਰ ਕੇ। ਕਈਆਂ ਦੇ ਤਾਂ ਨਾ ਬਨੇਰਿਆਂ ਤੋਂ ਦੇ ਤਾਰੇ ਜੇ ਭਜਦੇ ਐ, ਕਿਤੇ ਇੱਧਰ ਆ ਜਾਂਦਾ, ਕਿ ਇੱਧਰ ਆ ਜਾਂਦਾ ਐ, ਉਹ ਸੱਪ ਜੇ ਵੀ ਜਾਂਦੇ ਹੁੰਦੇ ਆ ਨਾ, ਟੇਡੇ ਮੇਡੇ ਜੇ। ਤੇ ਫਿਰ ਕਦੀ ਚੁੰਨੀਆਂ ਵਾਲੀ ਡੈਕੋਰੇਸ਼ਨ ਕੱਢ ਕੇ ਲਾਈਟਿੰਗ ਲਾਉਂਦੇ, ਕਿੱਡਾ ਸੋਹਣਾ। ਪਰਮੇਸ਼ਰ ਨੇ 6 ਦਿਨ ਲਾਤੇ ਵੇਲੋ ਸਜਾਉਣ ਤੇ, ਹੈ। ਫੇਰ ਬਣਾਇਆ ਸੀਗਾ ਆਦਮ ਨੂੰ ਤੇ ਉਹਦੇ ਵਿੱਚ ਰੱਖਿਆ, ਤੁਹਾਨੂੰ ਬਣਾਇਆ ਸੀਗਾ ਉਦੋਂ। ਹਾਲੇਲੂਇਆ। ਹਾਲੇਲੂਇਆ। ਆਪਾਂ ਆਦਮ ਦੇ ਢਿੱਡ 'ਚ ਹੀ ਸੀ ਨਾ। ਕੋਈ ਸਜ਼ਾ, ਇਹ ਕੋਈ ਪਨਿਸ਼ਮੈਂਟ ਵਾਲਾ ਕੋਈ ਪ੍ਰਿਜ਼ਨ, ਕਾਲੇ ਪਾਣੀਆਂ ਦੀ ਜੇਲ੍ਹ ਥੋੜੀ ਬਣਾਈ ਸੀ ਧਰਤੀ। ਮਤਲਬ ਇੱਥੇ ਆਪਾਂ ਨੂੰ ਰੱਖਿਆ ਸੀ ਕਾਦੇ ਵਾਸਤੇ? ਕਾਦੇ ਵਾਸਤੇ ਮੈਨੂੰ ਦੱਸੋ ਤੁਸੀਂ? ਰਾਜ ਕਰੇ। ਹਾਲੇਲੂਇਆ। ਹਾਲੇਲੂਇਆ। ਪਹਿਲੇ ਸਦੀ ਦੀ ਕਲੀਸਿਆ ਨਾ ਜਿਹੜੀ ਸੀਗੀ, ਉਹ ਸਹਿਮਤ ਹੁੰਦੀ ਸੀ ਇੱਕ ਦੂਸਰੇ ਦੇ ਨਾਲ। ਜਦੋਂ ਪਵਿੱਤਰ ਆਤਮਾ ਵੀ ਉਤਰਿਆ, ਜੰਨੇ ਭਾਸ਼ਾ ਦੇ ਵਰਦਾਨ ਕਿਉਂ ਨਹੀਂ ਉਤਰਦੇ ਗਏ? ਅੱਜ ਪਵਿੱਤਰ ਆਤਮਾ ਕਿਉਂ ਨਹੀਂ ਉਤਰਦਾਗਾ? ਕਿਉਂਕਿ ਇੱਕ ਮਨ ਨਹੀਂ ਹੁੰਦਾ। ਸਟੇਜ ਤੋਂ ਚਿল্ਲਾਇਆ ਜਾਂਦਾ ਹੈ, ਤੁਸੀਂ ਇੱਕ ਮਨ ਹੋ ਜਾਓ, ਤੁਸੀਂ ਦਿਲ ਤੋਂ ਖੋਲ ਕੇ ਪ੍ਰਾਰਥਨਾ ਕਰੋ, ਤੁਸੀਂ ਇਕੱਲਾ ਸਰੀਰ ਨਾ ਹਿਲਾਓ, ਸਿਰਫ ਆਤਮਾ ਨੂੰ ਵੀ ਵਿੱਚੋਂ ਜਗਾਓ, ਉਸ ਨੂੰ ਛੱਡ ਦਿਓ ਸੰਗ, ਇਹ ਕਰ ਦਿਓ, ਉਹ ਕਰ ਦਿਓ। ਕਾਰਨ ਪਤਾ ਕੀ ਹੈ? ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਸਟੇਜ ਤੋਂ? ਇੱਕ ਮਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਪਹਿਲੀ ਸਦੀ ਦੀ ਕਲੀਸਿਆ ਜਿਹੜੀ ਦੂਸਰੇ ਪ੍ਰੇਰਿਤਾਂ ਦੇ ਕੰਮ ਦੇ ਵਿੱਚ ਦੇਖ ਲਓ, ਪ੍ਰਾਰਥਨਾ ਕਰ ਰਹੀ ਸੀਗੀ ਤਾਂ ਕੀ ਕਰ ਰਹੀ ਸੀ? ਮੈਨੂੰ ਦੱਸੋ ਕੀ ਸੀਗੇ ਉਹ? ਕਿੰਨੇ ਮਨ ਸੀਗੇ? ਇੱਕ ਮਨ। ਤੇ ਕਹਿੰਦਾ ਅੱਗ ਦੀਆਂ ਲਪਟਾਂ ਵਾਂਗੂ ਪਵਿੱਤਰ ਆਤਮਾ ਉਸ ਜਗ੍ਹਾ ਤੇ ਉਤਰਿਆ ਤੇ ਲੋਕ ਅੰਨ੍ਹੇ ਭਾਸ਼ਾ ਦੇ ਵਿੱਚ ਗੱਲਾਂ ਕਰਨ ਲੱਗ ਗਏ। ਹਾਲੇਲੂਇਆ। 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 ਤਾਂ ਆ ਜਿਹੜਾ ਸੰਸਾਰ ਹੈ ਨਾ, ਆ ਜਿਹੜਾ ਸੰਸਾਰ ਹੈਗਾ, ਮੇਰੀ ਗੱਲ ਸੁਣੋ, ਇਹ ਸਰੀਰ ਵਾਲੇ ਲੋਕਾਂ ਵਾਸਤੇ ਹੈ ਧਰਤੀ। ਇੱਥੇ ਪਰਮੇਸ਼ਰ ਵੀ ਦੇਖੋ ਇੰਟਰਫੇਅਰ ਨਹੀਂ ਕਰਦਾ, ਸ਼ੈਤਾਨ ਵੀ ਇੰਟਰਫੇਅਰ ਨਹੀਂ ਕਰਦਾ। ਤਾਂ ਦੇਖੋ ਇੱਥੋਂ ਤੱਕ ਕਿ ਜਦੋਂ ਆਪਾਂ ਮਰ ਜਾਂਦੇ ਆ ਨਾ, ਆਪਾਂ ਆਪ ਹੀ ਇਲੀਗਲ ਹੋ ਜਾਂਦੇ ਆ ਧਰਤੀ ਤੇ। ਹਾਲੇਲੂਇਆ। ਹਾਲੇਲੂਇਆ। ਜਦੋਂ ਆਪਾਂ ਮਰ ਜਾਂਦੇ ਆ ਤਾਂ ਆਪਾਂ ਆਪ ਹੀ ਗੈਰ ਕਾਨੂੰਨੀ ਹੋ ਜਾਂਦੇ ਧਰਤੀ ਤੇ। ਉਸੇ ਵੇਲੇ ਛੱਡਣੀ ਪੈਂਦੀ ਆਪਣੀ ਆਤਮਾ ਨੂੰ ਧਰਤੀ, ਉਸੇ ਵੇਲੇ ਛੱਡਣੀ ਪੈਂਦੀ ਹੈ। ਤੇ ਜਿਹੜੀ ਆ ਮਿੱਟੀ ਹੁੰਦੀ ਹੈ, ਇਹ ਭਾਵੇਂ ਕਾਲੀ ਚਮੜੀ ਨਾਲ ਬਣੀ ਹੋਵੇ, ਇਹ ਗੋਰੀ ਨਾਲ ਬਣੀ ਹੋਵੇ, ਪੀਲੀ ਨਾਲ, ਨੀਲੀ ਨਾਲ, ਉਹਨੂੰ ਚੱਕ ਕੇ ਸਿੱਧਾ ਜਿਵੇਂ ਕਚਰੇ ਵਾਲਾ ਢੇਰ ਮਾਰਦੇ ਆ ਨਾ, ਉਵੇਂ ਦੱਬ ਦਿੰਦੇ ਲਿਜਾ ਕੇ। ਹਾਲੇਲੂਇਆ। ਹਾਲੇਲੂਇਆ। ਇੰਨੇ ਨਿਯਮ ਤਕੜੇ ਆ ਧਰਤੀ ਦੇ। ਮੇਰੀ ਗੱਲ ਸੁਣੋ, ਆਪਣੀ ਹੈ। ਹਾਲੇਲੂਇਆ। ਹਾਲੇਲੂਇਆ। ਕਿਹਦੀ ਹੈ? ਆਪਣੀ ਹੈ। ਆਪਣੀ ਹੈ। ਹਾਲੇਲੂਇਆ। 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 ਤੁਹਾਡਾ ਜਿਹੜਾ ਸਰੀਰ ਹੈਗਾ ਨਾ, ਉਹ ਤੁਹਾਨੂੰ ਇਸ ਧਰਤੀ ਦੇ ਉੱਤੇ ਕੀ ਕਰਦਾ ਬਾਈ? ਲੀਗਲ ਕਰਦਾ ਹੈ, ਕਾਨੂੰਨੀ ਬਣਾਉਂਦਾ ਹੈ। ਇਹਦਾ ਮਤਲਬ ਜਦੋਂ ਡੈਥ ਹੋ ਜਾਂਦੀ ਹੈ ਬੰਦੇ ਦੀ, ਉਸੇ ਵੇਲੇ ਉਹ ਇਸ ਧਰਤੀ ਤੇ ਗੈਰ ਕਾਨੂੰਨੀ ਹੋ ਜਾਂਦਾ ਹੈ। ਉਹਦੇ ਸਰੀਰ ਨੂੰ ਫਿਰ ਲੋਕ ਕਹਿੰਦੇ ਛੇਤੀ ਚੱਕੋ, ਛੇਤੀ ਚੱਕੋ। ਕਹਿੰਦੇ ਇੱਕ ਨਹੀਂ, ਮੈਨੂੰ ਦੱਸੋ, ਕਈ ਕਹਿੰਦੇ ਪਿਆ ਮਹੀਨਾ ਹੋਰ ਹੈ? ਨਹੀਂ, ਨਹੀਂ ਕਹਿੰਦੇ, ਛੇਤੀ ਚੱਕੋ। ਕਿਉਂਕਿ ਕੀ ਹੋ ਜਾਂਦਾ ਹੈ, ਬੰਦਾ ਆਪ, ਤੁਹਾਡੇ ਵਿੱਚ ਆਤਮਾ ਨਹੀਂ, ਮੈਂ ਸ਼ੁਰੂ ਚ ਕਿਹਾ ਸੀਗਾ, ਤੁਸੀਂ ਇੱਕ ਖੁਦ ਇੱਕ ਆਤਮਾ ਹੋ। ਜਦੋਂ ਤੁਸੀਂ ਤੁਹਾਡੇ ਸਰੀਰ ਚੋਂ ਨਿਕਲ ਜਾਂਦੇ ਹੋ, ਬੋਲੋ ਖਾਂ, ਜਦੋਂ ਮੈਂ ਮੇਰੇ ਸਰੀਰ ਚੋਂ ਨਿਕਲ ਜਾਂਦਾ, ਉਦੋਂ ਇਸ ਧਰਤੀ ਤੇ ਗੈਰ ਕਾਨੂੰਨੀ ਹੋ ਜਾਂਦਾ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ, ਮੈਂ ਇੱਕ ਵਚਨ ਬੋਲਿਆ ਸੀ, ਹੁਣ ਧਿਆਨ ਨਾਲ ਸੁਣੋ। ਕੀ ਬੋਲਿਆ ਸੀਗਾ ਭਾਈ? ਆਪਣੇ ਸਾਰੇ ਜਣੇ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਮੈਂ ਆਖਿਆ ਸੀ, ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੋ ਕੇ ਇੱਕ ਮਨ ਹੋ ਕੇ ਪ੍ਰਾਰਥਨਾ ਕਰਨਗੇ, ਤੇ ਮੇਰਾ ਪਿਤਾ ਜਿਹੜਾ ਧਰਤੀ ਦੇ ਉੱਤੇ ਹੈ ਨਾ, ਮੇਰਾ ਪਿਤਾ ਜਿਹੜਾ ਸਵਰਗ ਦੇ ਵਿੱਚ ਹੈ, ਉਹ ਕੀ ਕਰੂਗਾ? ਉਹਨਾਂ ਦੀ ਸੁਣ ਕੇ ਉਹਨਾਂ ਨੂੰ ਕੀ ਦੇ ਦੂਗਾ? ਉੱਤਰ। ਇਹਦਾ ਮਤਲਬ ਧਰਤੀ ਦੇ ਉੱਤੇ ਕੁਝ ਡਿਫਰੈਂਸ ਕਰਨਾ ਨਾ, ਤੁਸੀਂ ਧਰਤੀ ਦੇ ਉੱਤੇ ਤੁਸੀਂ ਕੁਝ ਬਦਲਾਵ ਕਰਨਾ ਚਾਹੁੰਦੇ ਹੋ, ਇਹਦਾ ਮਤਲਬ ਤੁਹਾਨੂੰ ਕੀ ਹੋਣਾ ਪਊਗਾ? ਇੱਕ ਮਨ ਹੋਣਾ ਪਊਗਾ। ਤੇ ਇੱਥੋਂ ਪ੍ਰਾਰਥਨਾ ਕਰੋਗੇ ਤੇ ਉੱਥੇ ਐਵੇਂ ਤੇ ਨਹੀਂ ਕਿਹਾ, ਕਹਿੰਦਾ ਜਿਹੜਾ ਤੂੰ ਧਰਤੀ ਤੇ ਖੋਲੇਗਾ ਉਹ ਕਿੱਥੇ ਖੁੱਲ ਜੂਗਾ? ਹਾਲੇਲੂਇਆ। ਇਹ ਉਹਨੇ ਐਂ ਕਿਹਾ ਸੀਗਾ ਵੀ ਪ੍ਰਭੂ ਖੋਲੂਗਾ ਧਰਤੀ ਤੇ ਉੱਥੇ ਫਿਰ ਆਪੇ ਉੱਥੇ ਵੀ ਉਹ ਖੋਲੂ, ਉੱਥੇ ਵੀ ਅਗਲੋ ਇੱਥੋਂ ਬੜੇ। ਫਿਰ ਆਪਣੇ ਤੋਂ ਕੀ ਕਰਾਉਣਾ? ਮੈਨੂੰ ਦੱਸੋ ਕੀ ਕਰਾਉਣਾ ਆਪਣੇ ਤੋਂ? ਜੋ ਸਾਰਾ ਕੁਝ ਹੀ ਪਰਮੇਸ਼ਰ ਨੇ ਕਰਨਾ ਹੈ ਨਾ, ਕੀ ਕਰਾਉਣਾ ਮੈਨੂੰ ਦੱਸੋ? ਤੇ ਨਾ ਤੂੰ ਧਰਤੀ ਤੇ ਜੋ ਖੋਲੇਗਾ, ਕਹਿੰਦਾ ਮੇਰੇ ਨਾਮ ਦੇ ਵਿੱਚ ਕਿੱਥੇ ਖੁੱਲ ਜੂਗਾ? ਸਵਰਗ 'ਚ। ਤੇ ਜੋ ਤੂੰ ਮੇਰੀ ਧਰਤੀ ਤੇ ਬੰਨੇਗਾ, ਉਹ ਕਿੱਥੇ ਬੰਨਿਆ ਜਾਊਗਾ? ਸਵਰਗ 'ਚ। ਯਾਨੀ ਕਿ ਮੇਨ ਸੋਰਸ ਉੱਥੇ ਹੈ। ਹਾਲੇਲੂਇਆ। ਹਾਲੇਲੂਇਆ। ਮਨ ਕਰੋ ਸਵਰਗ ਇੱਕ ਟੈਂਕ ਦੇ ਬਰਾਬਰ ਹੈਗਾ, ਬਹੁਤ ਵੱਡਾ ਟੈਂਕ ਹੈ। ਹਾਲੇਲੂਇਆ। ਹਾਲੇਲੂਇਆ। ਪੂਰੀਆਂ ਆਸ਼ੀਸ਼ਾਂ, ਬਰਕਤਾਂ ਸਭ ਕਾਸੇ ਨਾਲ ਭਰਿਆ ਹੋਇਆ ਹੈ। ਤੇ ਉੱਥੋਂ ਇੱਕ ਪੈਪ ਆਉਂਦੀ ਹੈ, ਪੂਰੀ ਮੋਟੀ, ਠੀਕ ਹੈ? ਤੇ ਉਹ ਪੈਪ ਤੁਹਾਡੇ ਲੱਗੀ ਹੈ, ਠੀਕ ਹੈ?
ਪਰ ਗਾਂ ਵੀ ਸਪਲਾਈ ਉਨੀ ਹੈ, ਬਹੁਤ ਵਧੀਆ। ਪਰ ਨਾ ਵਚਨ ਦੀ ਨੌਲੇਜ ਘੱਟ ਹੋਣ ਦੀ ਵਜ੍ਹਾ ਦੇ ਨਾਲ ਉਸ ਪੈਪ ਦੇ ਵਿੱਚ ਨਾ ਜੰਗਾਲ ਲੱਗਿਆ ਪਿਆ, ਪ੍ਰੈਸ਼ਰ ਪਿੱਛੋਂ ਪੂਰਾ ਪਰ ਅੱਗੇ ਆ ਕੇ ਕੰਮ ਖਰਾਬ ਹੋਇਆ ਪਿਆ। ਹਾਲੇਲੂਇਆ, ਹਾਲੇਲੂਇਆ। ਜਿਨ੍ਹਾਂ ਦੀ ਨਹਿਰ ਦੀ ਵਾਰੀ ਆਉਂਦੀ ਹੈ ਨਾ, ਮੇਰੀ ਗੱਲ ਸੁਣੋ ਧਿਆਨ ਨਾਲ, ਜਦੋਂ ਨਹਿਰ ਗਈ ਵੀ ਹੁੰਦੀ ਹੈ ਤੇ ਕਿਸਾਨ ਸਾਰੇ ਇੱਕ ਹੋ ਜਾਂਦੇ ਆ, ਹੁੰਦੇ ਆ ਕਿ ਨਹੀਂ? ਕਈਆਂ ਲੈ ਖਾਲੇ ਤੇ ਪਹੁੰਚ ਜਾਂਦੇ, ਕਿਹੜੇ ਖਾਲੇ ਤੇ? ਧੋਰੀ ਖਾਲੇ ਤੇ ਉਹ ਘਾਹ ਕੱਟਦੇ, ਉਹਨਾਂ ਨੂੰ ਪਤਾ ਜਦੋਂ ਪਾਣੀ ਆਇਆ ਤੇ ਪਾਣੀ ਦਾ ਪੂਰਾ ਆਉਂਦਾ ਨਹਿਰ ਚੋਂ, ਮੋਗਾ ਤਾਂ ਉਨਾ ਹੀ ਹੈ। ਪਰ ਜਿਹੜਾ ਘਾਹ ਹੈ, ਆ ਕਚਰਾ ਹੈ, ਆ ਮਿੱਟੀ ਫਾਲਤੂ ਖਾਲੇ ਦੇ ਵਿੱਚ ਪਾਣੀ ਦੇ ਪ੍ਰੈਸ਼ਰ ਨੂੰ ਕੀ ਕਰਦੀ ਹੈ? ਰੋਕਦੀ ਹੈ। ਮੇਰੇ ਖੇਤ 'ਚ ਪਾਣੀ ਘੱਟ ਲੱਗੂਗਾ। ਅੱਜ ਪਰਮੇਸ਼ਵਰ ਤੁਹਾਡੇ ਦੁਆਰਾ ਬਹੁਤ ਕੁਝ ਕਰਨਾ ਚਾਹੁੰਦਾ ਹੈ, ਪਰ ਬਾਈ ਤੁਹਾਡੀਆਂ ਪੈਪਾਂ ਬੜੀਆਂ ਜੰਗਾਲੀਆਂ ਪਈਆਂ। ਮੈਂ ਦੱਸਾਂ ਤੁਹਾਨੂੰ, ਪਰਮੇਸ਼ਵਰ ਪਿੱਛੋਂ ਪ੍ਰੈਸ਼ਰ ਪੂਰਾ, ਆਸ਼ੀਸ਼ ਬਰਕਤ ਦਾ, ਚੰਗਿਆਈ ਦਾ, ਆਸ਼ੀਸ਼ ਦਾ, ਬਰਕਤ ਦਾ ਸਭ ਕੁਝ ਪੂਰਾ ਹੈਗਾ, ਲੇਕਿਨ ਅੱਗੇ ਗੜਬੜ ਪੈਦਾ ਹੋਈ ਪਈ ਹੈ। ਹਾਲੇਲੂਇਆ, 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 ਹਾਲੇਲੂਇਆ। ਹੁਣ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਣਾ ਕਿ ਦੁਸ਼ਟ ਆਤਮਾਵਾਂ ਤੁਹਾਡੇ ਸਰੀਰ 'ਚ ਕਿਉਂ ਵੜਨਾ ਚਾਹੁੰਦੀਆਂ। ਕਿੰਨੇ ਜਣਿਆਂ ਨੂੰ ਸਮਝ ਆ ਗਈ? ਕਾਹਦੇ ਵਾਸਤੇ? ਕਿਉਂਕਿ ਉਹ ਇਸ ਧਰਤੀ ਤੇ ਕੀ ਬਣਨਾ ਚਾਹੁੰਦੀਆਂ? ਲੀਗਲ ਬਣਨਾ ਚਾਹੁੰਦੀਆਂ, ਕਾਨੂੰਨੀ ਬਣਨਾ ਚਾਹੁੰਦੀਆਂ। ਸਿੱਧੀਆਂ ਵੇਖੀਆਂ ਕੋਈ ਹਵਾ 'ਚ ਆਈ ਆਵਾਜ਼ ਕਦੇ ਹੈ? ਤੇ ਉਹੀ ਕਿਸੇ ਬੰਦੇ 'ਚ ਵੜ ਜਾਂਦੀ ਹੈ, ਤਾਂ ਕਿਸੇ ਦੀ ਚਾਚੀ, ਮਾਮੀ, ਫੁੱਫੜ ਹੈ ਨਾ, ਇਹ ਬਣ ਜਾਂਦਾ ਨਾਲ ਦੀ ਨਾਲ, ਹੈ ਨਾ। ਹੁੰਦਾ ਇਹ ਕੁਝ ਵੀ ਨਹੀਂਗਾ, ਪ੍ਰੋਪ ਕਿਸੇ 'ਚ ਵੜ ਕੇ ਫਿਰ ਕੀ ਹੋ ਜਾਂਦੀ ਹੈ? ਲੀਗਲ। ਹਾਲੇਲੂਇਆ, 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 ਹਾਲੇਲੂਇਆ। ਦੁਸ਼ਟ ਆਤਮਾਵਾਂ ਬੰਦੇ ਦੇ ਸਰੀਰ 'ਚ ਪ੍ਰਵੇਸ਼ ਕਰਦੀਆਂ ਤਾਂ ਕਿ ਕੀ ਬਣ ਜਾਣ? ਇੱਥੇ ਆ ਕੇ ਲੀਗਲ ਬਣ ਜਾਣ ਤੇ ਉਹ ਕੰਮ ਕਰ ਸਕਣ। ਦੁਸ਼ਟ ਆਤਮਾਵਾਂ ਸਿੱਧੀਆਂ ਕੰਮ ਨਹੀਂ ਕਰ ਸਕਦੀਆਂ। ਜਿਵੇਂ ਸ਼ੈਤਾਨ ਸੱਪ ਦੇ ਵਿੱਚ ਨਾ ਵੜਦਾ ਤਾਂ ਕਦੇ ਹਵਾ ਨੂੰ ਪਰਮਾ ਸਕਦਾ ਨਹੀਂ ਸੀ। ਇਸ ਵਾਸਤੇ ਕਦੇ ਨਾ ਕਿਸੇ ਨੂੰ ਜਾ ਕੇ ਆਖਿਓ ਵੀ ਉਹਨੇ ਹਵਾ ਨੂੰ ਪਹਿਲਾਂ ਪਰਮਾਇਆ ਸੀ। ਨਹੀਂ, ਉਹਦਾ ਪਰਮਾਉਣਾ ਉੱਤੋਂ ਸ਼ੁਰੂ ਨਹੀਂ ਹੋਇਆ ਸੀਗਾ। ਉਹਦਾ ਪਰਮਾਉਣਾ ਕਿੱਥੋਂ ਸ਼ੁਰੂ ਹੋਇਆ ਸੀਗਾ? ਸੱਪ ਨਾਲ ਮੱਥਾ ਮਾਰਿਆ ਸੀ ਅਗਲੇ ਨੇ, ਪਤਾ ਨਹੀਂ ਕਿੰਨਾ ਮੱਥਾ ਮਾਰਿਆ ਹੋਣਾ। ਹਾਲੇਲੂਇਆ, ਹਾਲੇਲੂਇਆ। ਅਗਰ ਸੱਪ ਦਾ ਭਰਮਾਉਣਾ ਹੀ ਗਲਤ ਸੀ, ਐਵੇਂ ਹੀ ਸੀਗਾ, ਤਾਂ ਫਿਰ ਪਰਮੇਸ਼ਰ ਨੇ ਸੱਪ ਨੂੰ ਸ਼ਰਾਪ ਕਿਉਂ ਦਿੱਤਾ? ਮੈਨੂੰ ਦੱਸੋ। ਹਾਲੇਲੂਇਆ, ਹਾਲੇਲੂਇਆ। ਹੈ ਜੇ ਸੱਪ ਦੀ ਆਪਦੀ ਇੱਛਾ ਨਹੀਂ ਸੀਗੀ ਕੋਈ, ਤਾਂ ਫਿਰ ਪਰਮੇਸ਼ਰ ਨੇ ਸੱਪ ਨੂੰ ਸ਼ਰਾਪ ਕਿਉਂ ਦਿੱਤਾ? ਉਹਨੂੰ ਕਿਉਂ ਆਖਿਆ ਤੂੰ ਸਾਰੀ ਉਮਰ ਕਹਿੰਦਾ ਤੂੰ ਕਿਵੇਂ ਤੁਰੇਗਾ? ਤੂੰ ਕਹਿੰਦਾ ਇਹਦੀ ਗੱਲ ਸੁਣੀ ਹੈ ਸ਼ੈਤਾਨ ਦੀ, ਕਹਿੰਦਾ ਜਿਵੇਂ ਹਵਾ ਨੂੰ ਕਿਹਾ ਸੀ ਨਾ, ਤੂੰ ਇਹਦੀ ਸੱਪ ਦੀ ਸ਼ੈਤਾਨ ਦੀ ਗੱਲ ਸੁਣੀ ਹੈ, ਪਰਮੇਸ਼ਰ ਨੇ ਆਖਿਆ ਸੀਗਾ, ਉਵੇਂ ਸੱਪ ਨੂੰ ਵੀ ਕਿਹਾ ਵੀ ਬਈ ਤੂੰ ਇਹਦੀ ਗੱਲ ਸੁਣੀ ਹੈ, ਇਹਦੇ ਵਾਸਤੇ ਤੂੰ ਕਹਿੰਦਾ ਢਿੱਡ ਕਸੀੜ ਕੇ ਤੁਰੇਗਾ, ਮਿੱਟੀ ਚੱਟੇਗਾ, ਤੂੰ ਉਹਨਾਂ ਦੀ ਅੱਡੀ ਦੱਸੇਗਾ ਤੇ ਇਹ ਤੇਰਾ ਕੀ ਕੁਚਲ ਦੇਣਗੇ। ਫਿਰ ਬੜਾ ਗੜਬੜ ਹੋ ਗਈ ਸੀ ਅਦਨ ਦੇ ਬਾਗ 'ਚ। ਮੇਰੀ ਗੱਲ ਸੁਣੋ ਆਪਣੇ ਨਾਲ, ਬੋਲੋ ਹਾਲੇਲੂਇਆ, ਹਾਲੇਲੂਇਆ, ਜ਼ੋਰ ਨਾਲ ਬੋਲੋ ਹਾਲੇਲੂਇਆ। ਹਾਲੇਲੂਇਆ। ਬਹੁਤ ਵੱਡੀ ਗੜਬੜ ਹੋਈ ਸੀਗੀ। ਉਦੋਂ ਹੀ ਪਰਮੇਸ਼ਰ ਨੇ ਆਖਿਆ, ਕਹਿੰਦਾ ਕੋਈ ਗੱਲ ਨਹੀਂ ਬਾਈ। ਸ਼ੈਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਹਵਾ ਨੂੰ ਭਰਮਾਉਣ ਤੋਂ ਪਹਿਲਾਂ ਕਿ ਪਰਮੇਸ਼ਰ ਹੁਣ ਵਿਚਾਲੇ ਨਹੀਂ ਆਉਂਦਾਗਾ, ਕਿਉਂਕਿ ਉਹਦੀ ਗੱਲ ਦਾ ਪੱਕਾ ਹੈ। ਕਿਉਂ ਜਾਣਦਾ ਸੀ ਪਤਾ ਤੁਹਾਨੂੰ? ਸ਼ੈਤਾਨ ਨਾਲ ਰਿਹਾ ਸੀ ਉਹ ਪਰਮੇਸ਼ਰ ਦੇ। ਕਿਹਦੇ? ਪਰਮੇਸ਼ਰ ਦੇ ਨਾਲ ਰਿਹਾ। ਸ਼ੈਤਾਨ ਦੇ ਬਾਰੇ ਪਤਾ ਤੁਹਾਨੂੰ? ਪਹਿਲਾਂ ਕਿੱਥੇ ਰਹਿੰਦਾ ਹੁੰਦਾ ਸੀ? ਕੀ ਨਾਂ ਉਹਦਾ? ਲੂਸੀਫਰ। ਕੀ ਨਾਂ? ਬੋਲੋ ਜ਼ੋਰ ਨਾਲ। ਲੂਸੀਫਰ ਉਹਦਾ ਨਾਮ ਹੈਗਾ। ਤੇ ਪਰਮੇਸ਼ਰ ਦੇ ਨਾਲ ਰਹਿਣ ਦਾ ਤਜਰਬਾ ਸੀ ਤੇ ਪਰਮੇਸ਼ਰ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ। ਕਿਵੇਂ? ਵੀ ਇਹ ਉਹ ਪਰਮੇਸ਼ਰ ਹੈ ਜਿਹੜਾ ਆਪਦੀਆਂ ਗੱਲਾਂ ਤੋਂ ਕਦੇ ਮੁੱਕਰਦਾ ਨਹੀਂ। ਉਹ ਜਾਣਦਾ ਸੀ ਇਹ ਚੰਗਾ ਪਰਮੇਸ਼ਰ ਹੈਗਾ। ਉਹ ਜਾਣਦਾ ਸੀ ਇਹ ਕ੍ਰੋਧੀ ਤਾਂ ਹੈ, ਪਰ ਬਿਨਾਂ ਗੱਲ ਦੇ ਕ੍ਰੋਧ ਨਹੀਂ ਕਰਦਾ, ਬੁਰੀਆਂ ਗੱਲਾਂ ਤੋਂ ਪ੍ਰੀਖਿਆ ਨਹੀਂ ਕਰਦਾ। ਇੰਨਾ ਚੰਗਾ ਹੈ ਉਹ, ਇੰਨਾ ਚੰਗਾ ਹੈ। ਹਾਲੇਲੂਇਆ, ਹਾਲੇਲੂਇਆ। ਤੁਸੀਂ ਇੰਨੇ ਚੰਗੇ ਪਰਮੇਸ਼ਰ ਨੂੰ ਮੰਨਦੇ ਹੋ। ਹਾਲੇਲੂਇਆ, ਹਾਲੇਲੂਇਆ। ਬੜਾ ਰਾਜੀ ਹੋ ਗਿਆ ਸੀਗਾ। ਵੇਖ ਲਓ ਤੁਸੀਂ ਮੇਰੇ ਕੋਲ, ਸ਼ੈਤਾਨ ਤਾਂ ਉਦੋਂ ਹੀ ਰਾਜੀ ਹੋ ਗਿਆ ਸੀਗਾ ਭਾਈਓ ਤੇ ਭੈਣੋ, ਜਦੋਂ ਪਰਮੇਸ਼ਰ ਨੇ ਕੀ ਕਿਹਾ ਸੀਗਾ? ਕਹਿੰਦਾ ਇਹ ਹੁਣ ਧਰਤੀ ਦੇ ਉੱਤੇ ਕੀ ਕਰਨ? ਅਧਿਕਾਰ। ਸ਼ੈਤਾਨ ਰਾਜੀ ਹੋਇਆ ਸੀ ਇਸ ਗੱਲ ਤੋਂ, ਪਤਾ? ਧਰਤੀ ਬਣਾਈ ਰਾਜੀ ਨਹੀਂ ਹੋਇਆ ਉਹ, ਚੰਦ ਸੂਰਜ ਬਣਾਏ ਰਾਜੀ ਨਹੀਂ ਹੋਇਆ, ਪੇੜ ਪੌਦੇ ਬਣਾਏ ਰਾਜੀ ਨਹੀਂ ਹੋਇਆ, ਐਡਾ ਸੂਰਜ 10 ਲੱਖ ਧਰਤੀ ਜਿਹੜਾ ਬਣਾਦਾ ਰਾਜੀ ਨਹੀਂ ਹੋਇਆ। ਜਦੋਂ ਉਸਨੇ ਬੰਦੇ ਨੂੰ ਬਣਾਇਆ ਫਿਰ ਵੀ ਰਾਜੀ ਨਹੀਂ ਹੋਇਆ। ਜਦੋਂ ਨੇ ਆਖਿਆ ਨਾ, ਕਹਿੰਦਾ ਲੈਟ them have dominion over the earth। ਇਹਦਾ ਮਤਲਬ ਅੰਗਰੇਜ਼ੀ 'ਚ, ਹਿੰਦੀ 'ਚ ਕੀ ਕਹਿੰਦਾ? ਕਿ ਇਹ ਕੀ ਕਰਨ? ਧਰਤੀ ਦੇ ਉੱਤੇ ਕੀ ਕਰਨ? ਸ਼ੈਤਾਨ ਕਹਿੰਦਾ ਲੈ ਵੀ ਹੁਣ ਬਣ ਗਈ ਗੱਲ, ਕਿਉਂਕਿ ਹੁਣ ਮੈਂ ਇਹਨੂੰ ਜਾਊਂਗਾ ਪਰਮਾਉਣ ਤੇ ਇਹ ਵਿਚਾਲੇ ਨਹੀਂ ਆਉਂਦਾ। ਤਾਂ ਹੀ ਉਹਨੇ ਹਵਾ ਨੂੰ ਨਹੀਂ ਰੋਕਿਆ ਫਲ ਖਾਂਦੇ, ਤਾਂ ਹੀ ਉਹਨੇ ਸੱਪ ਨੂੰ ਨਹੀਂ ਰੋਕਿਆ ਵੀ ਤੂੰ ਕਿਉਂ ਉਹਦਾ ਸਰੀਰ ਇਸਤੇਮਾਲ ਕਰਦਾ ਖਾਣ ਦਿੰਦਾ ਹੈ। ਤਾਂ ਵੀ ਉਹਨੇ ਇਹ ਵੀ ਨਹੀਂ ਰੋਕਿਆ ਵੀ ਆਦਮ ਨੂੰ ਰੋਕ ਲੈਂਦਾ ਆ ਕੇ, ਹੈ ਨਾ, ਵੀ ਆ ਬਾਈ ਤੇਰੀ ਖਰਾਬ ਹੋ ਗਈ ਬੰਦੀ ਤੇ ਇਹਨੇ ਗੜਬੜ ਕਰਤੀ ਤੇ ਤੂੰ ਇਹਦਾ ਫਲ ਨਾ ਖਾਈ। ਇੰਨਾ ਹੀ ਰੋਕ ਲੈਂਦਾ ਤਾਂ ਵੀ ਕੁਛ ਨਾ ਕੁਛ ਬਚ ਜਾਂਦਾ, ਹੈ ਨਾ। 4,000 ਸਾਲ ਤੱਕ ਦਾ ਵੇਖ ਲਓ ਪਰਮੇਸ਼ਰ ਨੇ ਆਪਦੀ ਇੱਕ ਗੱਲ ਨਾਲ। ਮੇਰੇ ਖਿਆਲ 'ਚ ਨਾ ਬੰਦੇ ਦਾ ਡਿੱਗਣਾ ਨਾ, ਪਤਾ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ?
ਮੇਰੀ ਰਿਸਰਚ ਇਹ ਗੱਲ ਕਹਿੰਦੀ ਹੈ ਪ੍ਰਭੂ ਦੇ ਵਿੱਚ ਪਵਿੱਤਰ ਆਤਮਾ ਦੇ ਰਾਹੀਂ, ਬੰਦੇ ਦੇ ਫਾਲ ਦਾ ਕਾਰਨ, ਬੰਦੇ ਦੇ ਡਿੱਗਣ ਦਾ ਕਾਰਨ ਸ਼ੈਤਾਨ ਨਹੀਂ, ਪਰਮੇਸ਼ਰ ਦਾ ਨਾ ਚੰਗਾ ਸੁਭਾਅ ਸੀ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਚੰਗਾਪਨ ਬੰਦੇ ਦਾ ਡਿੱਗਣ ਦਾ ਕਾਰਨ ਬਣ ਗਿਆ। ਭਲਾਪਨ, ਭਲਾਈ ਵੇਖੋ। ਹਾਲੇਲੂਇਆ, ਹਾਲੇਲੂਇਆ। ਜੇ ਭਲਾ ਨਾ ਹੁੰਦਾ ਤੇ ਵਿਚਾਲੇ ਆ ਜਾਂਦਾ ਤੇ ਸੱਪ ਦੇ 2 ਸਿੱਟ ਦਾ, 2 ਹਵਾ ਦੇ ਸਿੱਟ ਦਾ, ਵੀ ਤੂੰ ਇੱਥੇ ਕਰਦੀ ਕੀ ਹੈ, ਵੀ ਜੇ ਇੱਥੇ ਜ਼ਰੂਰ ਇੰਨੇ ਪੇੜ ਲਾਏ, ਉੱਥੇ ਜਾ ਕਿਤੇ ਬੈਠ ਜਾ ਕੇ ਕਿਤੇ ਹੈ ਤੇ ਕਰ ਸਕਦਾ ਸੀ। ਇਹ ਚੰਗਾਪਨ ਪਰਮੇਸ਼ਰ ਦਾ, ਭਲਾਪਨ। ਤੁਸੀਂ ਬਾਈਬਲ ਪੜ੍ਹੋਗੇ, ਤੁਸੀਂ ਸੁਸਮਾਚਾਰਾਂ ਨੂੰ ਸਟੱਡੀ ਕਰੋ, ਯੀਸ਼ੂ ਮਸੀਹ ਨੇ ਪਰਮੇਸ਼ਰ ਦੇ ਸੁਭਾਅ ਨੂੰ ਦਰਸਾਇਆ ਆ ਕੇ। ਕਹਿੰਦਾ ਦੇਖ ਲਓ ਨਾ, ਕਹਿੰਦਾ ਮੇਰਾ ਪਿਓ ਵੀ ਚੰਗਾ ਕੰਮ ਕਰਦਾ ਤੇ ਮੈਂ ਵੀ ਕਰਦਾ ਜੀ ਉਹਨਾਂ ਦੀ ਪੱਤਰੀ 'ਚ। ਕਹਿੰਦਾ ਮੈਂ ਉਹ ਕਰਦਾ ਜਿਹੜਾ ਮੇਰੇ ਪਿਓ ਨੂੰ ਮੈਂ ਕਰਦੇ ਹੋਏ ਦੇਖਦਾ। ਬੋਲੋ ਹਾਲੇਲੂਇਆ, ਹਾਲੇਲੂਇਆ। ਮੇਰਾ ਪਿਓ ਲੋਕਾਂ ਨੂੰ ਬਚਾਈ ਜਾਂਦਾ, ਮੈਂ ਵੀ ਬਚਾਈ ਜਾਂਦਾ। ਮੇਰਾ ਪਿਓ ਭਲਾ ਕਰਦਾ, ਮੈਂ ਵੀ ਕਰਦਾ। ਕਹਿੰਦਾ ਮੈਂ ਤੇ ਮੇਰਾ ਪਿਓ ਕੀ ਆ ਗਿਆ, ਇੱਕ। ਮੈਂ ਮੇਰੇ ਪਿਓ 'ਚ ਤੇ ਮੇਰਾ ਪਿਓ ਮੇਰੇ ਵਿੱਚ ਹੈ। ਹਾਲੇਲੂਇਆ। ਪਹਿਲਾ ਬੰਦਾ ਤੇ ਯਿਸੂ ਮਸੀਹ, ਆਦਮ ਤੇ ਯਿਸੂ ਮਸੀਹ 'ਚ ਜ਼ਿਆਦਾ ਫਰਕ ਨਹੀਂ ਸੀਗਾ ਕੋਈ ਵੀ। ਉਹ ਵੀ ਪਰਮੇਸ਼ਰ ਦਾ ਪੁੱਤਰ ਸੀ। ਇੱਥੇ ਯਿਸੂ ਮਸੀਹ ਵੀ ਕੀ ਸੀਗਾ, ਪਰਮੇਸ਼ਰ ਦਾ ਪੁੱਤਰ ਸੀਗਾ। ਉਹ ਡਿੱਗ ਗਿਆ ਤੇ ਇਹ ਨਹੀਂ ਡਿੱਗਿਆਗਾ। ਜਦੋਂ ਪਾਪ 'ਚ ਫਸ ਗਏ ਨਾ, ਮੇਰੀ ਗੱਲ ਸੁਣ ਲਓ ਧਿਆਨ ਨਾਲ, ਮੇਰੀ ਗੱਲ ਸੁਣੋ, ਬੋਲੋ ਹਾਲੇਲੂਇਆ, ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਦੇਖਿਆ, ਕਹਿੰਦਾ ਵੀ ਦੇਖ ਲਾ ਵੀ ਇਹ ਡਿੱਗ ਪਿਆ ਬੰਦਾ, ਤੇ ਫਿਰ ਪਰਮੇਸ਼ਰ ਨੇ ਕੀ ਆਖਿਆ, ਕਹਿੰਦਾ ਇਸਤਰੀ ਦੀ ਸੰਤਾਨ, ਕਹਿੰਦਾ ਹਨਾ ਤੇਰੇ ਸਿਰ ਨੂੰ ਕੀ ਕਰੂਗੀ, ਕੁਚਲੂਗੀ। ਇਲਾਜ ਉੱਥੇ ਹੀ ਸੋਲੂਸ਼ਨ ਦੱਸਤਾ ਪਰਮੇਸ਼ਰ ਨੇ। ਕਹਿੰਦਾ ਕੋਈ ਗੱਲ ਨਹੀਂ, ਇੱਕ ਹੋਰ ਔਰਤ ਵੀ ਆਊਗੀ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਉਹ ਔਰਤ ਦਾ ਮੁੰਡਾ ਨਾ ਤੇਰੇ ਸਿਰ ਨੂੰ ਕੁਚਲ ਦੂਗਾ। ਕਹਿੰਦਾ ਚਿੰਤਾ ਨਾ ਕਰ, ਕਹਿੰਦਾ ਕੋਈ ਨਹੀਂ, ਦੇਰ ਹੈ ਹਨੇਰ ਨਹੀਂ, ਚਿੰਤਾ ਨਾ ਕਰ। ਹੈ ਐਸੇ ਲਈ ਤੁਸੀਂ ਜਦੋਂ ਬਾਈਬਲ ਨੂੰ, ਤੁਸੀਂ ਘੱਟੋ ਘੱਟ ਬਾਈਬਲ ਨੂੰ 2 ਜਾਂ 3 ਭਾਸ਼ਾਵਾਂ 'ਚ ਪੜ੍ਹੋਗੇ ਜਾਂ ਸੁਣੋਗੇ, ਫਿਰ ਤੁਹਾਨੂੰ ਗੱਲ ਸਮਝ ਆਊਗੀ। ਪਰਮੇਸ਼ਰ ਨੇ ਸਦੋਮ ਤੇ ਗਮੋਰਾ ਦਾ ਨਾਸ਼ ਕਰਨਾ ਸੀਗਾ, ਹਨਾ। ਪਰਮੇਸ਼ਰ ਨੇ ਸਦੋਮ ਤੇ ਗਮੋਰਾ ਨੂੰ ਨਸ਼ਟ ਕਰਨਾ ਸੀਗਾ, ਖਤਮ ਕਰਨਾ ਸੀਗਾ। ਤੇ ਪਹਿਲਾਂ ਕਿਹਦੇ ਕੋਲੇ ਗਿਆ? ਅਬਰਾਹਮ ਕੋਲੇ। ਇਹ ਗੱਲ ਕਿਹਨੇ ਆਖੀ? ਪਰਮੇਸ਼ਰ, ਸਰਵ ਸ਼ਕਤੀਮਾਨ ਪਰਮੇਸ਼ਰ ਇੱਕ ਬੰਦੇ ਕੋਲੇ ਆਉਂਦਾ, ਮਿੱਟੀ ਦੇ ਬੰਦੇ ਬਣੇ ਹੋਏ ਬੰਦੇ ਦੇ ਕੋਲੇ। ਹਾਲੇਲੂਇਆ, ਹਾਲੇਲੂਇਆ। ਸਰਵ ਸ਼ਕਤੀਮਾਨ ਪਰਮੇਸ਼ਰ ਜਿਹਨੇ ਸੂਰਜ ਨੂੰ ਹਵਾ 'ਚ ਲਮਕਾ ਰੱਖਿਆ, ਉਹ ਇੱਕ ਆਦਮੀ ਕੋਲੇ ਆਉਂਦਾ ਹੈ। ਕਹਿੰਦਾ ਯਾਰ ਮੈਂ ਨਾ ਇਸ ਧਰਤੀ ਦੇ ਉੱਤੇ ਸਦੋਮ ਤੇ ਗਮੋਰਾ ਨੂੰ ਨਸ਼ਟ ਕਰਨਾ, ਕਿਉਂਕਿ ਉਹਨਾਂ ਦੇ ਪਾਪ ਮੇਰੀ ਨਜ਼ਰ 'ਚ ਬਹੁਤ ਜ਼ਿਆਦਾ ਵੱਧ ਗਿਆ। ਹਾਲੇਲੂਇਆ, ਹਾਲੇਲੂਇਆ। ਸਰਵ ਸ਼ਕਤੀਮਾਨ ਪਰਮੇਸ਼ਰ ਸਿੱਧਾ ਜਾ ਕੇ ਸਦੋਮ ਤੇ ਗਮੋਰਾ ਨੂੰ ਸੰਭਰ ਨਹੀਂ ਸਕਦਾ ਸੀਗਾ? ਮੈਨੂੰ ਦੱਸੋ ਹੈ। ਇੱਕ ਸਵਰਗਦੂਤ ਨਾ, ਇੱਕ ਸਵਰਗਦੂਤ ਬਹੁਤ ਸਰਵ ਸ਼ਕਤੀਸ਼ਾਲੀ ਆ। ਉਹ ਬਹੁਤ ਕੁਝ ਕਰ ਸਕਦੇ ਆ ਧਰਤੀ ਨੂੰ ਚੁਟਕੀਆਂ ਦੇ ਵਿੱਚ, ਮਤਲਬ ਨਸ਼ਟ ਸਾਫ਼ ਕਰ ਸਕਦੇ ਆ। ਪਤਾ ਨਹੀਂ ਲੱਗਣ ਦੂਗਾ ਇਹ ਧਰਤੀ ਸੀਗੀ ਵੀ ਕਿ ਨਹੀਂ। ਹਾਲੇਲੂਇਆ, ਮਸਲ ਸਕਦੇ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਤਾਂ ਕੀ ਆਖਿਆ, ਮੇਰੀ ਗੱਲ ਸੁਣੋ, ਅਬਰਾਹਮ ਕੋਲੇ ਆਇਆ, ਕਹਿੰਦਾ ਮੈਂ ਨਿਆਂ ਕਰਨਾ ਹੈ। ਸਹੀ ਮਾਇਨੇ 'ਚ ਇੰਗਲਿਸ਼ ਦੀ ਬਾਈਬਲ 'ਚ ਲਿਖਿਆ ਜੱਜ ਕਰਨਾ। ਮੈਂ ਸਦੋਮ ਤੇ ਗਮੋਰਾ ਨੂੰ, ਮੈਂ ਸਦੋਮ ਤੇ ਗਮੋਰਾ ਦਾ ਨਿਆਂ ਕਰਨਾ। ਬਈ ਉਹਨਾਂ ਦੇ ਪਾਪ ਬਹੁਤ ਵੱਧ ਗਏ ਆ। ਅਬਰਾਹਮ ਕਹਿੰਦਾ ਤੁਸੀਂ ਇਮੇਜਿਨ ਨਹੀਂ ਕਰਦੇ, ਕਲਪਨਾ ਨਹੀਂ ਕਰਦੇਗੇ। ਹਾਲੇਲੂਇਆ, ਹਾਲੇਲੂਇਆ। ਲੋਕ ਕਲਪਨਾ ਕਰਕੇ ਕਿੱਥੇ ਦੀ ਕਿਤੇ ਪਹੁੰਚ ਗਏ ਨਾ। ਮੰਗੋ ਤੇ ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਤੇ ਸੱਚਮੁੱਚ ਤੁਹਾਨੂੰ ਮਿਲ ਜਾਏਗਾ। ਇਹਦਾ ਮਤਲਬ ਜੋ ਮੰਗਿਆ ਉਹਨੂੰ ਕਲਪਨਾ ਕਰੋ ਤੇ ਉਹ ਸੱਚਮੁੱਚ ਤੁਹਾਨੂੰ ਮਿਲ ਜਾਏਗਾ। ਹੁਣ ਮੈਂ ਅਬਰਾਹਮ ਦੀ ਕਲਪਨਾ ਨੂੰ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਅਬਰਾਹਮ ਨੇ ਕੀ ਕਲਪਨਾ ਕੀਤੀ। ਬੋਲੋ ਹਾਲੇਲੂਇਆ, ਹਾਲੇਲੂਇਆ। ਅਬਰਾਹਮ ਨੇ ਸੋਚਣਾ, ਕਹਿੰਦਾ ਸਰਵ ਸ਼ਕਤੀਮਾਨ ਪਰਮੇਸ਼ਵਰ ਮੇਰੇ ਕੋਲ ਆਇਆ, ਮੇਰੀ ਪਰਮਿਸ਼ਨ ਲੈਣ ਵਾਸਤੇ, ਨਸ਼ਟ ਕਰਨ ਵਾਸਤੇ, ਲੋਕਾਂ ਦਾ ਨਿਆਂ ਕਰਨਾ ਚਾਹੁੰਦਾ। ਸਰਵ ਸ਼ਕਤੀਮਾਨ ਪਰਮੇਸ਼ਰ ਜਾ ਕੇ ਸਿੱਧਾ ਕਿਉਂ ਨਹੀਂ ਕਰਦਾ? ਮੇਰੇ ਕੋਲੇ ਕਿਉਂ ਆਇਆ? ਹਾਲੇਲੂਇਆ, ਹਾਲੇਲੂਇਆ। ਬੰਦੇ ਕੋਲੇ ਆ ਗਿਆ, ਕਹਿੰਦਾ ਮੈਂ ਨਿਆਂ ਕਰਨਾ। ਬਾਈ ਉੱਥੇ ਪਰਮੇਸ਼ਰ ਦਾ ਕਹਿਣ ਦਾ ਮਤਲਬ ਕੀ ਸੀਗਾ? ਉੱਥੇ ਪਰਮੇਸ਼ਰ ਦਾ ਮਤਲਬ ਸੀਗਾ, ਕਹਿੰਦਾ ਮੈਂ ਇਹ ਮੇਰੇ ਵਚਨ ਹੈ ਨਾ ਜਿਹੜੇ, ਇਹ ਮੈਂ ਨਹੀਂ ਤੋੜ ਸਕਦਾ। ਬਾਈ ਇਹਦੇ 'ਚ ਮੈਂ ਤੈਨੂੰ ਆਖਿਆ ਸੀਗਾ ਅਦਨ ਦੇ ਬਾਗ 'ਚ ਵੀ ਤੂੰ ਇਸ ਧਰਤੀ ਦੇ ਉੱਤੇ ਕੀ ਕਰੇ? ਅਧਿਕਾਰ ਰੱਖੇ, ਰਾਜ ਕਰੇ ਤੂੰ ਇਸ ਧਰਤੀ ਦੇ ਉੱਤੇ। ਇਸ ਵਾਸਤੇ ਮੈਂ ਤੇਰੇ ਮਰਜ਼ੀ ਤੋਂ ਬਗੈਰ ਇੱਥੇ ਕੁਝ ਨਹੀਂ ਕਰਦਾਗਾ। ਕਰ ਸਕਦਾ ਹੈ ਪਰ ਮੈਂ ਕਰੂੰਗਾ ਨਹੀਂ, ਕਿਉਂਕਿ ਮੈਂ ਦੋਗਲਾ ਨਹੀਂਗਾ, ਮੈਂ ਪਲਟਦਾ ਨਹੀਂ ਮੇਰੀਆਂ ਗੱਲਾਂ ਤੋਂ। ਬੋਲੋ ਹਾਲੇਲੂਇਆ, ਹਾਲੇਲੂਇਆ। ਤੇ ਬਾਈ ਫਿਰ ਅਬਰਾਹਮ ਨੂੰ ਵੀ ਮੌਕਾ ਮਿਲ ਗਿਆ। ਕੀ ਕਹਿੰਦਾ ਅੱਛਾ ਨਾਸ਼ ਕਰਨਾ ਹੈ, ਮਤਲਬ ਮੈਥੋਂ ਪੁੱਛ ਕੇ ਕਰੇਗਾ ਨਾਸ਼? ਪਰਮੇਸ਼ਰ ਕਹਿੰਦਾ ਹਾਂ ਬਾਈ ਤੂੰ ਧਰਤੀ ਦੇ ਉੱਤੇ ਰਾਜ ਹੈ ਤੇਰਾ, ਹੈ ਤੈਨੂੰ ਦਿੱਤੀ ਹੈ ਮੈਂ ਦੇ ਕੇ ਸੁਣਾਉਂਦਾ ਨਹੀਂਗਾ, ਵਿਚਾਲੇ ਲੱਤਾਂ ਨਹੀਂ ਪਸਾਉਂਦਾ ਆ ਕੇ ਵੀ ਮੈਂ ਦਿੱਤਾ ਯਾਰ, ਕਮਾਲ ਹੋ ਗਈ ਹੈ। ਇਹ ਨਗਰ ਵੀ ਮੈਂ ਹੀ ਬਣਾਇਆ, ਆ ਤਰਾਈ ਮੈਂ ਬਣਾਈ ਆ, ਪਹਾੜੀ ਮੈਂ ਬਣਾਈ ਹੈ, ਸਿਨੇ ਪਰਬਤ ਮੈਂ ਬਣਾਇਆ, ਆ ਬੱਕਰੀ ਮੈਂ ਬਣਾਈ ਮੇਰੀ ਹੈ। ਐਂ ਕਿਹਾ ਆ ਕੇ ਨਹੀਂ ਕਿਹਾ ਨਾ ਕਿਸੇ ਨੂੰ ਆ ਕੇ। ਹਾਲੇਲੂਇਆ, ਹਾਲੇਲੂਇਆ।
ਚੱਲ ਠੀਕ ਹੈ ਕਹਿੰਦਾ, ਫਿਰ ਜੇ ਤੂੰ ਨਾਸ਼ ਕਰਨਾ, ਜੇ ਤੈਨੂੰ ਲੱਗਦਾ ਹੈ ਵੀ ਮੇਰੇ ਤੋਂ ਪੁੱਛ ਕੇ ਕਰੇਗਾ ਨਾਸ਼, ਕਹਿੰਦਾ ਫਿਰ ਇੱਕ ਨਾ ਆਪਾਂ ਸੌਦਾ ਤੈਅ ਕਰਦੇ ਹਾਂ ਥੋੜਾ ਜਿਹਾ। ਬੋਲੋ ਹਾਲੇਲੂਇਆ। ਹਾਲੇਲੂਇਆ। ਜਿਹੜੇ ਨਗਰ ਨੂੰ ਉਹਨੇ ਨਾਸ਼ ਕਰਨਾ ਸੀ ਨਾ, ਉਹਦੇ ਵਿੱਚ ਉਹਦਾ ਭਤੀਜਾ ਰਹਿੰਦਾ ਸੀ ਤੇ ਉਹਦੇ ਬੱਚੇ ਵੀ ਰਹਿੰਦੇ ਸੀਗੇ। ਹਾਲੇਲੂਇਆ। ਹਾਲੇਲੂਇਆ। ਤੇ ਅਬਰਾਹਮ ਨੂੰ ਮੌਕਾ ਮਿਲ ਗਿਆ। ਅਬਰਾਹਮ ਕਹਿੰਦਾ ਐਂ ਕਰ, ਆਪਾਂ ਡੀਲ ਕਰਦੇ, ਇੱਕ ਸੌਦਾ ਕਰਦੇ ਆਂ। ਮੈਂ ਤੇ ਕੋਈ ਸਵਾਲ ਪੁੱਛਦਾ, ਜੇ ਕਹਿੰਦਾ ਜੇ ਧਰਮੀ 50 ਧਰਮੀ ਉਸ ਨਗਰ ਦੇ ਵਿੱਚ ਵੇਖ ਕੇ ਫਿਰ ਵੀ ਤੂੰ ਨਾਸ਼ ਕਰ ਦੇਗਾ? ਕਹਿੰਦਾ ਨਹੀਂ ਨਹੀਂ, ਮੈਂ ਨਹੀਂ ਨਾਸ਼ ਕਰਦਾ। ਕਹਿੰਦਾ ਪਰਮੇਸ਼ਰ ਕਹਿੰਦਾ ਜੇ 40 ਹੋਏ ਤਾਂ? ਕਹਿੰਦਾ ਬੌਸ ਬਾਈ ਤੂੰ ਹੈ ਯਾਰ, ਮੈਂ ਨਹੀਂ ਕਰਦਾ। ਪਰਮੇਸ਼ਰ ਨੇ ਕੀ ਆਖਿਆ? ਮੈਂ ਨਹੀਂ ਕਰਦਾ। ਤੂੰ ਬੌਸ ਹੈ। ਕਹਿੰਦਾ ਕੀ ਆਖਿਆ? ਬੋਲੋਗਾ ਕੀ ਆਖਿਆ? ਤੂੰ ਕੀ ਹੈਗਾ? ਕੋਈ ਗੱਲ ਨਹੀਂ। 30 ਹੋਏ ਪਰਮੇਸ਼ਰ, 30 ਉਸ ਨਗਰ ਚ ਹੋਏ ਧਰਮੀ, ਤੇ ਤੂੰ ਨਾਸ਼ ਕਰ ਦੇਗਾ? ਨਹੀਂ ਯਾਰ, ਲੈ ਬੇਲੀ ਯਾਰ, ਕਮਾਲ ਹੈ। ਬੇਲੀ ਕਿਹਾ? ਕੀ ਕਿਹਾ? ਨਿਯਮੀਆਂ ਚ ਪੜੋ, ਅਬਰਾਹਮ ਕੌਣ ਸੀਗਾ ਪਰਮੇਸ਼ਰ ਦਾ? ਬੇਲੀ। ਕੀ ਕਿਹਾ ਸੀਗਾ? ਬੇਲੀ। ਲਿਖਿਆ ਹੈ ਬਾਈਬਲ ਚ, ਕੀ ਲਿਖਿਆ? ਅਬਰਾਹਮ ਕੌਣ ਸੀਗਾ ਪਰਮੇਸ਼ਰ ਦਾ? ਮਿੱਤਰ। ਆਪਾਂ ਮਿੱਤਰ ਨੂੰ ਕੀ ਕਹਿੰਦੇ ਆ? ਨਹੀਂ ਯਾਰ ਬੇਲੀ, ਕਮਾਲ ਕਰਦਾ ਯਾਰ, ਐ ਥੋੜੀ ਹੁੰਦਾ ਹੈ। ਤੂੰ ਦੱਸ, ਤੂੰ ਬੋਲ ਯਾਰ, ਤੂੰ ਦੱਸ ਤਰੀਕ ਕਿਵੇਂ ਹੋਰ ਕਿਵੇਂ ਕਰਨ? ਤੂੰ ਕਹੇਂਗਾ ਉਵੇਂ ਕਰ ਲਾਂਗੇ ਯਾਰ, ਆਪਾਂ ਹੋਰ ਦੱਸ। ਐ ਕਿਹਾ ਸੀਗਾ ਪਰਮੇਸ਼ਰ ਨੇ। ਇਹ ਅਸਲੀ ਫੋਟੋ ਸੀਨ ਦੀ, ਜਦੋਂ ਉਸ ਜਗ੍ਹਾ ਤੇ ਕੁਝ ਹੋਇਆ ਸੀਗਾ। ਹਾਲੇਲੂਇਆ। ਹਾਲੇਲੂਇਆ। ਕਹਿੰਦਾ 10 ਹੋਏ ਤਾਂ ਲੈ ਆਇਆ ਸਾਗੀ ਨੰਬਰਾਂ ਤੇ, ਜਿੰਨੇ ਉਹ ਪਰਿਵਾਰ ਦੇ ਮੈਂਬਰ ਸੀ। ਕਹਿੰਦਾ ਐਨੇ ਹੋਏ ਤਾਂ ਤੂੰ ਉਸ ਨਗਰ ਨੂੰ ਨਾਸ਼ ਕਰਿਆ। ਕਹਿੰਦਾ ਉਹਨੇ ਜੰਨਤ ਤੱਕ ਉਹਨੇ ਵੀ ਹੋਏ ਤਾਂ ਵੀ ਮੈਂ ਛੱਡ ਦੂੰਗਾ ਉਹਨਾਂ ਨੂੰ। ਫਿਰ ਪਰਮੇਸ਼ਰ ਨੇ ਕਹਿੰਦਾ ਐਂ ਕਰ ਵੀ ਹੁਣ ਤੇਰੇ ਬੇਲੀਆਂ ਨੂੰ ਕਹਿ ਦੇ, ਤੇਰੇ ਘਰਦਿਆਂ ਨੂੰ, ਕਹਿੰਦਾ ਚਲੋ ਨਿਕਲਿਓ। ਕਹਿੰਦਾ ਮੈਂ ਬਸ ਇੰਨੇ ਵਜੇ ਨਾ, ਮੈਂ ਬਸ ਉੱਥੇ ਭੂਤਣੀ ਭੁਲਾ ਦੇਣੀ ਹੈ ਸਾਰਿਆਂ ਦੀ। ਹਾਲੇਲੂਇਆ। 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 ਉਸ ਨਗਰ ਦੇ ਵਿੱਚ ਮੈਂ ਛੱਡਣਾ ਕੁਛ ਨਹੀਂਗਾ। ਮੇਰੀ ਗੱਲ ਸੁਣੋ, ਪਰਮੇਸ਼ਰ ਜਦੋਂ ਨਸ਼ਟ ਕਰਦਾ ਸੀ ਨਾ, ਤਾਂ ਫਿਰ ਖਤਮ। ਹਾਲੇਲੂਇਆ। ਹਾਲੇਲੂਇਆ। ਅਬਰਾਹਮ ਭੱਜਿਆ, ਕਹਿੰਦਾ ਬਣ ਗਈ ਗੱਲ, ਗਿਆ ਛੇਤੀ 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 ਜਾ ਕੇ ਬਾਈ ਮਾਰੀ ਘੰਟੀ। ਤੀਜੇ ਨੂੰ ਕਹਿੰਦਾ ਚੱਕ ਲੈ ਜੁੱਲੀਆਂ ਬਿਸਤਰੇ ਛੇਤੀ, ਇੰਨਾ ਕੁ ਟਾਈਮ ਆਪਣੇ ਕੋਲੇ, ਉੱਡ ਚੱਲ। ਤੇ ਬਾਈ ਕੀ ਹੋਇਆ ਫਿਰ? ਹਾਲੇਲੂਇਆ। ਹਾਲੇਲੂਇਆ। ਬੋਲੋ ਹਾਲੇਲੂਇਆ। ਹਾਲੇਲੂਇਆ। ਗਿਆ ਛੇਤੀ ਛੱਡਿਆ। ਜਦੋਂ ਹੀ ਕਹਿੰਦਾ ਹੱਦ ਤੋਂ ਪਾਰ ਹੋਏ ਨਾ, ਉਹਦੀ ਪਤਨੀ ਨੇ ਚਲੋ ਪਿੱਛੇ ਵੇਖ ਕੇ ਨੂਣ ਦਾ ਥੰਮ ਬਣ ਗਈ ਛੱਡੋ ਪਰਾਂ, ਉਦੋਂ ਕੀ ਲੈਣਾ, ਨਾ ਵੇਖਦੀ ਪਿੱਛੇ, ਆਪਾਂ ਕਿਹੜਾ ਪੀੜੇ ਦਿੱਤੇ ਸੀ ਉਹਨੂੰ। ਹਾਲੇਲੂਇਆ। ਤੇ ਫਿਰ ਕੀ ਹੋਇਆ ਸੀਗਾ? ਮੇਰੀ ਗੱਲ ਸੁਣੋ, ਜਦੋਂ ਹੀ ਬਾਹਰ ਨਿਕਲਿਆ, ਬਾਹਰ ਨਿਕਲਦੇ ਸਾਰੀ ਪਰਮੇਸ਼ਰ ਨੇ ਐਬੀ ਕੀ ਕਹਿੰਦਾ? ਇੱਕ ਪਾਸਟਰ ਨੇ ਅਬਰਾਹਮ ਨੂੰ ਐਬੀ ਕਹਿੰਦਾ, ਮਤਲਬ ਆਪਾਂ ਹੀ ਕਹਿ ਦਿੰਦੇ ਆ ਨਾ, ਹੈਪੀ ਨੂੰ ਐਮਪੀ ਕਹਿ ਸਕਦੇ ਹੋ, ਅਬਰਾਹਮ ਨੂੰ ਐਬੀ ਨਹੀਂ ਕਹਿ ਸਕਦੇ। ਹਾਲੇਲੂਇਆ। 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 ਦਾ ਪਰਮੇਸ਼ਰ ਨੇ ਆਖਿਆ, ਅਬਰਾਹਮ ਨੇ ਆਖਿਆ, ਕਹਿੰਦਾ ਹੁਣ ਚੱਕ ਦੇ ਬਈ। ਆ ਗਿਆ ਬਾਹਰ ਮੈਂ। ਜਦੋਂ ਹੀ ਕਿਹਾ, ਉਦੋਂ ਹੀ ਕਹਿੰਦਾ ਆਕਾਸ਼ ਦੇ ਤੋਂ ਅੱਗ ਬਰਸੀ, ਤੇ ਕਹਿੰਦਾ ਸਾਰੇ ਸਦੋਮ ਤੇ ਗਮੋਰਾ ਨੂੰ ਨਾਸ਼ ਕਰਤਾ। ਹਾਲੇਲੂਇਆ। ਹਾਲੇਲੂਇਆ। ਜਦ ਤੱਕ ਅਬਰਾਹਮ ਨੇ ਨਹੀਂ ਕਿਹਾ ਨਾਸ਼ ਕਰਦਾ, ਤਾਂ ਕੁਝ ਹੋਇਆ ਨਹੀਂ। ਤੁਸੀਂ ਨਹੀਂ ਕਹੋਗੇ ਪ੍ਰਭੂ ਮੈਨੂੰ ਆਸ਼ੀਸ਼ ਦੇ, ਮੈਨੂੰ ਬਰਕਤ ਦੇ। ਤੁਸੀਂ ਪ੍ਰਾਰਥਨਾ ਦੇ ਵਿੱਚ ਰੋਣ ਵਾਸਤੇ ਨਹੀਂ ਬੈਠਣਾ, ਉੱਤੇ ਜਾ ਕੇ ਹਾੜੇ ਨਹੀਂ ਪਾਉਣੇ, ਉਹ ਪਰਮੇਸ਼ਰ ਮੈਨੂੰ ਇਹ ਕਰ। ਅਰੇ ਭਾਈ ਕੌਣ ਹੋ ਤੁਸੀਂ? ਕੌਣ ਹੋ ਤੁਸੀਂ? ਪਤਾ ਤੁਹਾਨੂੰ? ਰਾਜਿਆਂ ਦੇ ਰਾਜੇ ਦੀ ਸੰਤਾਨ ਹੈਗੀ ਐ ਤੁਸੀਂ। ਕੀ ਹੈਗੇ ਹੋ? ਰਾਜੇ। ਨੈਕਸਟ ਸਟੋਰੀ ਸੁਣੋ। ਯੋਨਾ ਨਬੀ ਨੂੰ ਬਾਰੇ ਕਿਹਨੇ ਜਾਣਿਆ? ਪਰਮੇਸ਼ਰ ਕਹਿੰਦਾ ਬਾਈ ਮੈਂ ਨੀਨਵੇ ਨੂੰ ਚੱਕ ਦੇਣਾ, ਤੂੰ ਹੁਣ ਜਾ ਕੇ ਇਹਨਾਂ ਨੂੰ ਵਾਰਨਿੰਗ ਦੇ। ਵਾਰਨਿੰਗ ਦੇਣ ਦੇ ਬਜਾਏ ਤਰਤੀਸ਼ ਨੂੰ ਭੱਜ ਗਿਆ, ਇੱਕ ਬੰਦੇ ਕੋਲ ਪਿੱਛੇ ਭੱਜਿਆ। ਪਰਮੇਸ਼ਰ ਧਰਤੀ ਤੇ ਕੁਝ ਕਰਨਾ ਚਾਹੁੰਦਾ? ਨਹੀਂ। ਜ਼ਬਰਦਸਤੀ ਕਰਨਾ ਚਾਹੁੰਦਾ? ਨਹੀਂ। ਉਹ ਕੁਝ ਕਰਨਾ ਚਾਹੁੰਦਾ ਪਹਿਲਾਂ ਕਿਹਦੇ ਕੋਲੇ ਆਊਗਾ? ਦੱਸੋ ਕਿਹਦੇ ਕੋਲੇ? ਇੱਧਰ ਧਿਆਨ ਦਿਓ ਤੁਸੀਂ। ਇਹਦਾ ਮਤਲਬ ਤੁਹਾਡਾ ਧਿਆਨ ਨਹੀਂ ਵਤਨ ਦੇ ਵਿੱਚ ਹੈ ਨਾ, ਤੁਸੀਂ ਹੋਰ ਹੀ ਗੱਲਾਂ 'ਚ ਪਹੁੰਚ ਗਏ ਹੋ। ਹਾਲੇਲੂਇਆ। ਹਾਲੇਲੂਇਆ। 120 ਲੋਕ ਬੈਠੇ ਸੀਗੇ ਪ੍ਰੇਤੋਂ ਕੰਮ ਦੇ ਵਿੱਚ। ਮੇਰੀ ਗੱਲ ਸੁਣੋ, ਤੇ ਉਹਨਾਂ ਦਾ ਧਿਆਨ ਪਰਮੇਸ਼ਰ ਵੱਲ ਸੀ, ਤਾਂ ਪਵਿੱਤਰ ਆਤਮਾ ਉਤਰਿਆ ਸੀਗਾ। ਐ ਨਹੀਂ ਉਤਰਦਾ। ਬੋਲੋ ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਬਚਨ ਸਾਨੂੰ ਕੀ ਸਿਖਾਉਂਦਾ ਬਾਈ? ਲਿਖਿਆ ਹੈ 3 ਦਿਨ ਮਛਲੀ ਦੇ ਢਿੱਡ 'ਚ ਰੱਖਿਆ। ਕਹਿੰਦਾ ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਆਖਿਆ ਵੀ ਮੈਂ ਕੁਝ ਕਰਨਾ ਚਾਹੁੰਦਾ, ਨਿਆਂ ਕਰਨਾ ਚਾਹੁੰਦਾ, ਤੇ ਤੂੰ ਯਾਰ ਹੋਰ ਹੀ ਤੁਰਿਆ ਫਿਰਦਾ ਹੈ। ਤੈਨੂੰ ਮੈਂ ਭੇਜਿਆ ਨੀਨਵੇ, ਜਾਣਾ ਤੂੰ ਧਰਤੀ ਤੇ, ਤੈਨੂੰ ਘੱਲਦੇ ਕਿੱਧਰ ਹੈ, ਜਾਣਾ ਤੂੰ ਕਿੱਧਰ ਹੈ। ਕਈ ਵਾਰ ਆਪਣੇ ਬੱਚੇ ਵੀ ਐਂ ਕਰਦੇ ਨੇ, ਤੈਨੂੰ ਘੱਲਦਾ ਦੁਕਾਨ ਤੇ, ਤੂੰ ਜਾਣਾ ਕਿਤੇ ਹੋ ਰਹੀ ਹੈ। ਹਲੇ ਗੜਬੜ ਹੋ ਜਾਂਦਾ, ਗੁੱਸਾ ਆ ਜਾਂਦਾ, ਕਹਿੰਦਾ ਇਹਨੂੰ ਨਾ ਘੱਲਿਆ ਕਰੇ, ਖਰਾਬ ਹੈ ਬੰਦਾ ਦੁਕਾਨ ਤੇ। ਹਾਲੇਲੂਇਆ। ਹਾਲੇਲੂਇਆ। ਸੋ ਪਰਮੇਸ਼ਰ ਨੇ ਕੀ ਕੀਤਾ? ਇੱਕ ਨਸ਼ਟ ਕਰਨ ਵਾਸਤੇ ਕੀ ਕੀਤਾ? ਬੰਦੇ ਦਾ ਸਰ। ਇਹਦਾ ਮਤਲਬ ਕੀ ਹੋਇਆ ਕਿ ਪਰਮੇਸ਼ਵਰ ਕੁਛ ਧਰਤੀ ਤੇ ਕੁਛ ਕਰਨਾ ਚਾਹੁੰਦਾ, ਤਾਂ ਕੀ ਕਰਨਾ ਚਾਹੁੰਦਾ? ਉਹ ਤੁਹਾਡਾ ਇਸਤੇਮਾਲ ਕਰਨਾ ਚਾਹੁੰਦਾ। ਭਾਈ ਹੁਣ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ 'ਚ ਤਰਸ ਆਉਂਦਾ ਹੈ ਨਾ, ਕਿਉਂ ਨਹੀਂ ਬਚ ਰਹੇ? ਪਤਾ ਰਿਸ਼ਤੇਦਾਰ ਢਿੱਲੇ ਆ, ਕਿਉਂ ਨਹੀਂ ਬਚ ਰਹੇ ਹੋ? ਸਾਡੀ ਢਿੱਲ ਦੀ ਵਜ੍ਹਾ ਦੇ ਨਾਲ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਨਹੀਂ ਬਚਾਏਗਾ ਜਦ ਤੱਕ ਅਸੀਂ ਸੁਸਮਾਚਾਰ ਨਹੀਂ ਸੁਣਾਵਾਂਗੇ। ਹਾਲੇਲੂਇਆ। ਹਾਲੇਲੂਇਆ।
ਆਸ਼ੀਸ਼ ਕਿਉਂ ਨਹੀਂ ਗਈ? ਕਿਉਂਕਿ ਤੁਸੀਂ ਸਾਡਾ ਲੀਗਲ ਰਾਈਟ, ਤੁਹਾਡਾ ਕਾਨੂੰਨੀ ਅਧਿਕਾਰ ਦਾ ਇਸਤੇਮਾਲ ਹੀ ਨਹੀਂ ਕਰਦੇ। ਤੁਸੀਂ ਪ੍ਰੈਸ਼ਰ ਪਾਉਂਦੇ ਹੀ ਨਹੀਂ ਪਰਮੇਸ਼ਰ ਦੇ। ਪ੍ਰਭੂ ਤੇਰੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੂੰ ਮੈਨੂੰ ਧਰਤੀ ਦੇ ਉੱਤੇ ਕੀ ਦਿੱਤਾ? ਅਧਿਕਾਰ। ਹੁਣ ਨਾ ਰੋਣਾ ਤੇ ਕੂਕਣਾ ਬੰਦ ਕਰ ਦਿਓ। ਰੋਣਾ ਕੂਕਣਾ ਉਦੋਂ ਆਊਗਾ ਜਦੋਂ ਪਵਿੱਤਰ ਆਤਮਾ ਦੀ ਹਜ਼ੂਰੀ ਤੁਹਾਡੇ ਵਿੱਚ ਆ ਗਈ ਤੇ ਰੋਮੀਓ 8ਵੇਂ ਅਧਿਆਇ ਦੇ ਅਨੁਸਾਰ ਪਵਿੱਤਰ ਆਤਮਾ ਖੁਦ ਰੋ ਰੋ ਕੇ ਤੁਹਾਡੇ ਦੀ ਪ੍ਰਾਰਥਨਾ ਕਰੂ। ਇੱਕ ਡਿਫਰੈਂਟ ਮਾਹੌਲ ਹੁੰਦਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ, ਬੋਲੋ ਹਾਲੇਲੂਇਆ, ਹਾਲੇਲੂਇਆ। ਇਜ਼ਰਾਈਲੀ 400 ਸਾਲਾਂ ਤੋਂ ਗੁਲਾਮ ਸੀਗੇ। ਸਾਰੇ ਜਣੇ ਹੱਥ ਹਿਲਾਓ ਐਵੇਂ। ਤੁਸੀਂ ਬਲੈਸਡ ਹੋ, ਤੁਸੀਂ ਆਸ਼ੀਸ਼ਿਤ ਹੋ ਯਿਸੂ ਮਸੀਹ ਦੇ ਨਾਮ 'ਚ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਨੇ ਮਿਸਰੀਆਂ ਦੀ ਗੁਲਾਮੀ ਤੋਂ ਇਜ਼ਰਾਈਲੀਆਂ ਨੂੰ ਛੁਡਾਉਣਾ ਸੀਗਾ। ਸਾਰੇ ਜਣੇ ਧਿਆਨ ਦਿਓ ਇੱਧਰ। ਤਾਂ ਕਹਿੰਦਾ ਕਿਹਦੇ ਕੋਲੇ ਪਹੁੰਚ ਗਿਆ ਪਰਮੇਸ਼ਰ? ਮੂਸਾ ਕੋਲੇ। ਬਾਈ ਮੈਂ ਕਹਿੰਦਾ ਮੇਰੀ ਪ੍ਰਜਾ ਨੂੰ ਛੁਡਾਉਣਾ ਤੇ ਹੁਣ ਚਲੋ ਫਿਰ ਆਪਾਂ ਕੋਈ ਸੌਦਾ ਤੈਅ ਕਰਦੇ ਹਾਂ। ਆਪਾਂ 400 ਸਾਲਾਂ ਦੀ ਗੁਲਾਮੀ ਸੀ ਬਾਈ ਉਹ। 400 ਸਾਲਾਂ ਦੀ। ਕਿੰਨੇ ਸਾਲਾਂ ਦੀ? 400 ਸਾਲ। ਤੇ ਪਰਮੇਸ਼ਰ ਨੂੰ ਛੁਡਾਉਣ ਵਾਸਤੇ ਕਿਹਦੇ ਕੋਲੇ ਪਹੁੰਚ ਗਿਆ? ਇੱਕ ਬੰਦੇ ਕੋਲੇ। ਕਿਹਦੇ ਕੋਲੇ? ਇੱਕ ਬੰਦੇ ਕੋਲੇ। ਧਰਤੀ ਦੇ ਉੱਤੇ ਪਰਮੇਸ਼ਰ ਤੁਹਾਡੇ ਬਗੈਰ ਕੁਝ ਨਹੀਂ ਕਰਨਾ ਚਾਹੁੰਦਾ। ਇਹ ਗੱਲ ਸਾਫ਼ ਹੋ ਗਈ ਹੈ। ਤੁਹਾਡਾ ਪੜੋਸੀ ਨਹੀਂ ਬਚੇਗਾ ਜਦ ਤੱਕ ਤੁਸੀਂ ਉਹਨੂੰ ਸੁਸਮਾਚਾਰ ਨਹੀਂ ਸੁਣਾਓਗੇ। ਹਾਲੇਲੂਇਆ, ਹਾਲੇਲੂਇਆ। ਤੁਹਾਡੇ ਉੱਤੇ ਆਸ਼ੀਸ਼ ਨਹੀਂ ਉਤਰੇਗੀ ਜਦ ਤੱਕ ਤੁਸੀਂ ਇਹ ਨਹੀਂ ਕਹੋਗੇ ਕਿ ਪ੍ਰਭੂ ਮੇਰਾ ਅਧਿਕਾਰ ਹੈ, ਤੂੰ ਮੈਨੂੰ ਦਿੱਤਾ ਹੈ। ਤੇ ਤੂੰ ਆਪਦੀ ਗੱਲ ਤੋਂ ਕਿਵੇਂ ਪਲਟਦਾ ਬਾਈ? ਨਹੀਂ ਪਲਟ ਸਕਦਾ ਤੂੰ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਦ ਮੈਂ ਇਸ ਗੱਲ ਨੂੰ ਸਮਝਿਆ ਤੇ ਇਹਨਾਂ ਚੀਜ਼ਾਂ ਨੂੰ ਕਲੇਮ ਕਰਨਾ ਸ਼ੁਰੂ ਕਰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਕਿ ਪ੍ਰਭੂ ਤੂੰ ਮੈਨੂੰ ਅਧਿਕਾਰ ਦਿੱਤਾ ਹੈ। ਗਰੀਬੀ ਮੇਰਾ ਪੋਰਸ਼ਨ ਨਹੀਂ ਹੈ। ਗਰੀਬੀ ਮੇਰਾ ਹਿੱਸਾ ਨਹੀਂ ਹੈ। ਬਿਮਾਰੀ ਦਾ ਮੇਰੇ ਉੱਤੇ ਕੋਈ ਵੀ ਅਧਿਕਾਰ ਨਹੀਂ ਹੈ। ਇਹਦਾ ਮਤਲਬ ਕੀ ਹੋਇਆ? ਮੈਂ ਬਾਰ-ਬਾਰ ਤੁਹਾਨੂੰ ਇੱਕ ਗੱਲ ਕਹੀ ਜਾਂਦਾ ਵੀ ਕੋਈ ਨੀਨਵੇ ਵਾਸਤੇ ਉਹਨੂੰ ਚੁਣ ਲਿਆ, ਹਨਾ? ਕਿਹਨੂੰ? ਯੋਨਾ ਨਬੀ ਨੂੰ। ਮਿਸਰੀਆਂ ਤੋਂ ਇਜ਼ਰਾਈਲੀਆਂ ਨੂੰ ਛੁਡਾਉਣ ਵਾਸਤੇ ਕਿਹਨੂੰ ਚੁਣ ਲਿਆ? ਮੂਸਾ ਨੂੰ ਚੁਣ ਲਿਆ। ਉਦੋਂ ਪਹਿਲਾਂ ਅਬਰਾਹਮ ਨੂੰ ਚੁਣ ਲਿਆ, ਹਨਾ? ਲੂਤ ਤੇ ਉਹਦੀ ਫੈਮਿਲੀ ਨੂੰ ਬਚਾਉਣ ਵਾਸਤੇ, ਨਿਆਂ ਕਰਨ ਵਾਸਤੇ ਪਰਮੇਸ਼ਰ ਬੰਦੇ ਨੂੰ ਚੁਣ ਲਿਆ, ਬੰਦੇ ਨੂੰ ਚੁਣਿਆ, ਬੰਦੇ ਨੂੰ ਚੁਣ ਲਿਆ। ਇਹਦਾ ਮਤਲਬ ਪਰਮੇਸ਼ਵਰ ਨੂੰ ਤੁਹਾਡੀ ਕੀ ਹੈਗੀ ਹੈ? ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਨੂੰ ਕੀ ਹੈਗੀ ਤੁਹਾਡੀ ਜ਼ਰੂਰਤ? ਸੰਸਾਰ ਨੂੰ ਬਦਲਣ ਵਾਸਤੇ ਕਿਹਦੀ ਜ਼ਰੂਰਤ ਹੈ ਪਰਮੇਸ਼ਰ ਨੂੰ? ਬੋਲੋ, ਬੋਲੋ, ਬੋਲੋ। ਮੇਰੀ ਜ਼ਰੂਰਤ ਹੈਗੀ ਹੈ। ਮੇਰੀ ਜ਼ਰੂਰਤ। ਮੈਂ ਕਰੂੰਗਾ ਤਾਂ ਹੋਊਗਾ। ਆਪਣੇ ਆਪ ਕੁਛ ਨਹੀਂ ਹੋਣਾਗਾ। हालेलुया, अपने आप कुछ भी होता नहीं है। परमेश्वर को मेरे शरीर की जरूरत है। हालेलुया, हालेलुया। 4000 साल ਦਾ ਇੰਤਜ਼ਾਰ। ਮੇਰੀ ਗੱਲ ਸੁਣੋ, ਆਦਮ ਦੇ ਡਿੱਗਣ ਤੋਂ ਬਾਅਦ 4000 ਸਾਲ ਬਾਅਦ ਯਿਸੂ ਮਸੀਹ ਆਏ। ਕਿੰਨੇ ਸਾਲ ਬਾਅਦ? ਪਰਮੇਸ਼ਰ ਨੇ ਆਦਮ ਦੇ ਬਾਗ 'ਚ ਕਹਿੰਦਾ ਐਸ ਬੁੜੀ ਦੀ ਸੰਤਾਨ ਦੇਖ ਲਓ, ਕਹਿੰਦਾ ਤੇਰੇ ਨਾਲ ਕਰੂਗੀ, ਕਹਿੰਦਾ ਉਹ ਕਰੂਗੀ। ਸ਼ੈਤਾਨਾ ਖੜ ਜਾ, ਕੋਈ ਗੱਲ ਨਹੀਂ, ਆਊਗਾ ਟਾਈਮ ਆਊਗਾ, ਕਹਿੰਦਾ ਮੇਰਾ ਵੀ ਟਾਈਮ ਆਊਗਾ। ਕਹਿੰਦਾ ਇਸ ਬੁੜੀ ਦੀ ਸੰਤਾਨ ਕਹਿੰਦਾ ਤੇਰੇ ਸਿਰ ਨੂੰ ਕੁਚਲੂਗੀ। ਸ਼ੈਤਾਨ ਨੂੰ ਇਹ ਗੱਲ ਆਖੀ ਸੀਗੀ, ਉਦੋਂ ਯਿਸੂ ਮਸੀਹ ਦੀ ਭਵਿੱਖਬਾਣੀ ਕੀਤੀ ਸੀਗੀ। ਹਾਲੇਲੂਇਆ, ਹਾਲੇਲੂਇਆ। ਸ਼ੈਤਾਨ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਕਹਿੰਦਾ ਧਰਤੀ ਤੇ ਲੀਗਲ ਮੈਂ ਵੀ ਨਹੀਂ ਤੇ ਲੀਗਲ ਪਰਮੇਸ਼ਵਰ ਵੀ ਨਹੀਂ। ਕਾਨੂੰਨੀ ਮੈਂ ਵੀ ਨਹੀਂਗਾ, ਕਾਨੂੰਨੀ ਪਰਮੇਸ਼ਵਰ ਵੀ ਨਹੀਂ। ਪਰਮੇਸ਼ਰ ਵੀ ਇੰਟਰਫੇਅਰ ਨਹੀਂ ਕਰ ਸਕਦਾ, ਮੈਂ ਵੀ ਨਹੀਂ ਕਰ ਸਕਦਾਗਾ। ਹਾਲੇਲੂਇਆ, ਹਾਲੇਲੂਇਆ। ਐਸੇ ਵਾਸਤੇ ਸ਼ੈਤਾਨ ਦੁਸ਼ਟ ਆਤਮਾਵਾਂ ਭੇਜਦਾ, ਤੁਹਾਡੇ ਅੰਦਰ ਵਾੜਦਾ ਤੇ ਲੋਕਾਂ ਨੂੰ ਭਲਾ ਬੁਰਾ ਕਮਾਉਂਦੀਆਂ, ਗਾਲਾਂ ਕਢਾਉਂਦੀਆਂ, ਇਹ ਕਰਦੀਆਂ, ਲੜਾਈਆਂ ਕਰਾਉਂਦੀਆਂ, ਝਗੜੇ, ਨਸ਼ੇ, ਸਭ ਕੁਝ ਕੀ ਕਰਾਉਂਦਾ ਸ਼ੈਤਾਨ? ਆਪਦੀਆਂ ਦੁਸ਼ਟ ਆਤਮਾਵਾਂ ਲੋਕਾਂ ਦੇ ਵਿੱਚ ਪਾਉਂਦਾ ਤੇ ਫੇਰ ਕੰਮ ਕਰਾਉਂਦਾ। ਹੁਣ ਸਮਝ ਲੱਗੀ ਗੱਲ? ਹਾਲੇਲੂਇਆ, ਹਾਲੇਲੂਇਆ। ਹੁਣ ਪਰਮੇਸ਼ਰ ਕੋਲੇ ਕੋਈ ਇਲਾਜ ਨਹੀਂ ਰਿਹਾਗਾ। ਦੁਨੀਆ ਤੇ ਪਾਪ ਫੈਲ ਗਿਆ, ਵੱਧ ਗਿਆ। ਪਰਮੇਸ਼ਰ ਨੇ ਜਲ ਪਰਲਿਆ ਕਰਕੇ ਵੀ ਵੇਖ ਲਈ ਹੈ, ਸੋ ਉਹ ਵੀ ਕਰਕੇ ਵੇਖ ਲਿਆ, ਨਹੀਂ ਹੋਇਆ। ਫਿਰ ਪਰਮੇਸ਼ਰ ਨੇ ਆਦਮ ਦੇ ਬਾਗ 'ਚ ਕਿਹਾ, ਕਹਿੰਦਾ ਤੂੰ ਇਸਤਰੀ ਕੀ ਸੰਤਾਨ, ਬੰਦੇ ਤੇ ਬੁੜੀ ਦੀ ਸੰਤਾਨ ਨਹੀਂ, स्त्री की संतान, कली औरत की संतान कहना तेरे सिर नूं की करूगी? कुचलूगी। शैतान इस गल नूं चंगी तरह जानता सीगा कि परमेश्वर बिना शरीर दे इस धरती ते कुछ नहीं करदागा। अज तुहाडी जरूरत है परमेश्वर नूं, तुहाडे शरीरां दी जरूरत है। तुहाडी आत्मा होंदी नहीं, तुसीं तां खुद आत्मा हो। हालेलुया, हालेलुया। काम करन वास्ते परमेश्वर दे आत्मा नूं किहदी जरूरत हैगी है? शरीर। जदों परमेश्वर ने ये गल कही ना, लैट देम हैव डोमिनियन, ਇਹਦਾ मतलब ਰਾਜ ਕਰੇ ਧਰਤੀ ਤੇ ਜਦੋਂ ਤੁਸੀਂ ਬਾਈਬਲ ਦੀ ਪਹਿਲੀ ਕਿਤਾਬ ਪੜ੍ਹਦੇ ਹੋ ਤਾਂ ਕੀ ਵੇਖਦੇ ਹੋ ਬਈ ਉੱਥੇ ਲਿਖਿਆ ਨਾ, ਕਹਿੰਦਾ ਪਰਮੇਸ਼ਰ ਦਾ ਆਤਮਾ ਕਿਹਦੇ ਤੇ ਮੰਡਰਾਉਂਦਾ ਸੀ? ਦੱਸੋ। ਪਾਣੀਆਂ ਤੇ। ਕਹਿੰਦੇ ਜ਼ੋਰ ਨਾਲ ਬੋਲੋ, ਪਾਣੀ। ਜਦੋਂ ਪਰਮੇਸ਼ਰ ਨੇ ਕਿਹਾ, ਕਹਿੰਦਾ ਲੈਟ them have dominion, ਕਹਿੰਦਾ ਉਹਨਾਂ ਨੂੰ, ਬੰਦੇ ਨੂੰ ਧਰਤੀ ਦੇ ਉੱਤੇ ਰਾਜ ਕਰਨ ਦੇ। ਇਹਦੀ ਵਜ੍ਹਾ ਨਾਲ ਪਵਿੱਤਰ ਆਤਮਾ ਨੂੰ ਵੀ ਇਸ ਧਰਤੀ ਤੋਂ ਜਾਣਾ ਪਿਆ। ਬੋਲੋ ਹਾਲੇਲੂਇਆ, ਹਾਲੇਲੂਇਆ। ਪਹਿਲਾਂ ਪਰਮਨੈਂਟਲੀ ਮੰਡਰਾਉਂਦਾ ਸੀਗਾ, ਜਿਵੇਂ ਧਰਤੀ ਗੋਲ ਹੈ ਨਾ, ਪਵਿੱਤਰ ਆਤਮਾ ਮੰਡਰਾਉਂਦਾ ਸੀਗਾ ਪਾਣੀਆਂ ਦੇ ਉੱਤੇ।
ਜਦੋਂ ਪਰਮੇਸ਼ਰ ਨੇ ਫਲ ਪੇੜ ਪੌਦੇ ਸਭ ਕੁਝ ਬਣਾਇਆ, ਬੰਦੇ ਨੂੰ ਬਣਾ ਕੇ ਉਹਨੂੰ ਜਦੋਂ ਅਧਿਕਾਰ ਦਿੱਤਾ ਨਾ, ਤੇ ਪਵਿੱਤਰ ਆਤਮਾ ਵੀ ਇਸ ਜਗ੍ਹਾ ਤੋਂ ਚਲਿਆ ਗਿਆ। ਇਹਦੇ ਬਾਅਦ ਜਦੋਂ ਭਵਿਸ਼ਯ ਵਕਤਾ ਪ੍ਰੋਫੈਸੀ ਕਰਦੇ ਸੀ, ਭਵਿਸ਼ਵਾਣੀ ਕਰਦੇ ਹੁੰਦੇ ਸੀਗੇ, ਤਾਂ ਪਵਿੱਤਰ ਆਤਮਾ ਆਉਂਦਾ ਸੀਗਾ ਤੇ ਚਲਿਆ ਜਾਂਦਾ ਸੀ, ਰਹਿੰਦਾ ਨਹੀਂ ਸੀ। ਹਾਲੇਲੂਇਆ, ਹਾਲੇਲੂਇਆ। ਪਰ ਹੁਣ ਧਿਆਨ ਪੂਰਾ ਦਿਓ, ਹੁਣ ਆਪਾਂ ਰਿਜ਼ਲਟ ਕੱਢਦੇ ਹਾਂ, ਨਿਚੋੜ ਕੱਢਦੇ ਹਾਂ ਗੱਲਾਂ ਦਾ। ਹਾਲੇਲੂਇਆ, ਹਾਲੇਲੂਇਆ। ਹੁਣ ਆ ਜਾਂਦੇ ਆਪਾਂ ਪ੍ਰਭੂ ਯਿਸੂ ਮਸੀਹ ਤੇ। ਮੈਂ ਤੁਹਾਨੂੰ ਯਿਸੂ ਤੇ ਮਸੀਹ ਦੇ ਵਿੱਚ ਵੀ ਫਰਕ ਦੱਸਦਾ ਅੱਜ ਕੀ ਹੈਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਨੇ ਆਖਿਆ, ਕਹਿੰਦਾ ਬੁੜੀ ਦੀ ਸੰਤਾਨ ਤੈਨੂੰ ਕਹਿੰਦਾ ਤੇਰੇ ਸਿਰ ਨੂੰ ਕੁਚਲੂਗੀ। ਹਾਲੇਲੂਇਆ, ਹਾਲੇਲੂਇਆ। ਹੁਣ ਪਰਮੇਸ਼ਵਰ ਨੇ ਬੰਦੇ ਦੇ ਪਾਪ ਚ ਡਿੱਗਣ ਦਾ ਇਲਾਜ ਕਰਨਾ ਸੀ। ਕੀ ਕਰਨਾ ਸੀਗਾ? ਇਲਾਜ ਕਰਨਾ ਸੀ। ਉਹਨੇ ਕੀ ਕਰਨਾ ਸੀਗਾ? ਇਲਾਜ। ਪਰਮੇਸ਼ਰ ਕੋਲੇ ਕੋਈ ਇਲਾਜ ਨਹੀਂ ਸੀਗਾ। ਉਹਨੇ ਭਵਿਸ਼ਯ ਵਕਤਾ ਭੇਜ ਪਈ ਵੇਖ ਲੈ, ਪ੍ਰੋਫਿਟ ਵੇਖ ਲੈ ਭੇਜ ਕੇ ਵੱਡੇ ਵੱਡੇ, ਉਹਨਾਂ ਦੀ ਵੀ ਗੱਲ ਨਹੀਂ ਸੁਣੀ, ਲੋਕ ਮਾਰ ਦਿੰਦੇ ਸੀ ਉਹਨਾਂ ਨੂੰ। ਮੇਰੀ ਗੱਲ ਸੁਣੋ, ਰਾਜੇ ਵੇਖ ਲੈ, ਉਹ ਵੀ ਕਈ ਕੰਮ ਦੇ ਨਹੀਂ ਨਿਕਲੇਗੇ। ਕੋਈ ਇੱਕ ਅੱਧਾ ਦਾਊਦ ਵਰਗਾ ਵਧੀਆ ਨਿਕਲ ਗਿਆ, ਚਲੋ ਕੋਈ ਗੱਲ ਨਹੀਂ। ਹਾਲੇਲੂਇਆ, ਹਾਲੇਲੂਇਆ। ਫਿਰ ਪਰਮੇਸ਼ਰ ਨੇ ਵੇਖਿਆ, ਕਹਿੰਦਾ ਫਿਰ ਭਵਿਸ਼ਵਾਣੀ ਆ ਗਈ ਯਾਦ। ਕਹਿੰਦਾ ਵੇਖ ਲੈ, ਕਹਿੰਦਾ ਮੈਂ ਕੀ ਕੀਤਾ ਸੀਗਾ, ਕਿਹਾ ਸੀ, ਕਹਿੰਦਾ ਇਹ ਬੁੜੀ ਦੀ ਸੰਤਾਨ ਕਹਿੰਦਾ ਤੇਰੇ ਸਿਰ ਨੂੰ ਕੁਚਲੂਗੀ। ਸ਼ੈਤਾਨ ਜਿਹੜੀ ਗੜਬੜ ਤੂੰ ਅਦਨ ਦੇ ਬਾਗ 'ਚ ਕੀਤੀ ਹੈ ਨਾ, ਉਹਦਾ ਇਲਾਜ ਮੈਂ ਹੁਣ ਕਰੂੰਗਾ। ਹਾਲੇਲੂਇਆ, ਹਾਲੇਲੂਇਆ। ਐਸੇ ਵਾਸਤੇ ਇੱਕ ਸਵਰਗ ਦੂਤ ਕਿਹਦੇ ਕੋਲੇ ਆਇਆ? ਮੇਰੀ ਗੱਲ ਸੁਣੋ, ਕਿਹਦੇ ਕੋਲੇ ਆਇਆ? ਮਰੀਅਮ ਕੋਲੇ ਆਇਆ। ਤੇ ਮਰੀਅਮ ਨੂੰ ਆ ਕੇ ਕੀ ਆਂਦਾ? ਕਹਿੰਦਾ ਤੂੰ ਕੀ ਹੋਏਂਗੀ? ਗਰਭਵਤੀ ਹੋਏਂਗੀ। ਤੂੰ ਇੱਕ ਕਿਹਨੂੰ ਦੇਂਗੀ ਜਨਮ? ਨਹੀਂ ਦੇਂਗੀ ਤੂੰ ਪੁੱਤਰ ਨੂੰ ਜਨਮ, ਤੂੰ ਇੱਕ ਬਾਲਕ ਨੂੰ ਜਨਮ ਦੇਂਗੀ। ਹਾਲੇਲੂਇਆ, ਹਾਲੇਲੂਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਤੁਹਾਨੂੰ ਬਾਲਕ ਤੇ ਪੁੱਤਰ ਦੇ ਵਿੱਚ ਵੀ ਫਰਕ ਦੱਸਦਾ, ਧਿਆਨ ਨਾਲ ਸੁਣੋ। ਪਵਿੱਤਰ ਆਤਮਾ ਤੁਹਾਨੂੰ ਪ੍ਰਗਟ ਕਰੂਗਾ ਤੁਹਾਡੇ ਤੇ ਗੱਲ। ਇਸ ਗੱਲ ਨੂੰ ਤੁਸੀਂ ਕਨਫਿਊਜ਼ ਨਾ ਰਹੋ। ਤੂੰ ਕਿਹਨੂੰ ਜਨਮ ਦੇਂਗੀ? ਇੱਕ ਚਾਈਲਡ ਨੂੰ, ਬਾਲਕ ਨੂੰ ਜਨਮ ਦੇਂਗੀ। ਤੇ ਉਹ ਕੌਣ ਹੋਊਗਾ? ਪਰਮੇਸ਼ਰ ਦਾ ਪੁੱਤਰ। ਹਾਲੇਲੂਇਆ, ਹਾਲੇਲੂਇਆ। ਯਸ਼ਾਇਆ ਦੀ ਕਿਤਾਬ 7ਵਾਂ ਅਧਿਆਇ ਦੀ 14 ਦੇ ਵਿੱਚ ਲਿਖਿਆ, ਕਹਿੰਦਾ ਤੂੰ ਉਹਦਾ ਨਾਮ ਕੀ ਰੱਖੀ? ਇਮਾਨੂਐਲ। ਇਮ ਮਤਲਬ ਇਨ ਵਿੱਚ, ਇਮਾਨੂਐਲ ਹੈ ਨਾ। ਮਾਨੂਐਲ ਮਤਲਬ ਮਨੁੱਖਿਆ, ਐਲ ਮਤਲਬ ਯਹੋਵਾ। ਕਹਿੰਦਾ ਬੰਦੇ ਦੇ ਵਿੱਚ ਯਹੋਵਾ। ਹਾਲੇਲੂਇਆ, ਹਾਲੇਲੂਇਆ। ਬੰਦੇ ਦੇ ਵਿੱਚ ਪਰਮੇਸ਼ਵਰ ਆਏਗਾ। ਹਾਲੇਲੂਇਆ, ਹਾਲੇਲੂਇਆ। ਯਸ਼ਾਇਆ 7ਵਾਂ ਅਧਿਆਇ ਦੀ 14 ਦੇ ਵਿੱਚ ਭਵਿਸ਼ਵਾਣੀ ਕੀਤੀ ਗਈ ਸੀਗੀ। ਕਹਿੰਦਾ ਇਮ ਮਤਲਬ ਵਿੱਚ, ਮੈਨੂਅਲ ਮਤਲਬ ਮਨੁੱਖ, ਐਲ ਮਤਲਬ ਯਹੋਵਾ। ਕਹਿੰਦਾ ਯਹੋਵਾ ਪਰਮੇਸ਼ਰ ਕਿਹਦੇ ਵਿੱਚ ਦੀ ਹੋ ਕੇ ਆਊਗਾ? ਬੰਦੇ ਦੇ ਵਿੱਚ ਵੜੂਗਾ ਤੇ ਧਰਤੀ ਦੇ ਉੱਤੇ ਕੀ ਹੋ ਜਾਊਗਾ? ਪੈਦਾ ਹੋ ਜਾਊਗਾ। ਹੁਣ ਮੈਂ ਦੱਸਦਾ ਤੁਹਾਨੂੰ, ਗੱਲ ਸੁਣੋ ਧਿਆਨ ਨਾਲ। ਬੋਲੋ ਹਾਲੇਲੂਇਆ, ਹਾਲੇਲੂਇਆ। ਹੱਥ ਹਿਲਾਓ, ਬੋਲੋ ਹਾਲੇਲੂਇਆ, ਹਾਲੇਲੂਇਆ। ਕੁਆਰੀ ਗਰਭਵਤੀ ਹੋ ਗਈ, ਬਾਲਕ ਨੂੰ ਜਨਮ ਦਿੱਤਾ। ਬਾਲਕ ਦਾ ਨਾਮ ਕੀ ਸੀਗਾ? ਯਿਸੂ ਕਹਿੰਦੇ ਸੀ ਨਾ ਬਾਲਕ ਨੂੰ, ਨਵੇਂ ਨਿਯਮ 'ਚ ਯਿਸੂ, ਹਨਾ। ਬਾਲਕ ਦਾ ਨਾਮ ਯਿਸੂ ਸੀਗਾ। ਉਹ ਕਿਹਦਾ ਪੁੱਤਰ ਸੀਗਾ? ਮਰੀਅਮ ਤੇ ਯੂਸੁਫ ਦਾ ਪੁੱਤਰ ਕੌਣ ਸੀਗਾ? ਜੀਸਸ, ਯਿਸੂ। ਤੇ ਉਹਦੇ ਵਿੱਚ ਪਰਮੇਸ਼ਰ ਨੇ ਕੀ ਪਾਤਾ? ਆਪਦਾ ਆਤਮਾ। ਤੇ ਉਹ ਸ਼ਬਦ ਪਾਤਾ। ਕੀ ਪਾਤਾ? ਕੌਣ ਸੀ ਉਹ? ਪੁੱਤਰ। ਹਾਲੇਲੂਇਆ। ਹੁਣ ਕਹਿੰਦਾ ਪਰਮੇਸ਼ਰ, ਹੁਣ ਮੇਰੀ ਗੱਲ ਸੁਣੋ, ਪਰਮੇਸ਼ਰ ਵੀ ਇਸ ਧਰਤੀ ਤੇ ਕੀ ਸੀਗਾ? ਇਲੀਗਲ ਮਤਲਬ ਗੈਰ ਕਾਨੂੰਨੀ। ਪਰਮੇਸ਼ਰ ਕੰਮ ਨਹੀਂ ਕਰ ਸਕਦਾ ਸੀਗਾ। ਵਾਰੀ ਨਾ ਯੋਨਾ ਵਰਗੇ ਟੱਕਰ ਜਾਂਦੇ ਸੀ, ਉਹਨੂੰ ਕਾਲਦੇ ਸੀਗੇ ਹਨੂਮਾਨਗੜ੍ਹ ਟਾਉਣ ਜਾਂਦੇ ਸੀ ਮਟੀਲੀ ਇਹਨੂੰ, ਹਨਾ। ਹੈ ਇਹਦਾ ਮਤਲਬ ਕੀ ਹੈ? ਕਿ ਪਰਮੇਸ਼ਰ ਨੇ ਬੰਦੇ ਭੇਜ ਵੇਖ ਲਿਆ, ਭਵਿਸ਼ਯ ਵਕਤਾ ਭੇਜ ਕੇ ਵੇਖ ਲਿਆ, ਰਾਜੇ ਭੇਜ ਕੇ ਵੇਖ ਲਿਆ, ਲੋਕਾਂ ਨੇ ਉਹਨਾਂ ਦੀ ਗੱਲ ਨੂੰ ਨਹੀਂ ਸੁਣਿਆ। ਫਿਰ ਪਰਮੇਸ਼ਰ ਨੇ ਡਿਸਾਈਡ ਕੀਤਾ, ਕਹਿੰਦਾ ਹੁਣ ਮੈਂ ਖੁਦ ਜਾਊਂਗਾ। ਪਰ ਉਹਦਾ ਜਾਣਾ ਸੰਭਵ ਨਹੀਂ ਸੀ, ਕਿਉਂਕਿ ਉਹ ਕੀ ਹੈਗਾ? ਇੱਕ ਆਤਮਾ। ਕੀ ਹੈਗਾ? ਬੋਲੋ, ਕੀ ਹੈਗਾ? ਇੱਕ ਆਤਮਾ। ਗੱਲ ਸਮਝ ਆਈ ਜਾਂਦੀ ਹੈ ਨਾ? ਪਰਮੇਸ਼ਰ ਕੀ ਹੈਗਾ? ਇੱਕ ਆਤਮਾ। ਇਹਦਾ ਮਤਲਬ ਧਰਤੀ ਤੇ ਰਹਿਣ ਵਾਸਤੇ ਕੀ ਚਾਹੀਦਾ? ਨੂੰ ਇੱਕ ਕੀ ਚਾਹੀਦਾ? ਚਮੜੀ, ਲਹੂ, ਮਾਸ ਚਾਹੀਦਾ। ਤੁਸੀਂ ਕਾਹਦੇ ਨਾਲ ਬਣੇ ਹੋ? ਮੈਨੂੰ ਦੱਸੋ। ਲਹੂ ਮਾਸ ਨਾਲ ਬਣੇ ਹੋ, ਤਾਂ ਹੀ ਤੁਸੀਂ ਧਰਤੀ ਤੇ ਲੀਗਲ ਹੋ। ਜਦੋਂ ਮੈਂ ਲਹੂ ਤੇ ਮਾਸ ਨਾਲ ਜਦੋਂ ਡੈਥ ਹੋ ਜਾਂਦੀ ਹੈ ਬੰਦੇ ਦੀ, ਜਾਂ ਗਿਆ ਖਤਮ ਹੋ ਗਿਆ, ਤੇ ਫਿਰ ਕੀ ਹੋਊਗਾ? ਮੈਂ ਵੀ ਇਸ ਧਰਤੀ ਤੇ ਇਲੀਗਲ ਹੋ ਜੂ। ਮੇਰੀ ਧਰਤੀ ਆਤਮਾ ਵਿੱਚੋਂ ਨਿਕਲ ਕੇ ਛੂੰਦਣ 1 ਮਿੰਟ ਦੇ ਵਿੱਚ ਤਾਂ ਜਾਊਗੀ ਸਿੱਧੀ, ਧਰਤੀ ਤੇ ਨਹੀਂ ਖੜ ਸਕਦੀ ਸੈਕਿੰਡਾਂ ਦੇ ਤਰ੍ਹਾਂ, ਸਿਰਫ ਸਰੀਰ ਰਹਿ ਜਾਊਗਾ। ਹਾਲੇਲੂਇਆ, ਹਾਲੇਲੂਇਆ। ਕੁਆਰੀ ਗਰਭਵਤੀ ਹੋਈ, ਬਾਲਕ ਜਨਮਿਆ। ਬਾਲਕ ਦਾ ਨਾਮ ਕੀ ਸੀਗਾ? ਯਿਸੂ ਮਸੀਹ। ਉਹਦੇ ਵਿੱਚ ਯਹੋਵਾ ਪਰਮੇਸ਼ਰ ਆ ਗਿਆ, ਮਸੀਹ ਬਣ ਕੇ ਉਸ ਬਾਲਕ ਦੇ ਵਿੱਚ ਵੜ ਗਿਆ। ਕਿਹਦੇ ਵਿੱਚ ਵੜ ਗਿਆ? ਆ ਕੇ ਯਿਸੂ ਮਸੀਹ ਦੇ ਵਿੱਚ। ਤੇ ਜਦੋਂ ਧਰਤੀ ਦੇ ਉੱਤੇ ਬਾਹਰ ਆਇਆ, ਤੇ ਉਹਨੂੰ ਉਸ ਧਰਤੀ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਪਈ, ਕਿਉਂਕਿ ਹੁਣ ਕਾਨੂੰਨ ਮੰਨਿਆ ਜਾ ਰਿਹਾ। ਹਾਲੇਲੂਇਆ। ਹੁਣ ਕੀ ਮੰਨਿਆ ਜਾ ਰਿਹਾ? ਕਾਨੂੰਨ। ਹੁਣ ਪਰਮੇਸ਼ਰ ਦੇ ਕੀ ਹੈਗਾ? ਲਹੂ ਵੀ ਹੈ, ਮਾਸ ਵੀ ਹੈ। ਤਾਂ ਹੀ ਬਾਈਬਲ ਕਹਿੰਦੀ ਹੈ ਕਿ ਉਹਨੂੰ ਆਪਾਂ ਛੂ ਕੇ ਦੇਖਿਆ। ਕਿਹਨੂੰ ਵੇਖਿਆ? ਛੂ ਕੇ, ਸਪਰਸ਼ ਕਰਕੇ ਵੇਖਿਆ ਉਸਨੂੰ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੱਡੇ ਧਨੀ ਹੋ ਤੁਸੀਂ।
ਖੁਦ ਪਰਮੇਸ਼ਰ ਨੂੰ ਛੂ ਕੇ ਦੇਖਿਆ ਤੁਸੀਂ। ਹਾਲੇਲੂਇਆ। ਹਾਲੇਲੂਇਆ। ਛੂ ਕੇ ਦੇਖਿਆ, ਛੂ ਕੇ ਸਪਰਸ਼ ਕਰਕੇ ਦੇਖਿਆ, ਖੁਦ ਪਰਮੇਸ਼ਰ ਸਾਡੇ ਵਿਚਕਾਰ ਆ ਕੇ ਬਹਿ ਗਿਆ। ਹਾਲੇਲੂਇਆ। ਹਾਲੇਲੂਇਆ। ਯੀਸ਼ੂ ਇੱਕ ਬਾਲਕ ਸੀਗਾ ਤੇ ਉਹਦੇ ਵਿੱਚ ਪਰਮੇਸ਼ਵਰ ਆਇਆ, ਆਪ ਪਰਮੇਸ਼ਰ ਆ ਗਿਆ, ਹੈ ਨਾ, ਆਤਮਾ ਉਹਦਾ ਨਾ, ਤਾਂ ਹੀ ਕੁਆਰੀ ਗਰਭਵਤੀ ਹੋਈ ਸੀ ਨਾ, ਪਰਮੇਸ਼ਰ ਖੁਦ ਉਹਦੇ ਵਿੱਚ ਆ ਗਿਆ। ਸ਼ਬਦ ਪਰਮੇਸ਼ਰ ਯਾਨੀ ਕਿ ਯਹੋਵਾ ਪਰਮੇਸ਼ਰ ਖੁਦ, ਇਮਾਨੂਅਲ, ਐਮ ਮਤਲਬ ਵਿੱਚ, ਇਮੈਨੂਅਲ ਮਤਲਬ ਮਨੁੱਖ ਹੈ, ਤੇ ਐਲ ਮਤਲਬ ਯਹੋਵਾ, ਯਹੋਵਾ ਪਰਮੇਸ਼ਰ ਯੀਸ਼ੂ ਦੇ ਵਿੱਚ ਆ ਗਿਆ ਤੇ ਉਹ ਕਹਿਲਾਇਆ, ਕੀ ਕਹਿਲਾਇਆ? ਯੀਸ਼ੂ ਮਸੀਹ। ਹਾਲੇਲੂਇਆ। ਹਾਲੇਲੂਇਆ। ਕਰੂਸ ਦੇ ਉੱਤੇ ਯਿਸੂ ਮਸੀਹ ਨੇ ਇੱਕ ਗੱਲ ਕਹੀ ਸੀ। ਕੀ ਕਿਹਾ? ਕਹਿੰਦਾ, ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ? ਮੇਰੀ ਗੱਲ ਸੁਣੋ, ਪਰਮੇਸ਼ਰ ਖੁਦ ਨੂੰ ਖੁਦ ਹੀ ਕਹੀ ਜਾਂਦਾ ਵੀ ਤੂੰ ਮੈਨੂੰ ਕਿਉਂ ਛੱਡ ਦਿੱਤਾ। ਪਰਮੇਸ਼ਰ, ਇਹਦਾ ਮਤਲਬ ਕੋਈ ਨਾਟਕ ਥੋੜੀ ਚੱਲ ਰਿਹਾ ਸੀ ਕਰੂਸ ਦੇ ਉੱਤੇ। ਪਰਮੇਸ਼ਰ ਖੁਦ ਨੂੰ ਕਹੀ ਜਾਂਦਾ ਵੀ ਤੂੰ ਮੈਨੂੰ ਕਿਉਂ ਛੱਡ। ਨਹੀਂ, ਯੀਸ਼ੂ ਕਹਿ ਰਿਹਾ ਸੀਗਾ, ਮਸੀਹ ਨਹੀਂ ਕਹਿ ਰਿਹਾ ਸੀਗਾ। ਹਾਲੇਲੂਇਆ। ਹਾਲੇਲੂਇਆ। ਮਸੀਹ ਤਾਂ ਯਹੋਵਾ ਪਰਮੇਸ਼ਰ ਖੁਦ ਸੀਗਾ। ਹਾਲੇਲੂਇਆ। ਹਾਲੇਲੂਇਆ। ਯੀਸ਼ੂ ਕਹਿ ਰਿਹਾ ਸੀ, ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਹਾਲੇਲੂਇਆ। ਹਾਲੇਲੂਇਆ। ਕਬਰ 'ਚ ਵੀ ਗਿਆ ਤਾਂ ਯੀਸ਼ੂ ਨੂੰ ਯਹੋਵਾ ਪਰਮੇਸ਼ਰ ਨੇ ਆਖਿਆ, ਕਹਿੰਦਾ ਖੜ ਜਾ, ਕਹਿੰਦਾ ਹੁਣੇ ਆ ਗਿਆ ਮੈਂ। ਕਬਰ 'ਚ ਰੱਖਿਆ ਨਾ ਲਿਜਾ ਕੇ, ਲਾ ਕੇ ਕਰੂਸ ਤੋਂ, ਤੇ ਕਹਿੰਦਾ ਖੜ ਜਾ ਇੱਥੇ, ਪਿਆਰਾ 3 ਦਿਨ ਕੋਈ ਗੱਲ ਨਹੀਂ ਹੋਣਾ, ਮੈਂ ਹੁਣ ਮੈਂ ਕੰਮ ਕਰਿਆ ਵਾਂ ਕੋਈ ਜ਼ਰੂਰੀ ਹੈ। ਯੀਸ਼ੂ ਨੇ ਆਖਿਆ, ਕਹਿੰਦਾ ਵੀ ਮੈਨੂੰ ਇਹ ਨਾ ਛੱਡ ਦੀ। ਤਾਂ ਹੀ ਤਾਂ ਉਹਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿ ਯੀਸ਼ੂ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਪਰਮੇਸ਼ਰ ਦੀ ਹੱਡੀ ਤੋੜਦੇ ਕੋਈ ਬੰਦਾ ਮਜਾਲ ਹੈਗੀ ਹੈ ਕਿ? ਹਾਲੇਲੂਇਆ। ਐਡੀ ਕਿੱਡੀ ਹੈਸੀਅਤ ਹੈ ਕੋਈ, ਹੈ ਨਾ ਵੀ ਹੈ। ਫਿਰ ਵੀ ਪਰਮੇਸ਼ਰ ਆਪਦੇ ਵਚਨਾਂ ਦਾ ਪੱਕਾ। ਦੇਖੋ, ਉਹਨੂੰ 3 ਦਿਨ ਕਬਰ 'ਚ ਰੱਖ ਕੇ ਗਿਆ, ਥੱਲੇ ਪਤਾਲ ਦੇ ਵਿੱਚ ਸੁਸਮਾਚਾਰ ਪ੍ਰਚਾਰ ਕੀਤਾ, ਤੇ ਸ਼ੈਤਾਨ ਕੋਲੋਂ ਕੀ ਖੋਈਆਂ ਜਾ ਕੇ? ਕੁੰਜੀਆਂ। ਤੇ ਕੁੰਜੀਆਂ ਕਿੱਥੇ ਲਮਕਾਉਣੇ ਨੇ ਆਪਾਂ? ਕਮਰ ਤੇ ਸ਼ੈਤਾਨ ਨੂੰ ਆਖਿਆ, ਖੜ ਜਾ ਕਰਾ, ਪੁੱਠਾ ਆਉਂਗਾ ਮੈਂ ਤੇਰੀ ਰੇਲ ਬਣਾਉਣ ਦੁਬਾਰੇ। ਹਾਲੇਲੂਇਆ। ਹਾਲੇਲੂਇਆ। ਬੋਲੋ ਹਾਲੇਲੂਇਆ। ਹਾਲੇਲੂਇਆ। ਕਹਿੰਦਾ ਮੈਂ ਦੁਬਾਰੇ ਵੀ ਨੇਰੀ ਲਿਆਉਣਾਉਂਗਾ ਤੇਰੀ, ਖੜ ਜਾ ਕੇ। ਤਾਂ ਚਾਬੀਆਂ ਹੀ ਖੋਈਆਂ ਨੇ, ਤੈਨੂੰ ਹਰਾਇਆ ਮੈਂ। ਤੇ ਫੇਰ ਗਿਆ ਤੇ ਯੀਸ਼ੂ ਮਸੀਹ ਦੇ ਵਿੱਚ ਯਹੋਵਾ ਪਰਮੇਸ਼ਰ ਦੁਬਾਰੇ ਗਿਆ। ਯਹੋਵਾ ਪਰਮੇਸ਼ਰ ਜਦੋਂ ਦੁਬਾਰੇ ਵੜਿਆ ਤੇ ਯੀਸ਼ੂ ਉੱਠ ਕੇ ਖੜਾ ਹੋ ਗਿਆ, ਆਪਦੇ ਵਚਨਾਂ ਨੂੰ ਪੂਰਾ ਕੀਤਾ। ਯੀਸ਼ੂ ਨੇ ਆਖਿਆ, ਕਹਿੰਦਾ ਉਹ ਤੈਨੂੰ ਸੜਨ, ਤਾਂ ਹੀ ਤਾਂ ਕਿਹਾ, ਕਹਿੰਦਾ ਮੈਂ ਆਪਦੇ ਦਾਸ ਨੂੰ ਸੜਨ। 99% ਲੋਕਾਂ ਨੂੰ ਇਹ ਰੈਵਲੇਸ਼ਨ ਨਹੀਂ ਹੈ, ਪ੍ਰਕਾਸ਼ਨ ਨਹੀਂ ਹੈ ਵਚਨ ਦਾ। ਐਸੇ ਵਾਸਤੇ ਭੁੱਲੇ ਭਟਕੇ ਪਏ ਆ। ਕਾਰਨ ਕੀ ਹੈ? ਲੋਕਾਂ ਦਾ ਸਵਾਲ ਇਹ ਹੈ, ਯੀਸ਼ੂ ਮਸੀਹ ਨੂੰ ਕੀ ਲੋੜ, ਪਰਮੇਸ਼ਰ ਨੂੰ ਕੀ ਲੋੜ ਸੀ ਮਰਨ ਦੀ? ਮੇਰੀ ਗੱਲ, ਪਰਮੇਸ਼ਰ ਕਿਦੋਂ ਪਰਮੇਸ਼ਰ ਨਹੀਂ ਮਰਦਾ, ਪਰਮੇਸ਼ਰ ਆਤਮਾ ਹੈ। ਹਾਲੇਲੂਇਆ। ਹਾਲੇਲੂਇਆ। ਤੇ ਉਹਦੇ ਵਰਗੇ ਤੁਸੀਂ ਕਿਹੜਾ ਮਰਦੇ ਹੋ? ਤੁਸੀਂ ਸਰੀਰ ਛੱਡ ਦਿਓ, ਤੁਸੀਂ ਮਰਦੇ ਨਹੀਂ। ਐਸੇ ਵਾਸਤੇ ਉਹਨੂੰ ਕਿਹਾ ਕਿ ਮੈਂ ਬੰਦੇ ਨੂੰ ਆਪਦੇ ਵਰਗਾ ਬਣਾਉ। ਕੁਛ ਗੱਲ ਸਮਝ ਆਈ ਜਾਂਦੀ ਹੈ ਕਿ ਪਹਿਲਾਂ ਵਾਲੀ ਵੀ ਗਈ? ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਮਾਮੂਲੀ ਲੋਕ ਨਹੀਂ ਹੋ, ਪ੍ਰਭੂ ਦੇ ਬੰਦੇ ਹੋ, ਰੱਬ ਦੇ ਬੰਦੇ ਹੋ। ਹੁਣ ਤੁਸੀਂ ਨੈਕਸਟ ਟਾਈਮ ਤੁਸੀਂ ਪਾਪ ਵੀ ਕਰੋਗੇ ਤਾਂ ਤੁਸੀਂ ਆਪਦੀ ਕੀਮਤ ਨੂੰ ਪਛਾਣਨਾ ਹੈ ਕਿ ਮੈਂ ਹੈ ਕੀ ਅਸਲ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਸਾਨੂੰ ਇੱਥੇ ਲੀਗਲ ਬਣਾਉਂਦਾ ਹੈ, ਕਾਨੂੰਨੀ ਬਣਾਉਂਦਾ। ਇਹਨੂੰ ਲੈ ਕੇ ਆਪਾਂ ਅਭਿਲਾਸ਼ਾਵਾਂ ਦੇ ਵਿੱਚ ਨਹੀਂ ਖਰਾਬ ਨਸ਼ਟ ਕਰਨਾ ਬਾਈ। ਹਾਲੇਲੂਇਆ। ਹਾਲੇਲੂਇਆ। ਬੋਲੋ ਹਾਲੇਲੂਇਆ। ਹਾਲੇਲੂਇਆ। ਇੱਕ ਆਇਤ ਪੜੋ ਤੁਸੀਂ ਮੇਰੇ ਨਾਲ। ਤੁਸੀਂ ਯਸ਼ਾਇਆ ਦੀ ਕਿਤਾਬ 9 ਅਧਿਆਇ ਦੀ 6 ਆਇਤ ਪੜੋ। ਚ ਕੀ ਲਿਖਿਆ? ਪੜੋ। ਛੇਵਾਂ ਅਧਿਆਇ ਦੀ 9 ਦੀ 6। क्योंकि हमारे लिए एक बालक उत्पन्न हुआ, हाँ। हमें एक पुत्र दिया गया है, और प्रभुता उसके कांधे पर होगी, और उसका नाम अद्भुत, युक्ति करने वाला, पराक्रमी परमेश्वर, अंतकाल का पिता और शांति का राजकुमार रखा जाएगा। हालेलुया। हालेलुया। हमको तो एक कहना बालक ही दिता गया सी, कहना परमेश्वर ने ना बालक देता, ते बालक दे विच दी परमेश्वर खुद आ गया। ਤੁਹਾਡੀ ਪ੍ਰਾਰਥਨਾ ਬਹੁਤ ਕੁਝ ਕਰ ਸਕਦੀ ਹੈ। ਪਰਮੇਸ਼ਰ ਤੁਹਾਡੀ ਪ੍ਰਾਰਥਨਾ ਤੋਂ ਬਗੈਰ ਕੁਝ ਨਹੀਂ ਕਰਦਾ, ਕੁਝ ਨਹੀਂ ਕਰੇਗਾ, ਨਾ ਹੀ ਉਹਨੇ ਕਦੇ ਪਹਿਲਾਂ ਕੁਝ ਕੀਤਾ। ਹਾਲੇਲੂਇਆ। ਹਾਲੇਲੂਇਆ। ਯੀਸ਼ੂ ਮਸੀਹ ਖੁਦ ਉਦਾਹਰਣ ਬਣੇ। ਯੀਸ਼ੂ ਖੁਦ ਉਦਾਹਰਣ ਬਣੇ, ਮਸੀਹ ਹੋਣ ਦਾ ਉਦਾਹਰਣ ਬਣੇ। ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿ ਯੀਸ਼ੂ ਸਾਰੀ ਰਾਤ ਪ੍ਰਾਰਥਨਾ ਕਰਦੇ ਸੀਗੇ, ਕਿਉਂਕਿ ਉਹ ਜਾਣਦੇ ਸੀਗੇ ਚੰਗੀ ਤਰ੍ਹਾਂ। ਕੀ ਜਾਣਦੇ ਸੀ ਬਈਓ? ਕਿ ਜਦ ਤੱਕ ਮੈਂ ਪ੍ਰਾਰਥਨਾ ਕਰੂੰਗਾ ਤੇ ਪਰਮੇਸ਼ਰ ਕੁਝ ਵੀ ਕਰਦਾ ਨਹੀਂ। ਹਾਲੇਲੂਇਆ। ਕਿਤੇ ਚੇਲੇ ਅੱਡ ਖੜੇ ਹੁੰਦੇ ਸੀ ਤੇ ਉਹ ਕਹਿੰਦਾ ਉਹ ਪਹਾੜ ਤੋਂ ਉਤਰਿਆ ਹੁੰਦਾ ਸੀ, ਕੀ ਕਰਕੇ? ਪ੍ਰਾਰਥਨਾ ਕਰਕੇ। ਹਾਲੇਲੂਇਆ। ਹਾਲੇਲੂਇਆ। ਤੁਹਾਡੀ ਪ੍ਰਾਰਥਨਾ ਤੋਂ ਬਗੈਰ, ਪ੍ਰਾਰਥਨਾ ਤੁਹਾਡੀ ਇੱਛਾ ਨਹੀਂ, ਤੁਹਾਡੀ ਜ਼ਰੂਰਤ ਹੈ। ਤੁਹਾਡੇ ਬਿਨਾਂ ਕੁਝ ਨਹੀਂ ਹੋਣਾ। ਮੇਰੀ ਗੱਲ ਸੁਣੋ, ਤੁਸੀਂ ਆਪਦੀ ਫੈਮਿਲੀ ਨੂੰ ਨਹੀਂ ਬਚਾ ਸਕਦੇ, ਤੁਹਾਡੇ ਚੋਂ ਰੋਗ ਨਹੀਂ ਦੂਰ ਹੋਣਗੇ ਜਦ ਤੱਕ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ। ਕੀ ਸਮਝ ਕੇ?
ਹੁਣ ਪਰਮੇਸ਼ਰ ਨੇ ਕੁਝ ਕਰਨਾ ਹੈ ਇਸ ਧਰਤੀ ਦੇ ਉੱਤੇ। ਹੁਣ ਪਰਮੇਸ਼ਰ ਕੀ ਚਾਹੁੰਦਾ ਕਿ ਕੋਈ ਵੀ ਨਾਸ਼ ਨਾ ਹੋਵੇ। ਪਰਮੇਸ਼ਰ ਦਾ ਮਿਸ਼ਨ ਹੈ ਕੋਈ ਵੀ ਨਾਸ਼ ਨਾ ਹੋਵੇ, ਨਸ਼ਟ ਨਾ ਹੋਵੇ। ਇਹਦਾ ਮਤਲਬ ਤੁਹਾਡੇ ਸਰੀਰ ਦੀ ਜ਼ਰੂਰਤ ਹੈ। ਇਹਦਾ ਮਤਲਬ ਤੁਸੀਂ ਚੰਗਾਈ ਵਾਸਤੇ ਪ੍ਰਾਰਥਨਾ ਕਿਵੇਂ ਕਰਨੀ ਹੈ? ਪ੍ਰਭੂ ਤੂੰ ਇਸ ਸਰੀਰ ਦੀ ਤੈਨੂੰ ਲੋੜ ਹੈ, ਇਹਨੂੰ ਚੰਗਾ ਕਰ ਯਿਸੂ ਮਸੀਹ ਦੇ ਨਾਮ 'ਚ। ਹਾਲੇਲੂਇਆ, ਹਾਲੇਲੂਇਆ। ਕਹਿਣਾ ਪਰਮੇਸ਼ਰ ਨੂੰ, ਕਹਿੰਦਾ ਵੀ ਤੂੰ ਇਸ ਨੂੰ ਕੀ ਕਰ, ਚੰਗਾ ਕਰ, ਤੈਨੂੰ ਇਸ ਸਰੀਰ ਦੀ ਲੋੜ ਹੈ, ਤੈਨੂੰ ਪਤਾ ਹੈ ਵੀ ਇਸ ਸਰੀਰ ਦੇ ਨਾਲ ਮੈਂ ਬੰਦੇ ਬਚਾਉਣੇ ਆ। ਹਾਲੇਲੂਇਆ, ਹਾਲੇਲੂਇਆ। ਤੇਰੇ ਨਾਮ ਦੇ ਵਿੱਚ ਬੰਦੇ ਬਚਾਉਣੇ। ਤੁਹਾਨੂੰ ਤੁਹਾਡੀ ਰਿਕਵਰੀ ਨਾ ਇੰਨੀ ਸਪੀਡ ਨਾਲ ਹੋਊਗੀ, ਤੁਸੀਂ ਸੋਚੋਗੇ ਯਾਰ ਬਹੁਤ ਵੱਡਾ ਪੇਤ ਆ ਗਿਆ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਆਉਂਦਾ ਸੀ ਤੇ ਚਲਿਆ ਜਾਂਦਾ ਸੀਗਾ, ਆਉਂਦਾ ਸੀ ਚਲਿਆ ਜਾਂਦਾ ਸੀ। ਯਿਸੂ ਮਸੀਹ ਨੇ ਕਹਿੰਦਾ ਮੈਂ ਤੁਹਾਨੂੰ ਇਕੱਲਾ ਨਹੀਂ ਛੱਡੂਗਾ। ਕਹਿੰਦਾ ਹੁਣ ਕਹਿੰਦਾ ਆਪਣੇ ਕੋਲ ਇੱਕ ਰੀਜ਼ਨ ਹੈ, ਮੈਂ ਆ ਗਿਆ, ਮੈਂ ਜਾਣਾ, ਕੋਈ ਨਹੀਂ ਤੁਹਾਨੂੰ ਇਕੱਲਾ ਨਹੀਂ ਛੱਡੋ, ਤੁਹਾਡੇ ਮੈਂ ਪਵਿੱਤਰ ਆਤਮਾ ਭੇਜੂਗਾ। ਜਿਹੜਾ ਪਵਿੱਤਰ ਆਤਮਾ ਆਉਂਦਾ ਸੀ ਜਾਂਦਾ ਸੀ, ਆਉਂਦਾ ਸੀ ਜਾਂਦਾ ਸੀ, ਹੁਣ ਆ ਕੇ ਬਹਿ ਗਿਆ ਤੁਹਾਡੇ ਅੰਦਰ। ਹਾਲੇਲੂਇਆ, ਹਾਲੇਲੂਇਆ। ਤੁਹਾਡੀ ਆਤਮਾ ਦੇ ਨਾਲ ਇੱਕ ਹੋ ਗਿਆ ਉਹ। ਬੋਲੋ ਹਾਲੇਲੂਇਆ, ਹਾਲੇਲੂਇਆ। ਉਹ ਛੱਡਦਾ ਨਹੀਂ ਤੁਹਾਨੂੰ, ਨਿਰਾਸ਼ ਹੋ ਜਾਂਦਾ, ਉਹ ਛੱਡਦਾ ਨਹੀਂਗਾ ਤੁਹਾਨੂੰ। ਇਹਦਾ ਮਤਲਬ ਕੀ ਹੋਇਆ ਕਿ ਪਰਮੇਸ਼ਰ ਨੂੰ ਤੁਹਾਡੇ ਸਰੀਰ ਦੀ ਜ਼ਰੂਰਤ ਹੈਗੀ ਹੈ। ਤੁਸੀਂ ਆਪਦੀ ਕੀਮਤ ਨੂੰ ਪਛਾਣਨਾ ਹੈ ਪਾਪ ਕਰਨ ਤੋਂ ਪਹਿਲਾਂ, ਕਿ ਪਰਮੇਸ਼ਰ ਨੇ ਇਹ ਪਾਪ ਕਰਨ ਵਾਸਤੇ ਮੈਨੂੰ ਸਰੀਰ ਨਹੀਂ ਦਿੱਤਾ। ਹਾਲੇਲੂਇਆ, ਹਾਲੇਲੂਇਆ। ਇਹ ਮੈਨੂੰ ਲੀਗਲ ਬਣਾਉਂਦਾ ਧਰਤੀ ਦੇ ਉੱਤੇ। ਪਰਮੇਸ਼ਰ ਕੁਝ ਕਰਨਾ ਚਾਹੁੰਦਾ ਤਾਂ ਮੇਰੇ ਦੁਆਰਾ ਕਰੂਗਾ। ਨੇ ਮੂਸਾ ਦਾ ਇਸਤੇਮਾਲ ਕੀਤਾ ਇਜ਼ਰਾਈਲੀਆਂ ਨੂੰ ਛੁਡਾਉਣ ਵਾਸਤੇ, ਸਦੋਮ ਤੇ ਗੋਮੋਰਾ ਦਾ ਨਿਆਂ ਕਰਨ ਵਾਸਤੇ। ਕਿਹਦਾ ਇਸਤੇਮਾਲ ਕੀਤਾ? ਬੋਲੋ ਬੋਲੋ, ਅਬਰਾਹਮ। ਹਾਲੇਲੂਇਆ। ਸੋ ਪਰਮੇਸ਼ਰ ਕੀ ਚਾਹੁੰਦਾ ਹੈ? ਪਰਮੇਸ਼ਰ ਤੁਹਾਨੂੰ ਕੀ ਚਾਹੁੰਦਾ ਹੈ? ਹੁਣ ਤੁਸੀਂ ਪ੍ਰਾਰਥਨਾ ਕਰੋਗੇ ਕਿ ਨਹੀਂ, ਮੈਨੂੰ ਦੱਸੋ। ਇਹਦਾ ਮਤਲਬ ਕੀ ਹੋਇਆ? ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੀ ਪ੍ਰਾਰਥਨਾ ਦੀ ਨਾ ਕਰਨ ਦੇ ਨਾਲ ਕੁਝ ਨਹੀਂ ਹੋਊਗਾ। ਪਰਮੇਸ਼ਰ ਧੱਕੇ ਨਾਲ ਤੁਹਾਡੀ ਜ਼ਿੰਦਗੀ 'ਚ ਕੰਮ ਨਹੀਂ ਕਰੂਗਾ। ਤੁਸੀਂ ਨਹੀਂ ਕਹੋਗੇ ਰਿਸ਼ਤੇਦਾਰ ਨਹੀਂ ਬਚੂਗਾ, ਤੁਸੀਂ ਨਹੀਂ ਕਹੋਗੇ ਤੁਹਾਡੀ ਗਰੀਬੀ ਨਹੀਂ ਜਾਊਗੀ, ਤੁਸੀਂ ਨਹੀਂ ਕਹੋਗੇ ਤੁਸੀਂ ਚੰਗੇ ਨਹੀਂ ਕਹੋਗੇ, ਨਹੀਂ ਹੋਗੇ, ਉद्धार ਨਹੀਂ ਹੋਊਗਾ ਉਦੋਂ ਤੱਕ ਜਦ ਤੱਕ ਤੁਸੀਂ ਮੂੰਹ ਨਾਲ ਅੰਗੀਕਾਰ ਨਹੀਂ ਕਰਦੇ, ਉਵੇਂ ਹੀ ਰਹੋਗੇ। ਇਹਦਾ ਮਤਲਬ ਤੁਹਾਨੂੰ ਦੇਖੋ ਵੀ ਤੁਹਾਨੂੰ ਕਹਿਣਾ ਬੋਲਣਾ, ਪਰਮੇਸ਼ਰ ਨੂੰ ਅਲਾਉ ਕਰਨਾ, ਪਰਮੇਸ਼ਰ ਨੂੰ ਨਿਮੰਤਰਣ ਦੇਣਾ। ਕਹਿੰਦਾ ਦੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਦੇ ਉੱਤੇ ਖੜਾ ਹਾਂ, ਲੱਤ ਮਾਰ ਕੇ ਗੇਟ ਨਹੀਂ ਤੋੜਿਆ ਤੇਰਾ, ਆ ਕੇ ਮੈਂ ਖੜਾ ਹਾਂ ਉੱਥੇ ਹੀ। ਕਹਿੰਦਾ ਜਦ ਤੱਕ ਤੂੰ ਆਪਦਾ ਦਰਵਾਜ਼ਾ ਨਹੀਂ ਖੋਲਦਾ ਮੈਂ ਅੰਦਰ ਨਹੀਂ ਆਉਂਗਾ। ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਕੀ ਹੋ ਗਿਆ ਕਿ ਜਦ ਤੱਕ ਇਨਸਾਨ ਇਸ ਧਰਤੀ ਦਾ ਆਪਦੀ ਇੱਛਾ ਦੇ ਨਾਲ ਪਰਮੇਸ਼ਰ ਨੂੰ ਗ੍ਰਹਿਣ ਨਾ ਕਰੇ, ਉਦੋਂ ਤੱਕ ਪਰਮੇਸ਼ਰ ਦੀ ਜੀਵਨ 'ਚ ਕੰਮ ਕਰਦਾ ਨਹੀਂ। ਇਹ ਇਤਿਹਾਸ 'ਚ ਕਦੇ ਨਹੀਂ ਹੋਇਆ, ਕਦੇ ਨਹੀਂ ਹੋਇਆ। ਵੱਡੇ ਵੱਡੇ ਲੋਕਾਂ ਨੂੰ, ਇਜ਼ਰਾਈਲੀਆਂ ਨੂੰ ਬਾਰ-ਬਾਰ ਆਪ ਨੂੰ ਤੌਬਾ ਕਰਨੀ ਪੈਂਦੀ ਸੀਗੀ, ਫਿਰ ਪਰਮੇਸ਼ਰ ਉਹਨਾਂ ਦੇ ਵਿੱਚ ਕੰਮ ਕਰਦਾ ਸੀ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਸੋ ਤੁਸੀਂ ਆਪਦੀ ਕੀਮਤ ਨੂੰ ਪਛਾਣੋ ਆਪਦੀ ਕੀਮਤ ਨੂੰ। ਤੁਸੀਂ ਮਾਮੂਲੀ ਨਹੀਂ ਹੋ। ਇਹ ਸਰੀਰ ਪਾਪ ਦੇ ਵਾਸਤੇ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਇਹ ਸਰੀਰ ਕਿਹਦੇ ਵਾਸਤੇ ਨਹੀਂ ਹੈ? ਪਾਪ ਦੇ ਲਈ ਨਹੀਂ ਹੈ। ਹਾਲੇਲੂਇਆ, 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 ਹਾਲੇਲੂਇਆ। ਹੁਣ ਤੁਹਾਨੂੰ ਪਤਾ ਲੱਗ ਗਿਆ ਪਰਮੇਸ਼ਰ ਕੀ ਹੈਗਾ, ਵਿਸ਼ਵਾਸ ਦੇ ਯੋਗ ਹੈ। ਯਸ਼ਾਇਆ 9:6 ਪੜੋ ਤੇ ਫਿਰ ਸਮਾਪਤ ਕਰਾਂਗੇ ਆਪਾਂ। ਯਸ਼ਾਇਆ 9:6। क्योंकि हमारे लिए एक बालक उत्पन्न हुआ। ਸਾਡੇ ਵਾਸਤੇ ਕੀ ਉਤਪਨ ਹੋਇਆ? ਇੱਕ ਜਵਾਕ ਜੰਮਿਆ ਸਾਡੇ ਵਾਸਤੇ, ਬਸ। ਤੇ ਫਿਰ हमें एक पुत्र दिया गया है और प्रभुता उसके कांधे पर होगी और उसका नाम अद्भुत युक्ति करने वाला, पराक्रमी परमेश्वर, अंतकाल का पिता और शांति का राजकुमार रखा जाएगा। ਹਾਲੇਲੂਇਆ। हालेलुया। ਮਸੀਹ ਖੁਦ ਪਰਮੇਸ਼ਵਰ ਸੀਗੇ ਤੇ ਉਹ ਇੱਕ ਬਾਲਕ ਦੇ ਵਿੱਚ ਆ ਗਏ। ਬਾਲਕ ਦਾ ਨਾਮ ਕੀ ਸੀਗਾ? ਜੀਸਸ, ਯਿਸੂ। ਤੇ ਉਹਦੇ ਵਿੱਚ ਕੀ ਆ ਗਿਆ? ਮਸੀਹ ਆ ਗਿਆ। ਤੇ ਉਹ ਕੀ ਬਣ ਗਿਆ? ਯਿਸੂ ਤੋਂ ਯਿਸੂ ਮਸੀਹ। ਹਾਲੇਲੂਇਆ, हालेलुया। ਸਮਝ ਲੱਗੀ ਇਹਦੀ ਗੱਲ ਨੂੰ? ਉਹੀ ਤੁਹਾਡੇ ਵਿੱਚ ਹੈ। ਹੁਣ ਮੇਰੀ ਗੱਲ ਸੁਣੋ, ਉਹ ਤੁਹਾਡੇ ਨਾਲ ਹੈ। ਪਵਿੱਤਰ ਆਤਮਾ ਤੁਹਾਡੇ ਨਾਲ ਹੈਗਾ। ਤੁਸੀਂ ਤਾਂ ਹੀ ਆਖਿਆ ਤੁਸੀਂ ਆਪਦੇ ਨਹੀਂ ਹੋ, ਤੁਸੀਂ ਮੁੱਲ ਖਰੀਦ ਲਿੱਤੇ ਗਏ ਹੋ। ਹੁਣ ਆਦਮ ਵਾਲੀ ਹਾਲ ਨਹੀਂਗਾ ਤੁਹਾਡਾ। ਹੁਣ ਤੁਸੀਂ ਲਹੂ ਬਹਾ ਕੇ ਮੁੱਲ ਲੈ ਲਿੱਤੇ ਗਏ ਹੋ। ਤੁਹਾਡਾ ਸਰੀਰ ਹੁਣ ਉਸ ਵਾਸਤੇ ਨਹੀਂ ਹੈ, ਪਾਪ ਦੇ ਵਾਸਤੇ ਨਹੀਂ ਹੈ। ਤੁਸੀਂ ਇਸ ਨੂੰ ਸੰਭਾਲੋ, ਇਸ ਨੂੰ ਪਰਮੇਸ਼ਰ ਦੇ ਲਈ ਇਸਤੇਮਾਲ ਕਰੋ। ਹਾਲੇਲੂਇਆ। ਹੁਣ ਮੇਰੀ ਗੱਲ ਸੁਣੋ, ਤੁਹਾਨੂੰ ਚੰਗਾਈ ਉਦੋਂ ਤੱਕ ਨਹੀਂ ਮਿਲੂ ਜਦ ਤੱਕ ਤੁਸੀਂ ਕੀ ਨਹੀਂ ਕਰੋਗੇ? ਪ੍ਰਾਰਥਨਾ ਨਹੀਂ ਕਰੋਗੇ। ਪ੍ਰਾਰਥਨਾ ਦੇ ਵਿੱਚ ਕਹੋਗੇ ਪ੍ਰਭੂ ਮੈਨੂੰ ਚੰਗਾ ਕਰ ਦੇ, ਇਹ ਤੇਰਾ ਸਰੀਰ ਹੈ, ਤੂੰ ਇਹਦਾ ਇਸਤੇਮਾਲ ਕਰਨਾ। ਜੇ ਤੂੰ ਇਹਨੂੰ ਚੰਗਾ ਨਾ ਕਰੂੰਗਾ ਤਾਂ ਮੇਰਾ ਰਿਸ਼ਤੇਦਾਰ ਬਈ ਬਚਾਉਣ ਵਾਲਾ, ਉਹਨੂੰ ਕਿਵੇਂ ਬਚਾਊਂਗਾ? ਇਹ ਬਿਮਾਰ ਹੋ ਗਿਆ ਤਾਂ ਕਹਿ ਸਕਦੇ ਹੋ ਕਿ ਨਹੀਂ? ਇਹਦਾ ਮਤਲਬ ਤੁਹਾਨੂੰ ਚੰਗਾ ਕਰੂਗਾ ਪਰਮੇਸ਼ਰ। ਕਾਹਦੇ ਵਾਸਤੇ? ਤਾਂ ਕਿ ਤੂੰ ਉਸੇ ਉਹਦੇ ਕੰਮ ਨੂੰ ਕੰਟੀਨਿਊ ਰੱਖ ਸਕੋ। ਹਾਲੇਲੂਇਆ। ਹੁਣ ਪਵਿੱਤਰ ਆਤਮਾ ਇਕੱਲਾ ਕੰਮ ਕਰ ਸਕਦਾ ਹੈ। ਯਿਸੂ ਮਸੀਹ 33 ਸਾਲ ਧਰਤੀ ਤੇ ਰਹੇ, ਉਹਨੂੰ ਬੰਦੇ ਦੀ ਲੋੜ ਨਹੀਂ ਪਈ ਕੰਮ ਕਰਨ ਵਾਸਤੇ, ਕਿਉਂਕਿ ਉਹ ਆਪ ਕੰਮ ਕਰ ਰਹੇ ਸੀ। ਪਰਮੇਸ਼ਰ ਖੁਦ ਸਰੀਰ ਦੇ ਵਿੱਚ ਹੋ ਕੇ, ਲੀਗਲ ਕਾਨੂੰਨੀ ਹੋ ਕੇ ਇਸ ਧਰਤੀ ਤੇ ਉੱਤੇ ਆਇਆ।
ਤੇ ਕੰਮ ਕਰਦਾ ਰਿਹਾ। ਹੁਣ ਫੇਰ ਗਿਆ, ਹੁਣ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਗਿਆ। ਹੁਣ ਉਸ ਪਵਿੱਤਰ ਆਤਮਾ ਤੁਸੀਂ ਠੇਕੇ ਤੇ ਵੀ ਲੈ ਕੇ ਜਾ ਸਕਦੇ ਹੋ, ਠੀਕ ਹੈ। ਅੰਦਰ ਪਵਿੱਤਰ ਆਤਮਾ ਬੈਠਾ, ਉਤਲੀ ਤੇ ਮੰਡਲ ਵੀ ਪਾ ਸਕਦੇ ਹੋ ਬੀੜੀਆਂ ਵਾਲਾ। ਅੰਦਰ ਪਵਿੱਤਰ ਆਤਮਾ ਬੈਠਾ ਤੇ ਤੁਹਾਡੀ ਆਤਮਾ ਵੀ ਬੈਠੀ ਹੈ, ਤੁਸੀਂ ਵੀ ਹੈਗੇ ਹੋ। ਉਹਦੇ ਵਿੱਚ ਚੁਗਲੀਆਂ ਵੀ ਕਰ ਸਕਦੇ ਹੋ ਤੇ ਉਹ ਬੈਠਾ ਰਹੂਗਾ, ਐਵੇਂ ਨਹੀਂ ਰੋਕੂਗਾ। ਤੇ ਉਸ ਬੈਠੇ ਪਵਿੱਤਰ ਆਤਮਾ ਨੂੰ ਤੁਸੀਂ ਇਹਨਾਂ ਵਚਨਾਂ ਨੂੰ ਪੜ੍ਹ ਕੇ, ਉਹਦੀ ਖੁਰਾਕ ਕੀ ਹੈ? ਵਚਨ ਪੜ੍ਹ ਕੇ ਤੇ ਉਹਨੂੰ ਪ੍ਰਫੁੱਲਿਤ, ਆਨੰਦਿਤ ਵੀ ਕਰ ਸਕਦੇ ਹੋ। ਹਾਲੇਲੂਇਆ, ਹਾਲੇਲੂਇਆ। ਨੈਕਸਟ ਟਾਈਮ ਜਦੋਂ ਤੁਸੀਂ ਪਾਪ ਕਰੋ, ਤੁਸੀਂ ਯਾਦ ਰੱਖਿਓ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ ਤੇ ਪਰਮੇਸ਼ਰ ਤੁਹਾਨੂੰ ਕਿਸੇ ਮਕਸਦ ਦੇ ਲਈ ਤੁਹਾਨੂੰ ਚੁਣਿਆ। ਹਾਲੇਲੂਇਆ, ਹਾਲੇਲੂਇਆ। ਇੰਨੇ ਚੰਗੇ ਪਰਮੇਸ਼ਰ ਦਾ ਸੁਸਮਾਚਾਰ ਸੁਣਾਉਣ ਤੋਂ ਕੌਣ ਆਪਦੇ ਮਨ ਨੂੰ, ਆਪਦੀ ਜ਼ੁਬਾਨ ਨੂੰ ਬੰਦ ਕਿਵੇਂ ਰੱਖ ਸਕਦੇ ਆ? ਮੈਨੂੰ ਦੱਸੋ। ਹਾਲੇਲੂਇਆ, ਹਾਲੇਲੂਇਆ। ਸੰਗਣ ਤਾਂ ਉਹ ਜਿਨ੍ਹਾਂ ਦੇ ਪਰਮੇਸ਼ਰ ਝੂਠੇ ਆ, ਬੋਲਦੇ ਨਹੀਂਗੇ। ਹਾਲੇਲੂਇਆ, ਹਾਲੇਲੂਇਆ। ਜਿਹੜੇ ਬੋਲਦੇ ਨਹੀਂਗੇ, ਜਿਹੜੇ ਆਪਾਂ ਸਾਹਮਣੇ ਗੱਲਾਂ ਨਹੀਂ ਕਰਦੇ, ਜਵਾਬ ਨਹੀਂ ਦਿੰਦੇ, ਤੁਸੀਂ ਉਸ ਪਰਮੇਸ਼ਰ ਨੂੰ ਮੰਨਦੇ ਹੋ ਜਿਹੜਾ ਜਵਾਬ ਦਿੰਦਾ, ਜਿਉਂਦਾ ਹੈ, ਜਿਹਨੇ ਤੁਹਾਨੂੰ ਲੀਗਲ ਬਣਾਇਆ ਇਸ ਧਰਤੀ ਤੇ, ਤੁਹਾਨੂੰ ਸਰੀਰ ਦਿੱਤਾ, ਤੁਹਾਨੂੰ ਐਡੀ ਸਾਰੀ ਧਰਤੀ ਦੇ ਉੱਤੇ ਰਾਜ ਕਰਨ ਵਾਸਤੇ ਦੇ ਦਿੱਤਾ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ। ਤੁਸੀਂ ਇਸ ਗੱਲ ਨੂੰ ਸਮਝੋ, ਤੁਸੀਂ ਪਰਮੇਸ਼ਰ ਦੀ ਨਜ਼ਰ 'ਚ ਬਹੁਤ ਵਧੀਆ ਤੇ ਚੰਗੇ ਹੋ। ਇਸ ਵਾਸਤੇ ਤੁਸੀਂ ਗਲਾਤੀਆਂ 5 ਅਧਿਆਇ ਉਹਦੇ 19-20-21 ਵਾਲੇ ਪਾਪ, 15 ਤਰ੍ਹਾਂ ਦੇ ਪਾਪ ਜਿਹੜੇ ਹੈਗੇ ਆ, ਉਹ ਸਾਰੇ ਨਹੀਂ ਕਰਨੇ ਤੁਸੀਂ। ਉਹਦਾ ਨਾ ਕਰਨ ਦਾ ਕਾਰਨ ਕੀ ਹੈਗਾ? ਉਹਦਾ ਨਾ ਕਰਨ ਦਾ ਕਾਰਨ ਇਹ ਹੈਗਾ ਕਿ ਤੁਸੀਂ ਇਸ ਧਰਤੀ ਤੇ ਲੀਗਲ ਹੋ। ਤੁਹਾਡੇ ਸਰੀਰ ਨੂੰ ਤੁਸੀਂ ਮਾਨਾਇਆ ਇਸਤੇਮਾਲ ਨਹੀਂ ਕਰ ਸਕਦੇਗੇ। ਇਹ ਪਰਮੇਸ਼ਰ ਨੇ ਦਿੱਤਾ ਹੈ, ਬਣਾਇਆ ਹੈ, ਤੁਹਾਡੀ ਅਮਾਨਤ ਨਹੀਂ ਹੈ। ਤੁਸੀਂ ਤਾਂ ਆਤਮਾ ਹੋ, ਤੁਸੀਂ ਕੀ ਹੋ? ਤੇ ਸਰੀਰ ਤੁਹਾਨੂੰ ਦਿੱਤਾ ਗਿਆ। ਹਾਲੇਲੂਇਆ। ਐਂ ਹੋਇਆ ਸੀ ਅਦਨ ਦੇ ਬਾਗ ਚ, ਐਂ ਹੋਇਆ ਸੀਗਾ। ਕੀ ਬਣਾਇਆ ਪਰਮੇਸ਼ਰ ਨੇ? ਹਿਊਮਨ, HUMAN, ਹਿਊਮਸ ਦਾ ਮਤਲਬ ਕੀ ਹੋਇਆ? ਮਿੱਟੀ। ਤੇ ਮੈਨ ਕੀ ਹੋ ਗਿਆ? ਆਤਮਾ। ਪਰਮੇਸ਼ਰ ਨੇ ਮੈਨ ਨੂੰ ਲਿੱਤਾ ਤੇ ਮਿੱਟੀ ਦੇ ਸਰੀਰ ਦੇ ਵਿੱਚ ਪਾ ਦਿੱਤਾ ਤੇ ਉਹ ਬਣ ਗਿਆ ਹਿਊਮਨ, ਮਤਲਬ ਮਾਨਵ, ਮਨੁੱਖ ਬਣ ਗਿਆ, ਆਦਮੀ ਬਣ ਗਿਆ। ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਸਰੀਰ, ਤੁਹਾਨੂੰ ਬਣਾ ਕੇ ਕਿੱਥੋਂ ਲਿਆ ਸੀ ਪਰਮੇਸ਼ਰ? ਉਤੋਂ। ਕਿੱਥੋਂ? ਧਰਤੀ ਤੇ ਆਇਆ। ਧਰਤੀ ਤੇ ਆ ਕੇ ਕੀ ਬਣਾਇਆ? ਤੁਹਾਨੂੰ ਬਣਾਇਆ ਸੀਗਾ? ਨਹੀਂ। ਕਿਹਨੂੰ ਬਣਾਇਆ ਸੀਗਾ ਧਰਤੀ ਤੇ ਆ ਕੇ? ਪਰਮੇਸ਼ਰ ਤੁਹਾਨੂੰ ਬਰਕਤ ਤੇ ਆਸ਼ੀਸ਼ ਦਵੇ। ਤੁਹਾਨੂੰ ਐਸ ਸ਼ਾਇਦ ਆਪਦੀ ਕੀਮਤ ਦਾ ਪਤਾ ਲੱਗੇ ਕਿ ਤੁਸੀਂ ਪਰਮੇਸ਼ਰ ਦੀ ਨਜ਼ਰ 'ਚ ਕਿੰਨੇ ਕੀਮਤੀ ਹੋ। ਤੁਸੀਂ, ਪਰਮੇਸ਼ਰ ਤੁਹਾਡੇ ਦੁਆਰਾ ਬਹੁਤ ਕੁਝ ਕਰਨਾ ਚਾਹੁੰਦਾ ਹੈ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਤੁਹਾਡੇ ਦੁਆਰਾ ਬਹੁਤ ਕੁਝ ਕਰਨਾ ਚਾਹੁੰਦਾ। ਤੁਹਾਡੇ ਰਿਸ਼ਤੇਦਾਰਾਂ ਨੂੰ, ਤੁਹਾਡੇ ਆਸ ਪੜੋਸ ਨੂੰ ਆਸ਼ੀਸ਼ਿਤ ਕਰਨਾ ਚਾਹੁੰਦਾ ਹੈ, ਤੁਹਾਨੂੰ ਬਰਕਤ ਦੇਣਾ ਚਾਹੁੰਦਾ, ਤੁਹਾਡੀ ਗਰੀਬੀ ਚੱਕਣਾ ਚਾਹੁੰਦਾ, ਤੁਹਾਡੇ ਪੀੜ੍ਹੀਆਂ ਦੇ ਸ਼ਰਾਪ ਉਹ ਖਤਮ ਕਰਨਾ ਚਾਹੁੰਦਾ ਹੈ। ਉਹ ਉਦੋਂ ਤੱਕ ਨਹੀਂ ਕਰੂਗਾ ਜਦ ਤੱਕ ਤੁਸੀਂ ਉਹਨੂੰ ਕਹੋਗੇ ਨਹੀਂ। ਹਾਲੇਲੂਇਆ, ਹਾਲੇਲੂਇਆ। ਤਾਂ ਹੀ ਉਹਨੇ ਕਿਹਾ ਕਿ ਮੰਗੋ ਤਾਂ ਦਿੱਤਾ ਜਾਊਗਾ। ਹਰ ਮੰਗਣ ਵਾਲਾ ਕੀ ਕਰ ਲੈਂਦਾ ਹੈ? ਪਾ ਲੈਂਦਾ। ਬਿਨਾਂ ਮੰਗਣ ਵਾਲਾ ਮਿਲਦਾ ਕਦੇ? ਬਿਨਾਂ ਮੰਗਣ ਨੂੰ। ਇਹਦਾ ਮਤਲਬ ਪਰਮੇਸ਼ਰ ਤੁਹਾਡੀ ਮਰਜ਼ੀ ਤੋਂ ਬਾਹਰ ਕੰਮ ਨਹੀਂ ਕਰਨਾ, ਧੱਕਾ ਨਹੀਂ ਕਰਨਾ ਚਾਹੁੰਦਾ ਤੁਹਾਡੇ ਨਾਲ, ਕਿਉਂਕਿ ਉਹਦੀ ਕੁਆਲਿਟੀ ਹੈ। ਕੀ ਕੁਆਲਿਟੀ ਹੈ? ਉਹ ਚੰਗਾ ਹੈ, ਉਹ ਭਲਾ ਹੈ, ਬਹੁਤ ਵਧੀਆ ਪਿਆਰਾ ਪਰਮੇਸ਼ਰ ਹੈ। ਹਾਲੇਲੂਇਆ। ਮੇਦ ਇਹਦੇ ਸਾਰਾ ਕੁਝ। ਇਹਦਾ ਮਤਲਬ ਕੀ ਹੋਇਆ ਕਿ ਪਰਮੇਸ਼ਵਰ ਕਦੇ ਆਪਦੇ ਵਚਨਾਂ ਨੂੰ ਨਹੀਂ ਤੋੜਦਾ, ਉਹਨੇ ਕਦੇ ਨਹੀਂ ਰੋਕਿਆ। ਤੁਸੀਂ ਪਾਪ ਕਰਦੇ ਹੋ, ਪ੍ਰਭੂ ਮੈਨੂੰ ਰੋਕ ਲਓ। ਇੱਕ ਬੰਦੇ ਦਾ ਮੈਨੂੰ ਨਾ ਬਾਰ-ਬਾਰ ਬੜਾ ਅਜੀਬ ਲੱਗਦਾ ਹੈ, ਪ੍ਰਭੂ ਨੂੰ ਬਰਕਤ ਦੇਵੇ, ਸ਼ਰਾਬ ਪੀਂਦਾ ਉਹ। ਮੈਂ ਕਿਹਾ ਸ਼ਰਾਬ ਛੱਡ ਦੇ, ਕਹਿੰਦਾ ਪ੍ਰਭੂ ਛਡਾਊਗਾ। ਕੀ ਕਹਿੰਦਾ? ਮੈਂ ਕਿਹਾ ਮੈਨੂੰ ਨਹੀਂ ਲੱਗਦਾ ਉਹਦਾ ਕਦੇ ਟਾਈਮ ਆਊਗਾ। ਹੈ ਉਦੋਂ ਨੂੰ ਡਰਮਾਂ ਦੇ ਡਰਮ ਮੁਕਾ ਦੇਣੇ ਉਹਨੇ, ਜਦੋਂ ਨੂੰ ਉਹ ਪਤਾ ਨਹੀਂ ਕਿਵੇਂ। ਨਹੀਂ ਹੁੰਦਾ ਐਵੇਂ। ਇਹ ਤੁਹਾਨੂੰ ਫੈਸਲਾ ਲੈਣਾ ਪੈਣਾ, ਕਿਉਂਕਿ ਤੁਸੀਂ ਰਾਜਿਆਂ ਦੇ ਰਾਜੇ ਹੋ। ਰਾਜਿਆਂ ਦੇ ਰਾਜੇ ਤੇ ਪ੍ਰਭੂ ਦੇ ਪ੍ਰਭੂ ਦੇ ਸੰਤਾਨ ਹੋ। ਤੁਸੀਂ ਛੋਟੇ ਰਾਜੇ ਹੋ, ਉਹ ਵੱਡਾ ਰਾਜਾ, ਤੁਸੀਂ ਛੋਟੇ ਰਾਜੇ ਹੋ। ਐਸੇ ਵਾਸਤੇ ਮੈਂ ਪੋਲੀਟੀਕਲ ਗੱਲ ਕੀਤੀ ਸੀ, ਰਾਜਨੀਤਿਕ ਗੱਲ ਕੀਤੀ ਸੀਗੀ। ਤੁਸੀਂ ਪ੍ਰਧਾਨ ਮੰਤਰੀ ਚੁਣ ਸਕਦੇ ਹੋ ਕੀ ਪਾ ਕੇ? ਵੋਟਾਂ ਪਾ ਕੇ। ਤੁਸੀਂ ਰਾਜੇ ਹੋ, ਜਮਾਂਦਰੂ ਰਾਜੇ ਹੋ। ਤੁਹਾਨੂੰ ਆਪਦੇ ਸਰੀਰ ਨੂੰ ਸ਼ੈਤਾਨ ਨੂੰ ਨਹੀਂ ਸੌਂਪਣਾ। ਸ਼ੈਤਾਨ ਜਾਂ ਤਾਂ ਦੁਸ਼ਟ ਆਤਮਾ ਵੜ ਜਾਂਦੀ ਆ ਕੇ, ਉਹ ਕੰਮ ਖਰਾਬ ਕਰਨ ਲੱਗਦੀ ਹੈ। ਦੁਸ਼ਟ ਆਤਮਾ ਆਪਦੇ ਕੰਮ ਕਰਦੀ ਹੈ ਤੁਹਾਡੇ ਸਰੀਰ ਦਾ ਇਸਤੇਮਾਲ ਕਰਕੇ। ਉਹ ਤਾਂ ਤੁਸੀਂ ਕਿਸੇ ਨੂੰ ਆਪਦੀ ਕੌਲੀ ਇਸਤੇਮਾਲ ਨਹੀਂ ਕਰਨ ਦਿੰਦੇ ਘਰੇ, ਤੇ ਸ਼ੈਤਾਨ ਨੂੰ ਆਪਦਾ ਸਰੀਰ ਹੀ ਦੇ ਦਿੰਦੇ ਹੋ। ਹੈ ਕੋਈ ਚੀਜ਼ ਤੁਹਾਡੇ ਘਰੇ ਪਈ ਹੈ ਤੇ ਤੁਹਾਡੀ ਗੈਰ ਮੌਜੂਦਗੀ 'ਚ ਕੋਈ ਚੱਕ ਕੇ ਲੈ ਜੇ ਤੇ ਉਹਨੂੰ ਇਸਤੇਮਾਲ ਕਰਨ ਲਈ ਤੁਸੀਂ ਗੱਲ ਪਏ। ਕੋਈ ਵੀ ਪੁੱਛਣਾ ਸੀਗਾ ਕਦੇ ਸ਼ੈਤਾਨ ਨੂੰ ਕਿਹਾ ਵੀ ਇਹ 'ਚ ਵੜਨ ਤੋਂ ਪਹਿਲਾਂ ਪੁੱਛ ਲਈ ਮੈਨੂੰ ਬਾਈ? ਹਾਲੇਲੂਇਆ। ਇਹ ਸਰੀਰ ਕਿਹਦਾ? ਮੇਰਾ ਹੈ। ਤੇ ਇਹਦੇ ਉੱਤੇ ਪਰਮੇਸ਼ਰ, ਤੁਸੀਂ ਵਾੜਨਾ ਉਹਨੂੰ ਘਰੇ। ਤੁਸੀਂ ਆਪਦੇ ਘਰੇ ਉਹਨੂੰ ਵਾੜਦੇ ਜਦੋਂ ਤੁਹਾਡਾ ਜੀ ਕਰਦਾ। ਧੱਕੇ ਨਾਲ ਵੜ ਸਕਦਾ ਤੁਹਾਡੇ ਘਰੇ? ਕੋਈ ਨਹੀਂ ਵੜ ਸਕਦਾ। ਇਹਦਾ ਮਤਲਬ ਤੁਸੀਂ ਕਹਿਣਾ ਪ੍ਰਭੂ ਤੂੰ ਅਲਾਉਡ ਹੈ, ਤੇਰੇ ਵਾਸਤੇ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਹੈ। ਪਵਿੱਤਰ ਆਤਮਾ ਤੂੰ ਅਲਾਉਡ ਹੈ। ਆਮੀਨ, ਆਮੀਨ। ਤੇ ਸ਼ੈਤਾਨ ਦੇ ਲਈ ਕੀ ਕਰਨਾ? ਦਰਵਾਜ਼ੇ ਬੰਦ।
ਉਹਨੂੰ ਨਹੀਂ ਵੜਨ ਦੇਣਾ ਕਰੇ। ਹੁਣ ਜਾ ਤੂੰ, ਤੇਰੇ ਨਸ਼ੇ, ਤੇਰੀਆਂ ਬਿਮਾਰੀਆਂ, ਤੇਰੀਆਂ ਗੰਦੀਆਂ ਗੱਲਾਂ, ਤੇਰੇ ਬੇਕਾਰ ਆਦਤਾਂ ਲੈ ਕੇ ਚਲਾ ਜਾ, ਯਿਸੂ ਮਸੀਹ ਦੇ ਨਾਂ 'ਚ ਚਲਾ ਜਾ। ਹਾਲੇਲੂਇਆ, ਹਾਲੇਲੂਇਆ। ਹੁਣ ਬਿਜ਼ਨਸ ਵਾਸਤੇ ਤੁਸੀਂ ਕੀ ਕਹਿਣਾ? ਪ੍ਰਭੂ ਮੇਰਾ ਬਿਜ਼ਨਸ ਚੱਲੇ ਕਿਉਂਕਿ ਮੇਰਾ ਇਹ ਅਧਿਕਾਰ ਆ। ਤੂੰ ਹੀ ਆਖਿਆ ਸੀਗਾ ਉਤਪਤ ਦੇ ਵਿੱਚ, ਕਹਿੰਦਾ ਇਹਨੂੰ ਕੀ ਕਰੇ ਤੂੰ ਧਰਤੀ ਦੇ ਉੱਤੇ? ਅਧਿਕਾਰ। ਚੰਗਾ ਬਿਜ਼ਨਸ ਮੇਰਾ ਹੱਕ ਹੈ, ਮੈਨੂੰ ਦੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਮੇਰੇ ਤੇ ਦਇਆ ਕਰ। ਦਇਆ ਕਰਨੀ ਹੈ ਕੋਈ ਗੱਲ ਨਹੀਂ, ਪਰ ਮੇਰਾ ਹੱਕ ਵੀ ਮੈਨੂੰ ਦੇ। ਵਚਨ 'ਚ ਇਹ ਗੱਲ ਲਿਖੀ ਹੈ, ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। ਹੁਣ ਤੁਹਾਡੀ ਸੋਚ ਦੇ ਵਿੱਚ ਇਹ ਗੱਲ ਰਹੂਗੀ ਘਰੇ ਜਾ ਕੇ, ਹੈ ਨਾ, ਵੀ ਮੈਨੂੰ ਮੇਰਾ ਅਧਿਕਾਰ ਦਾ ਪਤਾ ਲੱਗ ਗਿਆ, ਹੁਣ ਮੈਂ ਅਧਿਕਾਰ ਨਾਲ ਮੰਗਣੀ ਉਸ ਚੀਜ਼ ਨੂੰ। ਹਾਲੇਲੂਇਆ, ਹਾਲੇਲੂਇਆ। ਬਿਮਾਰ ਹੋ, ਪ੍ਰਭੂ ਇਸ ਸਰੀਰ ਦੀ ਤੈਨੂੰ ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਤੈਨੂੰ ਪਤਾ ਨਹੀਂ ਵੀ ਇਹ ਜਿਹੜਾ ਸਰੀਰ ਹੈਗਾ ਇਹਦੀ ਵਜ੍ਹਾ ਨਾਲ ਹੀ ਤਾਂ ਮੈਂ ਧਰਤੀ ਤੇ ਆ। यही खराब हो गया था, फिर मैं तो जाना पऊगा, फिर मैं तेरा काम किवें करूंगा? बोलो हालेलुया, हालेलुया। मैं तेरा काम करना चाहता, मेरे शरीर ਨੂੰ स्वस्थ कर दे। हालेलुया, हालेलुया। ਤੁਸੀਂ ਮੰਗਦੇ ਹੋ, ਤੁਸੀਂ ਪਾਉਂਦੇ ਨਹੀਂ ਕਿਉਂਕਿ ਤੁਸੀਂ ਐਸ ਮਨਸ਼ਾ ਨਾਲ ਮੰਗਦੇ ਹੋ। ਬਾਈਬਲ ਕਹਿੰਦੀ ਹੈ ਕਿ ਤੁਸੀਂ ਭੋਗ ਤੇ ਵਿਲਾਸਾਂ ਦੇ ਵਿੱਚ ਉਡਾ ਦਵੋ। ਬੋਲੋ 3 ਵਾਰੀ ਹਾਲੇਲੁਇਆ, 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 ਹਾਲੇਲੁਇਆ। ਹੁਣ ਪਤਾ ਲੱਗ ਗਿਆ ਮੰਗਣਾ ਕਿਹਦੇ ਵਾਸਤੇ ਹੈ? ਦੂਸਰਿਆਂ ਵਾਸਤੇ ਮੰਗਣਾ ਭਾਈ, ਫਿਰ ਪ੍ਰਭੂ ਤੁਹਾਨੂੰ ਦਊਗਾ। ਪਰਮੇਸ਼ਰ ਗ੍ਰੈਟੀਟਿਊਡ ਵੇਖਦਾ, ਪਰਮੇਸ਼ਰ ਦੇਖਦਾ ਇਹਦੀ ਇੱਛਾ ਕੀ ਹੈ। ਦੂਸਰਿਆਂ ਦਾ ਸੋਚਦਾ ਕਿ ਨਹੀਂ ਕਿ ਆਪ ਵਾਸਤੇ ਹੀ ਮੰਗੀ ਤੁਰੀ ਜਾਂਦਾ, ਮੰਗੀ ਤੁਰੀ ਜਾਂਦਾ, ਇਹਦਾ ਹੀ ਨਹੀਂ ਭੜੋਲੇ ਭਰਦੇ। ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਕੀ ਹੈ ਕਿ ਤੁਸੀਂ ਬੁਰੀ ਅਭਿਲਾਸ਼ਾ ਰੱਖ ਕੇ ਨਹੀਂ ਮੰਗਣਾ, ਤੁਸੀਂ ਦੂਸਰਿਆਂ ਵਾਸਤੇ ਮੰਗਣਾ। ਜੇ ਤੁਸੀਂ ਕਹੋਗੇ ਪ੍ਰਭੂ ਮੈਂ ਤੇਰਾ ਕੰਮ ਕਰਨਾ ਚਾਹੁੰਦਾ, ਮੇਰੇ ਸਰੀਰ ਨੂੰ ਕੀ ਕਰ ਦੇ? ਸਵਸਥ ਕਰ ਦੇ। ਕੋਈ ਪੱਥਰੀ, ਕੋਈ ਰਸੋਲੀ, ਕੋਈ ਗੰਢ, ਕੋਈ ਕੈਂਸਰ, ਕੋਈ ਏਡਸ ਤੁਹਾਡਾ ਹਿੱਸਾ ਨਹੀਂ ਹੈ। ਤੁਹਾਡੇ ਉੱਤੇ ਅਧਿਕਾਰ ਨਹੀਂ ਹੈ, ਹੋਰ ਕਿਸੇ ਤੇ ਹੋਵੇ ਭਾਵੇਂ ਦੀ। ਹਾਲੇਲੂਇਆ, ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਸ਼ੀਸ਼। ਆਓ ਪ੍ਰਾਰਥਨਾ ਕਰੀਏ ਆਪਾਂ ਸਾਰੇ ਜਣੇ ਮਿਲ ਕੇ। ਯੈਸ। हालेलुया, हालेलुया, हालेलुया। थैंक यू फादर, थैंक यू जीसस। यीशु प्रभु धन्यवाद करता हूँ पिता परमेश्वर। प्रभु जी मैं आपका धन्यवाद करता हूँ पिता, आपकी तारीफ करता हूँ पिता परमेश्वर, इन द नेम ऑफ जीसस। यीशु राजा धन्यवाद हो प्रभु जी। पिता आज का वचन आपने प्रभु हमारे मनों में डाला पिता, हम पे अपने सत्य को प्रकट किया पिता। मैं आपका धन्यवाद करता हूँ इन द नेम ऑफ जीसस। हालेलुया, धन्यवाद करता हूँ पिता परमेश्वर, तुसी रचिया सानू, हमारी रचना की पिता परमेश्वर, हमें रचा पिता परमेश्वर। हालेलुया, धन्यवाद करता हूँ इन द नेम ऑफ जीसस। प्रभु जितने लोग सुन रहे हैं यीशु मसीह के नाम से ब्लेस्ड हो पिता परमेश्वर, इनके शरीरों में कोई भी दुख तकलीफ ना हो पिता परमेश्वर। पिता परमेश्वर प्रभु जी इनके शरीरों का प्रभु इनका इस पृथ्वी पे लीगल राइट है। तो आपने उत्पत्ति की किताब 1 अध्याय उसकी 26 आयत में कहा कि ये पृथ्वी पर राज्य करे। हालेलुया, पिता परमेश्वर कोई बीमारी इनके छू नहीं सकती क्योंकि प्रभु ये शरीर प्रभु जी शरीर का इस्तेमाल करते प्रभु ये तेरे कामों को करना चाहते हैं प्रभु जी, इनको चंगा कर दे पिता परमेश्वर। प्रभु जी हम क्लेम करते हैं वचनों को, आपने कहा मांगो तो तुम्हें पाओगे पिता परमेश्वर। हम मांगते हैं अच्छी हेल्थ को, हम मांगते हैं अपने रिश्तेदार को बचाया जाना, हमारे गांव को बचाया जाना, बड़े सारे लोग प्रभु तेरे नाम में बचे पिता परमेश्वर, इन द नेम ऑफ जीसस। प्रभु जी यीशु मसीह के नाम से प्रभु जी मैं रिलीज करता हूँ दुष्ट आत्माओं का प्रभु जी, इनकी बॉडी पे कोई अधिकार नहीं है। बोलो शैतान तेरा मेरे शरीर पे कोई अधिकार नहीं है, कोई हक नहीं है। हालेलुया, धन्यवाद पिता परमेश्वर, तारीफ करता हूँ प्रभु यीशु मसीह के नाम से। प्रभु यीशु मसीह के नाम से प्रभु इन लोगों को प्रभु यीशु के नाम से आज़ाद करते हैं, इसी वक्त आज़ाद करते हैं। दुष्ट आत्माओं तुम्हारा पृथ्वी के एटमॉस्फेयर पे कोई अधिकार नहीं है, इस वातावरण में तुम्हारा लीगल राइट नहीं है, तुम गैर कानूनी हो। यीशु मसीह के नाम से इन लोगों को छोड़ो और चले जाओ इन द नेम ऑफ जीसस। पिता परमेश्वर धन्यवाद हो। पवित्र आत्मा हम आपको आमंत्रित करते हैं, इनवाइट करते हैं परमेश्वर, हमारे अंदर आओ और हम पे राज्य करो पिता परमेश्वर, हमारे शरीरों पे राज्य, हमारे शरीर को इस्तेमाल करो प्रभु। धन्यवाद करो, अगर कोई कमी है शरीरों में तो यीशु के नाम से, यीशु मसीह के नाम से चली जाए पिता। थैंक यू फादर, थैंक यू जीसस, थैंक यू। मंगो प्रभु तो हालेलुया, चंगी हेल्थ मंगो, आपदे बच्चों का अच्छा फ्यूचर मंगो, मंगो मंगो प्रभु दा, मंगो यीशु मसीह दे नाम च मंगो। मंगो आपदे पति नू, कहो प्रभु मेरे पति नू सही रास्ता दिखाओ प्रभु, नशे चो काट लो मेरे पति नू। मंगो हालेलुया, धन्यवाद करता हूँ पिता परमेश्वर। मंगो मेरी पत्नी नू समझ दे, खोल दी समझ नू, पवित्र आत्मा नाल भर दे, पवित्र आत्मा दे मस्से दे नाल भर दे। बोलो बोल मेरे बच्चे प्रभु तेरे वचन ते चलन प्रभु। हालेलुया, धन्यवाद करते हैं पिता परमेश्वर। होली स्पिरिट धन्यवाद हो।
ਮੰਗੋ, ਬੁੱਧ ਮੰਗੋ, ਆਪਦੇ ਬੱਚਿਆਂ ਦੇ ਲਈ ਬੁੱਧ ਮੰਗੋ, ਉਹਨਾਂ ਦੇ ਲਈ ਅਕਲ ਮੰਗੋ, ਬੁੱਧ ਮੰਗੋ ਪਰਮੇਸ਼ਰ ਤੋਂ। ਹਾਲੇਲੂਇਆ। ਹੈਲਥ ਮੰਗੋ, ਚੰਗਿਆਈ ਮੰਗੋ, ਸਭ ਕੁਝ ਮੰਗੋ, ਕਿਉਂਕਿ ਸਭ ਕੁਝ ਤੇ ਤੁਹਾਡਾ ਅਧਿਕਾਰ ਹੈ, ਲੀਗਲ ਰਾਈਟ ਹੈ, ਤੁਹਾਡਾ ਅਧਿਕਾਰ ਹੈ। ਉਹ ਸ਼ੈਤਾਨ ਦੇ ਫਲ ਨੂੰ ਆਪਦੇ ਵਿੱਚੋਂ ਕੱਢ ਦਿਓ, ਉਸ ਪਾਪ ਨੂੰ ਕੱਢ ਦਿਓ। ਉਹ ਵਚਨ ਜਿਹੜਾ ਸ਼ੈਤਾਨ ਤੁਹਾਨੂੰ ਮੰਨਣ ਤੋਂ ਰੋਕਦਾ, ਉਸ ਨੂੰ ਮੰਨੋ, ਉਹਦੇ ਸਿਰ ਤੇ ਪੈਰ ਰੱਖੋ, ਕੁਚਲੋ ਉਸ ਨੂੰ, ਅੱਗੇ ਚੱਲੋ, ਦਿਲਾਂ ਨੂੰ ਖੋਲੋ। ਥੈਂਕ ਯੂ ਜੀਸਸ, ਹਾਲੇਲੂਇਆ। ਜੋ ਧਨ ਦਾ ਲੋਭ ਦਿਖਾਉਂਦਾ ਤੁਹਾਨੂੰ, ਦਸਵੰਧ ਕੱਢਣ ਤੋਂ ਰੋਕਦਾ ਹੈ, ਜਿਹੜਾ ਅੱਧਾ ਕੁ ਦਸਵੰਧ ਕੱਢਣ ਨੂੰ ਕਹਿੰਦਾ, ਅੱਧਾ ਕੁ ਨਹੀਂ ਕੱਢਣ ਨੂੰ ਕਹਿੰਦਾ, ਸ਼ੈਤਾਨ ਨੂੰ ਡਾਂਟ ਦਿਓ, ਅੱਜ ਝਿੜਕ ਦਿਓ, ਉਹਦਾ ਕੋਈ ਅਧਿਕਾਰ ਨਹੀਂ ਤੁਹਾਡੇ ਉੱਤੇ। ਇਨ ਦ ਨੇਮ ਆਫ ਜੀਸਸ ਆਈ ਰਿਲੀਜ਼ ਯੂ ਇਨ ਦ ਨੇਮ ਆਫ ਜੀਸਸ, इन द नेम ऑफ जीसस आई सेट यू फ्री इन द नेम ऑफ जीसस, यीशु मसीह के नाम से। हालेलुया। थैंक यू फादर, थैंक यू फादर। आज दा वचन प्रभु इन्हां दे जीवनां च काम करे पिता परमेश्वर, ये तेरी आत्मा दे वल्लों सी प्रभु कि ये लोग इन्हां गल्लां नूं समझ लैण पिता परमेश्वर। होली स्पिरिट धन्यवाद हो, थैंक यू फादर। पिता तेरा धन्नवाद करदा प्रभु जी, ये मातावां नूं, भैणां नूं प्रभु बरकत आशीष दे, भाइयां नूं बरकत दे प्रभु, बच्चों नूं आशीष दे प्रभु। हालेलुया। ओ फायर ऑफ द होली घोस्ट। ये सारी प्रार्थना प्रभु यीशु के नाम च मंगदे स्वर्ग पिता, आमीन। प्रभु तुहानूं बरकत आशीष दे, ब्लैस करे। सब बोलो आमीन।